ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਡਾਕਟਰ ਅਮਰ ਸਿੰਘ ਔਰ ਮੈਂ ਅੱਜ ਇੱਕ ਵਾਰ ਫੇਰ ਇੱਕ ਨਵੀਂ ਵਿਚਾਰ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ ਤੇ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਅਸੀਂ ਇੱਕ ਅਜਿਹਾ ਵਿਸ਼ਾ ਛੋਹਿਆ ਜਿਹੜਾ ਵਿਸ਼ੇ ਦੇ ਅੰਡਰ ਬਹੁਤ ਸਾਰੀਆਂ ਬਿਮਾਰੀਆਂ ਆਉਣਗੀਆਂ, ਬਹੁਤ ਸਾਰੀਆਂ ਤਕਲੀਫਾਂ ਆਉਣਗੀਆਂ ਤੇ ਜੇਕਰ ਉਹਦੇ ਇਲਾਜ ਲਈ ਬੰਦਾ ਕਿਸੇ ਡਾਕਟਰ ਕੋਲ ਜਾਂਦਾ ਤਾਂ ਫਿਰ ਉਹ ਬਿਮਾਰੀਆਂ ਜਿਹੜੀਆਂ ਨੇ ਉਹ ਅਲੱਗ-ਅਲੱਗ ਹੁੰਦੀਆਂ ਨੇ, ਲੇਕਿਨ ਉਹਦਾ ਕਾਰਨ ਇੱਕੋ ਹੀ ਹੁੰਦਾ। ਇਸ ਲਈ ਉਹ ਡਾਕਟਰ ਵੀ ਅਲੱਗ-ਅਲੱਗ ਕੋਲ ਜਾਣਾ ਪੈ ਜਾਂਦਾ। ਹਾਰਟ ਵਾਲੇ ਕੋਲ ਵੱਖਰਾ ਜਾਣਾ ਪੈ ਜਾਂਦਾ ਔਰ ਦੂਸਰੀਆਂ ਬਿਮਾਰੀਆਂ ਕੋਲ ਵੱਖਰਾ ਜਾਣਾ ਪੈ ਜਾਂਦਾ ਅਤੇ ਇੱਕੋ ਹੀ ਬੰਦੇ ਨੂੰ ਜੇ ਸਾਰੀਆਂ ਬਿਮਾਰੀਆਂ ਲੱਗੀਆਂ ਹੋਣ ਤਾਂ ਉਹਦੇ ਲਈ ਡਾਕਟਰ ਵੀ ਵੱਖਰੇ ਹੋ ਜਾਂਦੇ ਨੇ। ਪਰ ਡਾਕਟਰ ਅਮਰ ਸਿੰਘ ਆਜ਼ਾਦ ਅੱਜ ਸਾਨੂੰ ਇੱਕ ਅਜਿਹਾ ਤਰੀਕਾ ਦੱਸਣਗੇ ਜਿਹਦੇ ਨਾਲ ਉਹ ਸਾਰੇ ਡਾਕਟਰਾਂ ਦੀ ਬਜਾਏ ਸਾਨੂੰ ਇੱਕੋ ਹੀ ਕੰਮ ਕਰਕੇ ਜਿਹੜਾ ਸਾਡਾ ਸਾਰੀਆਂ ਬਿਮਾਰੀਆਂ ਦੂਰ ਹੋ ਸਕਦੀਆਂ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ। ਡਾਕਟਰ ਸਾਹਿਬ, ਆਟੋ ਇਮਿਊਨ ਡਿਸਆਰਡਰ ਥੋੜ੍ਹਾ ਡਿਫਾਈਨ ਕਰੋ। ਜੀ ਆਟੋ ਦਾ ਮਤਲਬ ਹੁੰਦਾ ਜਿਹੜਾ ਆਪਣੇ ਆਪ ਆਪਣਾ ਇਮਿਊਨ ਮਤਲਬ ਇਮਿਊਨਿਟੀ ਸਿਸਟਮ। ਤੁਹਾਡਾ ਆਪਣਾ ਇਮਿਊਨਿਟੀ ਸਿਸਟਮ ਜੋ ਤੁਹਾਨੂੰ ਨੁਕਸਾਨ ਪਹੁੰਚਾਉਣ ਲੱਗ ਜੇ ਉਹਨੂੰ ਕਹਿ ਦਿੰਦੇ ਆ ਆਪਾਂ ਆਟੋ ਇਮਿਊਨ ਬਿਮਾਰੀ। ਯਾਨੀ ਕਿ ਬਿਮਾਰੀ ਬਾਹਰੋਂ ਨਹੀਂ ਆ ਰਹੀ, ਸਾਡਾ ਆਪਣਾ ਇਮਿਊਨ ਸਿਸਟਮ ਜਿਹਦਾ ਕੰਮ ਸੀਗਾ ਸਾਨੂੰ ਡਿਫੈਂਡ ਕਰਨਾ, ਸਾਨੂੰ ਬਾਹਰਲੀ ਚੀਜ਼ ਤੋਂ ਮੁਕਤੀ ਦਿਵਾਉਣਾ, ਉਹੀ ਸਾਨੂੰ ਨੁਕਸਾਨ ਕਰਨ ਲੱਗ ਜਾਂਦਾ। ਇਮਿਊਨ ਸਿਸਟਮ ਮਤਲਬ ਵਾਈਟ ਬਲੱਡ ਸੈੱਲ ਜਿਹੜੇ ਹੁੰਦੇ ਨੇ ਉਹ? ਇਮਿਊਨ ਸਿਸਟਮ ਬੜਾ ਐਕਸਟੈਂਸਿਵ ਹੁੰਦਾ, ਇਕੱਲੇ ਵਾਈਟ ਬਲੱਡ ਸੈੱਲ ਨਹੀਂ ਹੁੰਦੇ। ਵਾਈਟ ਬਲੱਡ ਸੈੱਲ ਇਮਿਊਨਿਟੀ ਦਾ ਬਹੁਤ ਵੱਡਾ ਇੱਕ ਉਹ ਨੇ, ਥੰਮ ਨੇ, ਲੇਕਿਨ ਬਾਡੀ ਦੇ ਵਿੱਚ ਬਹੁਤ ਸਾਰੇ ਹੋਰ ਜਿਹੜੇ ਸਿਸਟਮ ਨੇ ਉਹ ਇਨਵੋਲਵ। ਲਿੰਫੈਟਿਕ ਸਿਸਟਮ ਪੂਰਾ ਇਮਿਊਨਿਟੀ 'ਚ ਲੱਗਿਆ ਹੋਇਆ ਹੈ। ਬੋਨ ਮੈਰੋ ਦੇ ਅੰਦਰ ਇਮਿਊਨਿਟੀ ਹੈ। ਹਰ ਸੈੱਲ ਦੇ ਵਿੱਚ ਆਪਣੀ ਇਮਿਊਨਿਟੀ ਹੈ। ਮਤਲਬ ਸਕਿਨ ਦੇ ਬਾਹਰਲੇ ਸਰਫੇਸ ਤੋਂ ਲੈ ਕੇ ਸਕਿਨ ਦੇ ਬਾਹਰਲੇ ਸਰਫੇਸ ਦੇ ਉੱਪਰ ਸਾਰੇ ਸਾਡੇ ਇਮਿਊਨ ਸਿਸਟਮ ਦੇ ਪਹਿਰੇਦਾਰ ਬਿਠਾਏ ਹੋਏ ਆ। ਉਹ ਪਹਿਰੇਦਾਰ ਪਹਿਰਾ ਦਿੰਦੇ ਆ। ਮਤਲਬ ਅਲੱਗ-ਅਲੱਗ ਚੌਕੀਆਂ ਬਣੀਆਂ ਹੋਈਆਂ। ਹਾਂ, ਪੂਰੇ ਮੂੰਹ ਦੇ ਇੱਥੇ ਨੱਕ 'ਤੇ ਬੈਠੇ ਆ, ਸਕਿਨ 'ਤੇ ਬੈਠੇ ਆ। ਜੋ ਤੁਹਾਡੇ ਆਊਟਲੈਟ ਹੈਗੇ ਆ ਜਿਹਦੇ ਨਾਲ ਤੁਸੀਂ ਬਾਹਰ ਨਾਲ ਕਨੈਕਟਡ ਹੋ, ਉੱਥੋਂ ਸ਼ੁਰੂ ਹੋ ਜਾਂਦਾ ਇਮਿਊਨ ਸਿਸਟਮ। ਤਾਂ ਉਹ ਜਿਹੜੇ ਸੈੱਲ ਹੁੰਦੇ ਆ ਉਹ ਪਹਿਰੇਦਾਰ ਹੁੰਦੇ ਆ, ਜਸੂਸ ਹੁੰਦੇ ਆ। ਉਹ ਅੱਗੇ ਫਿਰ ਸਾਰੇ ਇਨਫੋਰਮ ਕਰਦੇ ਆ। ਔਰ ਲਗਭਗ ਜੇ ਆਪਾਂ ਕਹੀਏ ਤਾਂ ਇਮਿਊਨ ਸਿਸਟਮ ਦੇ ਵਿੱਚ ਇਕੱਲਾ ਸੈੱਲ ਪਾਰਟੀਸਪੇਟ ਕਰਦਾ। ਸੋ ਵੱਡੇ ਸਿਸਟਮ ਵਾਈਟ ਬਲੱਡ ਸੈਲਸ ਵੱਡਾ ਸਿਸਟਮ ਹੈ, ਵੱਡੀ ਇੱਕ ਕਿਸਮ ਦੀ ਫੌਜ ਹੈ। ਮਤਲਬ ਫੌਜ ਦਾ ਰੂਪ, ਜੇਕਰ ਫੌਜ ਕਹੀ ਜਾਵੇ, ਮਤਲਬ ਇੱਕ ਤਾਂ ਹੁੰਦੇ ਸਰਕਾਰ, ਇੱਕ ਹੁੰਦੀ ਹੈ ਫੌਜ। ਸਰਕਾਰ ਹੁਕਮ ਦਿੰਦੀ ਹੈ ਅਤੇ ਫੌਜ ਜਾ ਕੇ ਜਿਹੜੀ ਅੱਗੇ ਲੜਦੀ ਹੈ। ਅਤੇ ਫੌਜ ਮਤਲਬ ਵਾਈਟ ਬਲੱਡ ਸੈੱਲ। ਹਾਂ, ਆਪਾਂ ਕਹਿ ਸਕਦੇ ਹਾਂ ਵਾਈਟ ਬਲੱਡ ਸੈੱਲ ਜਿਹੜੀ ਹੈ ਬਹੁਤ ਵੱਡੀ ਫਰੰਟਲ ਫੌਜ ਹੈ ਇਮਿਊਨਿਟੀ ਦੀ, ਜਿਹੜੀ ਕਿ ਸਾਡੇ ਇਮਿਊਨਿਟੀ ਨੂੰ ਕੰਡੇ 'ਤੇ ਰੱਖਦੀ ਹੈ। ਲੇਕਿਨ ਉਹ 'ਚ ਬਹੁਤ ਸਾਰੇ ਸਿਸਟਮ ਜਿੱਦਾਂ ਮੈਂ ਕਿਹਾ ਹੋਰ ਵੀ ਨੇ। ਸਪਲੀਨ ਹੈ, ਲਿਵਰ ਹੈ, ਬੋਨ ਮੈਰੋ ਹੈ, ਲਿੰਫੈਟਿਕ ਸਿਸਟਮ ਹੈ ਤੁਹਾਡੇ। ਇਹ ਸਾਰੇ ਜਿਹੜੇ ਨੇ ਅਤੇ ਅੱਗੇ ਸੈਲੂਲਰ ਇਮਿਊਨਿਟੀ। ਇਕੱਲੇ ਸੈੱਲ ਦੀ ਆਪਣੀ ਇਮਿਊਨਿਟੀ ਹੈ। ਇਕੱਲਾ ਸੈੱਲ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਕੈਪੇਬਲ ਹੈ। ਅਤੇ ਇਸ ਕਰਕੇ ਇਸ ਜਿਹਨੂੰ ਕਹਿੰਦੇ ਜਿਵੇਂ ਆ Z+ ਹੈ, Y+ ਸਿਕਿਉਰਿਟੀ, ਵੀ ਇਹਦੇ ਆਲੇ 10 ਲੇਅਰਡ ਹੈ ਕਿ 8 ਲੇਅਰਡ ਹੈ ਕਿ 6 ਲੇਅਰਡ ਹੈ। ਇਹ ਵੀ ਲੇਅਰਸ ਨੇ। ਬਾਡੀ ਦੇ ਅੰਦਰ ਵੀ ਇਮਿਊਨਿਟੀ ਦੇ ਆਪਣੇ ਲੇਅਰਸ ਨੇ, ਬਾਹਰੋਂ ਸ਼ੁਰੂ ਹੋ ਕੇ ਅੰਦਰ ਤੱਕ ਜਾਂਦੀਆਂ। ਸਭ ਤੋਂ ਵੱਡੀ ਲੇਅਰ ਕਿਹਦੇ ਕੋਲ ਹੈ? ਮਤਲਬ ਸਭ ਤੋਂ ਜ਼ਿਆਦਾ ਜਿਹਨੂੰ ਘੇਰਾ ਪਾ ਕੇ ਰੱਖਿਆ? ਨਹੀਂ, ਉਹਦਾ ਤਾਂ ਆਪਾਂ ਸਭ ਤੋਂ ਵੱਡੇ ਤਾਂ ਫਿਰ ਜਸੂਸ ਹੁੰਦੇ। ਜਿਹੜੀ ਇੰਟੈਲੀਜੈਂਸ ਏਜੰਸੀ ਹੁੰਦੀ ਹੈ ਉਹ ਸਭ ਤੋਂ ਵੱਡੀ ਹੁੰਦੀ ਹੈ। ਸਭ ਤੋਂ ਉਹਨੇ ਇਨਫੋਰਮੇਸ਼ਨ ਦੇਣੀ ਅੱਗੇ ਸਭ ਨੂੰ ਇਨਫੋਰਮ ਕਰਨਾ। ਉਹ ਸਾਡੇ ਸਾਰੇ ਆਊਟਲੈਟਸ 'ਤੇ ਬੈਠੇ ਹੁੰਦੇ ਆ। ਸਾਡੇ ਨੱਕ 'ਚ ਵੀ ਨੇ, ਮੂੰਹ 'ਚ ਵੀ ਨੇ, ਸਕਿਨ 'ਤੇ ਵੀ ਨੇ, ਜਿੱਥੇ ਵੀ ਹੈਗਾ ਸਾਡਾ, ਅੱਖਾਂ 'ਚ ਵੀ, ਹਰ ਥਾਂ 'ਤੇ। ਉਹ ਜਿੱਥੇ ਵੀ ਤੁਹਾਨੂੰ ਕੋਈ ਬਾਹਰੋਂ ਚੀਜ਼ ਟੱਚ ਕਰ ਸਕਦੀ ਹੈ, ਤੁਹਾਡੇ ਅੰਦਰ ਜਾਣ ਦਾ ਰਸਤਾ ਹੈ, ਸਾਰੀਆਂ ਥਾਵਾਂ 'ਤੇ ਉਹ ਜਸੂਸ ਹੁੰਦੇ ਆ। ਉਹ ਬਾਡੀ ਨੂੰ ਉਹ ਸਮੈਲ ਕਰਦੇ ਆ, ਉਹ ਪਤਾ ਲਾਉਂਦੇ ਆ ਕਿ ਜੋ ਕੁਝ ਅੰਦਰ ਜਾ ਰਿਹਾ ਵੀ ਇਹ ਚੰਗਾ ਹੈ ਕਿ ਮਾੜਾ ਹੈ, ਦੁਸ਼ਮਣ ਹੈ ਕਿ ਦੋਸਤ ਹੈ। ਤਾਂ ਨਾਲ ਦੀ ਨਾਲ ਅੰਦਰ ਇਨਫੋਰਮੇਸ਼ਨ ਭੇਜਦੇ ਆ ਕਿ ਵੀ ਇੱਦਾਂ ਦੀ ਚੀਜ਼ ਆ ਰਹੀ ਹੈ, ਉਹਦੇ ਲਈ ਤਿਆਰੀ ਕਰੋ। ਤਾਂ ਉਹ ਬੜਾ ਕਮਾਲ ਦਾ ਸਿਸਟਮ ਬਾਡੀ ਦੇ ਅੰਦਰ। ਮਤਲਬ ਬਾਡੀ ਦਾ ਮਤਲਬ ਕੁਦਰਤ ਦਾ ਕ੍ਰਿਸ਼ਮਾ ਹੈ ਨਾ। ਹਾਂ, ਬਿਲਕੁਲ। ਜਦੋਂ ਤੁਸੀਂ ਸਰੀਰ ਨੂੰ ਜਿਵੇਂ ਸਮਝਦੇ ਹੋ ਤਾਂ ਤੁਸੀਂ ਦੇਖਦੇ ਹੋ ਵੀ ਬੜੇ ਹੱਦੀ ਹੋ ਗਈ ਵੀ ਇਹ ਇੰਨੀ ਕਲਾਕਾਰੀ ਵੀ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਵੀ ਇਹ ਜੀ ਪੇਂਟਿੰਗ ਦਾ ਕਲਾਕਾਰ ਹੈ, ਮਿਊਜ਼ਿਕ ਦਾ ਕਲਾਕਾਰ ਹੈ। ਅਤੇ ਇਹ ਜਿਹੜੀ ਕ੍ਰੀਏਸ਼ਨ ਹੈ, ਬਾਡੀ ਦੀ ਕ੍ਰੀਏਸ਼ਨ ਹੈ, ਇਹਦੀ ਕਲਾਕਾਰੀ ਦੀ ਤਾਂ ਕੋਈ ਅੰਤ ਹੀ ਨਹੀਂ ਹੈ। ਫਿਰ ਕੁਦਰਤ ਦੀ ਕ੍ਰੀਏਸ਼ਨ ਹੈ। ਜਿਹੜਾ ਰੱਬ ਨੂੰ ਨਹੀਂ ਵੀ ਮੰਨਦਾ ਉਹਨੂੰ ਵੀ ਸੋਚਣ ਲਈ ਮਜਬੂਰ ਹੋਣਾ ਪੈਂਦਾ ਵੀ ਯਾਰ ਇਹ ਕੀ ਕ੍ਰੀਏਸ਼ਨ ਹੈ, ਕਿੱਦਾਂ ਹੋਇਆ ਹੋਣਾ। ਨਹੀਂ, ਰੱਬ ਦੇ ਨਾਂ ਤੋਂ ਹੀ ਇਨਕਾਰੀ ਨੇ। ਰੱਬ ਤੋਂ ਇਨਕਾਰੀ ਕੋਈ ਨਹੀਂ ਹੋ ਸਕਦਾ। ਰੱਬ ਦਾ ਨਾਂ ਨਹੀਂ ਲੈਣਾ ਚਾਹੁੰਦੇ, ਉਹ ਕੁਦਰਤ ਕਹਿ ਦਿੰਦੇ ਆ। ਹੁਣ ਉਹ ਸਾਇੰਸਦਾਨ ਉਹਨੂੰ ਕੁਝ ਕੁਆਂਟਮ ਫੀਲਡ ਕਹਿਣ ਲੱਗੇ ਜਾਂ ਕੁਆਂਟਮ ਊਰਜਾ ਕਹਿਣ ਲੱਗੇ, ਬ੍ਰਹਮੰਡੀ ਸ਼ਕਤੀ ਕਹਿਣ ਲੱਗੇ।
ਨਾਮ ਕੋਈ ਵੀ ਰੱਖ ਬ੍ਰਹਮ ਹਾਂ ਨਾਂ ਦਾ ਨਹੀਂ ਮਤਲਬ, ਸਵਾਲ ਤਾਂ ਗੁਣਾਂ ਦਾ ਕਿ ਗੁਣ ਕੀ ਨੇ, ਤਾਂ ਉਹ ਗੁਣ ਜਿਹੜੇ ਨੇ ਉਹ ਉਹੀ ਨੇ, ਜੇ ਉਹਨਾਂ ਦੇ ਨਾਂ ਅਲੱਗ-ਅਲੱਗ ਰੱਖ ਲਓ ਤਾਂ ਉਹ ਕਮਾਲ ਦੀ ਕਲਾਕਾਰੀ ਹੈ। ਅਤੇ ਉਹਦੇ ਅੰਦਰ ਜਿਹੜਾ ਸਾਰਾ ਸਿਸਟਮ ਹੈ ਇਹ ਇਮਿਊਨਿਟੀ ਜਦੋਂ ਆਪਾਂ ਕਹਿੰਦੇ ਹਾਂ ਤਾਂ ਇਹਦਾ ਮਤਲਬ ਤੁਹਾਡੀ ਲਿਵਿੰਗਨੈਸ ਸਾਰੀ, ਜੋ ਚੀਜ਼ ਤੁਹਾਡੇ ਅੰਦਰ ਲਿਵਿੰਗ ਹੈ ਉਹ ਚੇਤਨ ਹੈ, ਅਤੇ ਉਹ ਬਾਹਰੋਂ ਕੋਈ ਵੀ ਚੀਜ਼ ਅਗਰ ਮਾੜੀ ਜਾਂਦੀ ਹੈ ਤਾਂ ਉਹਨੂੰ ਰਿਐਕਟ ਕਰ ਸਕਦੀ ਹੈ, ਡਿਫੈਂਡ ਕਰ ਸਕਦੀ ਹੈ ਆਪਣੇ ਆਪ ਨੂੰ, ਉਹ ਸਾਰੀ ਇਮਿਊਨਿਟੀ ਹੈ। ਸੋ ਇਮਿਊਨਿਟੀ ਬੜੀ ਵਾਸਟ ਹੈ, ਬਹੁਤ ਵਾਸਟ ਹੈ। ਉਹਦੇ ਅੰਦਰ ਉਹਦੀ ਟੈਕਨੀਕਲਿਟੀ 'ਚ ਨਾ ਜਾਈਏ ਆਪਾਂ, ਉਹਦੀ ਟੈਕਨੀਕਲਿਟੀ ਜਾਣ ਦਾ ਕੋਈ ਫਾਇਦਾ ਵੀ ਨਹੀਂ ਹੈ। ਸੋ ਉਹ ਇਮਿਊਨ ਸਿਸਟਮ ਦਾ ਕੰਮ ਹੁੰਦਾ ਸਾਨੂੰ ਮਾੜੀ ਚੀਜ਼ ਤੋਂ ਬਚਾਉਣਾ। ਪਰ ਕੁਛ ਵਰਤਾਰਾ ਇਹੋ ਜਿਹਾ ਇਹ ਹੋਇਆ, ਸਾਰਾ ਵਰਤਾਰਾ ਜਿਹੜੇ ਮੈਡੀਸਨ ਦੇ ਹਿਸਟੋਰੀਅਨਸ ਨੇ, ਮੈਡੀਕਲ ਹਿਸਟਰੀ ਇੱਕ ਬ੍ਰਾਂਚ ਹੈ ਪੂਰੀ ਕਿ ਮੈਡੀਕਲ ਹਿਸਟਰੀ ਕਿੱਦਾਂ ਡਿਵੈਲਪ ਹੋਈ। ਤਾਂ ਮੈਡੀਕਲ ਹਿਸਟਰੀ ਦੇ ਅੰਦਰ ਇਹਦਾ ਜਿਹੜਾ ਵਰਣਨ ਆਉਂਦਾ ਕਿ 1950 ਤੋਂ ਬਾਅਦ ਇਹ ਵਰਤਾਰਾ ਬਹੁਤ ਤੇਜ਼ੀ ਨਾਲ ਵਧਿਆ ਆਟੋਇਮਿਊਨਿਟੀ ਦਾ। 1950 ਤੋਂ ਪਹਿਲਾਂ ਆਟੋਇਮਿਊਨ ਡਿਸਆਰਡਰ ਬੜੇ ਰੇਅਰ ਸੀਗੇ ਲੇਕਿਨ ਬਹੁਤ ਘੱਟ ਸੀਗੇ। 1950 ਤੋਂ ਬਾਅਦ ਤਾਂ ਮਤਲਬ ਛਾਲਾਂ ਮਾਰ ਕੇ ਵਧਿਆ, ਔਰ ਅਜੇ ਤੱਕ ਵੀ ਵਧੀ ਜਾ ਰਿਹਾ, ਕਿ ਹੁਣ ਮਤਲਬ ਜਿਹਨੂੰ ਕਹਿੰਦੇ ਆਟੋਇਮਿਊਨ ਡਿਸਆਰਡਰ ਜਿਹੜੇ ਨੇ ਉਹ ਬਹੁਤ ਵੱਡੀ ਮਹਾਂਮਾਰੀ ਦੀ ਸ਼ਕਲ ਅਖਤਿਆਰ ਕਰਦੇ ਜਾ ਰਹੇ ਆ। ਸੋ ਇਹ ਇੱਕ ਤਾਂ ਇਹ ਸੋਚਣ ਵਾਲੀ ਗੱਲ ਹੈ ਵੀ ਕਿਉਂ ਮਹਾਂਮਾਰੀ ਦੀ ਸ਼ਕਲ ਅਖਤਿਆਰ ਕਰਕੇ ਸਾਰਾ ਵਰਤਾਰਾ ਕਿੰਨੇ ਚਿਰ ਦਾ, 50 ਸਾਲ ਅਤੇ 20-70 ਸਾਲ ਦਾ, ਮਤਲਬ ਆਜ਼ਾਦੀ ਤੋਂ ਬਾਅਦ ਦਾ ਹੀ ਸਾਰਾ ਕੰਮ ਹੋਇਆ। ਹਾਂ 1950 ਤੋਂ ਬਾਅਦ ਹੋਇਆ ਸਾਰਾ ਜਦੋਂ ਸਾਡੇ ਸਮਾਜ ਦੇ ਅੰਦਰ ਕੈਮੀਕਲ ਦਾ ਵਰਤਾਰਾ ਵਧਿਆ, ਬਹੁਤ ਜ਼ਿਆਦਾ ਮੈਸਿਵ ਹੋਇਆ। ਕੈਮੀਕਲ ਦਾ ਵਰਤਾਰਾ ਇੰਗਲੈਂਡ ਪਹਿਲਾਂ ਭੁਗਤ ਚੁੱਕਿਆ ਸੀਗਾ ਇੰਡਸਟਰੀਲਾਈਜੇਸ਼ਨ ਦੇ ਉਹਦੇ 'ਚ ਪ੍ਰੋਸੈਸ 'ਚ, ਉਹ ਬਹੁਤ ਅਰਲੀ ਭੁਗਤ ਚੁੱਕਿਆ ਸੀਗਾ। ਲੇਕਿਨ ਉਹ ਫੋਰਚੂਨੇਟ ਕਹਿ ਲਓ, ਅਨਫੋਰਚੂਨੇਟ ਕਹਿ ਲਓ ਕਿ ਉਹਨਾਂ ਦਾ ਸਟਾਈਲ ਜਿਹੜਾ ਸੀਗਾ ਉਹ ਬੜਾ ਡਿਫਰੈਂਟ ਸੀਗਾ। ਉਹ ਬਾਹਰੋਂ ਰਾ ਮਟੀਰੀਅਲ ਲੈ ਜਾਂਦੇ ਸੀਗੇ, ਆਪਾਂ ਹਿੰਦੁਸਤਾਨ 'ਚ ਵੀ ਇਹੀ ਕਹਿੰਦੇ ਨਾ ਵੀ ਰਾ ਮਟੀਰੀਅਲ ਸਾਡਾ ਲੁੱਟ ਕੇ ਲੈ ਜਾਂਦੇ ਸੀਗੇ, ਚੀਜ਼ਾਂ ਬਣਾਉਂਦੇ ਸੀਗੇ ਅਤੇ ਫਿਰ ਸਾਨੂੰ ਲਿਆ ਕੇ ਵੇਚ ਦਿੰਦੇ ਸੀ। ਇਹ ਉਹਨਾਂ ਦਾ ਸਟਾਈਲ ਸੀਗਾ। ਇੰਡਸਟਰੀ ਬਾਹਰ ਨਹੀਂ ਸੀ ਲੈ ਕੇ ਜਾਂਦੇ ਉਹ। ਲੇਕਿਨ ਉਸ ਤੋਂ ਬਾਅਦ ਜਿਹੜਾ 20th ਸੈਂਚਰੀ ਤੋਂ ਜਿਹੜਾ ਵਰਤਾਰਾ ਸ਼ੁਰੂ ਹੋਇਆ ਕਿ ਇੰਡਸਟਰੀ ਉਹਨਾਂ ਨੇ ਬਾਹਰ ਮੂਵ ਕਰਨੀ ਸ਼ੁਰੂ ਕਰਤੀ, ਕੈਮੀਕਲ ਬਾਹਰ ਮੂਵ ਕਰਨੇ ਸ਼ੁਰੂ ਕਰਤੇ। ਤਾਂ ਉਹ ਜਿਹੜਾ ਵਰਤਾਰਾ ਹੋਇਆ ਉਹ ਮਿਡ 20th ਸੈਂਚਰੀ ਤੋਂ ਜ਼ਿਆਦਾ ਹੋਇਆ ਵੱਡੇ ਪੱਧਰ 'ਤੇ। ਸ਼ੁਰੂ ਪਹਿਲਾਂ ਹੋ ਗਿਆ ਸੀਗਾ, ਇਹ ਨਹੀਂ ਵੀ ਸ਼ੁਰੂ ਹੀ ਉਦੋਂ ਹੋਇਆ, ਪਰ ਬਹੁਤ ਥੋੜ੍ਹਾ ਸੀਗਾ। ਅਤੇ ਜਿਹੜਾ ਬਹੁਤ ਵੱਡੇ ਪੱਧਰ 'ਤੇ ਹੋਇਆ, ਜਿਹੜਾ ਉਹਦੇ ਅੰਦਰ ਫਿਰ ਮੈਸਿਵਲੀ ਕੈਮੀਕਲਸ ਆਏ, ਬੜੇ ਬਹੁਤ ਖਤਰਨਾਕ ਕਿਸਮ ਦੇ ਕੈਮੀਕਲਸ ਨੇ। ਉਹ ਚਾਹੇ ਐਗਰੋ ਕੈਮੀਕਲ ਦੀ ਸ਼ਕਲ 'ਚ ਆਏ, ਚਾਹੇ ਪੈਟਰੋਲੀਅਮ ਪ੍ਰੋਡਕਟ ਦੀ। ਹੁਣ ਪੈਟਰੋਲੀਅਮ ਪ੍ਰੋਡਕਟਸ ਕਿੰਨਾ ਕੁ ਵਰਤੇ ਸੀਗੇ ਆਪਾਂ ਪਹਿਲਾਂ, ਮੈਨੂੰ ਅੱਜ ਵੀ ਯਾਦ ਹੈ। ਮਿੱਟੀ ਦਾ ਤੇਲ ਉਹਦੇ 'ਤੇ ਮਿਲਦਾ ਹੁੰਦਾ ਸੀ ਕਾਰਡ 'ਤੇ, ਲਿਮਟਡ ਜੀ ਕੁਆਂਟਿਟੀ ਡਿਪੂਆਂ 'ਚ ਆਉਂਦਾ ਹੁੰਦਾ ਸੀਗਾ, ਅਤੇ ਡਿਪੂਆਂ 'ਚ ਜਾ ਕੇ ਕਾਰਡ 'ਤੇ ਤੁਸੀਂ ਲੈ ਕੇ ਆਉਂਦੇ ਸੀਗੇ। ਔਰ ਵਿਰਲਾ ਬੰਦਾ ਜਿਹੜਾ ਆਪਣੇ ਆਪ ਨੂੰ ਬੜਾ ਸਫਿਸਟੀਕੇਟਡ ਸਮਝਦਾ ਸੀ, ਉਹ ਸਟੋਵ ਬਾਲਦਾ ਹੁੰਦਾ ਸੀ। ਨਹੀਂ ਬਹੁਤੇ ਲੋਕ ਤਾਂ ਚੁੱਲ੍ਹਾ ਬਾਲਦੇ ਸੀ, ਪਾਥੀਆਂ ਵਾਲਾ ਅਤੇ ਲੱਕੜਾਂ ਵਾਲਾ ਅਤੇ ਛਟੀਆਂ ਵਾਲਾ। ਹੁਣ ਸਾਡੀ ਤਾਂ ਛਟੀਆਂ ਵਾਲੀ ਬੈਲਟ ਸੀਗੀ, ਤਾਂ ਅਸੀਂ ਤਾਂ ਨਰਮੇ ਦੀ ਛਟੀਆਂ ਨਾਲ ਨਰਮੇ ਛਟੀਆਂ ਸਟੋਰ ਕਰ ਲੈਂਦੇ ਸੀਗੇ। ਉਹ ਸਾਰਾ ਸਾਲ ਛਟੀਆਂ ਦੀ ਅੱਗੇ ਚੱਲਦੀ ਸੀ, ਵਿੱਚ ਮਾੜੀ ਮੋਟੀ ਲੱਕੜ ਲੁਕੜ ਕਦੀ ਆ ਗਈ, ਪਾਥੀਆਂ ਆ ਗਈਆਂ। ਹਾਂ, ਸੋ ਬੜੀ ਕਮਾਲ ਦੀ ਉਹ ਸੀਗੀ। ਤਾਂ ਛਟੀਆਂ ਇਕੱਲੀਆਂ ਸਾਨੂੰ ਉੱਥੇ ਛਟੀਆਂ ਵਾਲੀ ਬੈਲਟ ਦੇ ਅੰਦਰ ਤਾਂ ਛਟੀਆਂ ਹੀ ਹੁੰਦੀਆਂ ਸੀ। ਛਟੀਆਂ ਉਹ ਵੱਡਾ ਵਿਹੜਾ ਹੁੰਦਾ ਸੀਗਾ, ਉਹ ਛਟੀਆਂ ਘਰ ਦਾ ਇੱਕ ਪਾਸਾ ਉਹ ਛਟੀਆਂ ਦੇ ਪਹਾੜ ਨਾਲ ਪਿਆ ਹੁੰਦਾ ਸੀਗਾ ਵੀ ਚਲੋ ਛਟੀਆਂ ਚੱਕੀਆਂ ਚਾਰ ਅਤੇ ਚੁੱਲ੍ਹਾ ਬਾਲਿਆ ਅਤੇ ਕੰਮ ਕਰ ਲਿਆ। ਅਤੇ ਸੋ ਇਸ ਕਰਕੇ ਉਹ ਚੁੱਲ੍ਹਾ ਕੋਈ ਸਾਰਾ ਦਿਨ ਬਲਦਾ ਵੀ ਨਹੀਂ ਸੀ ਰਹਿੰਦਾ ਹੁੰਦਾ। ਚੁੱਲ੍ਹਾ ਸੀਮਿਤ ਸਮੇਂ 'ਤੇ ਬਲਦਾ ਸੀਗਾ, ਦਿਨ 'ਚ 2 ਵਾਰੀ ਬਲਣਾ ਹੁੰਦਾ ਸੀ ਉਹਨੇ। ਅਤੇ ਉਹੀ ਘੰਟਾ 2 ਘੰਟੇ ਬਾਲ ਕੇ ਅਤੇ ਉਹ ਗੱਲ ਜਿਹੜੀ ਆ ਹੋ ਜਾਂਦੀ ਸੀ। ਹਾਰਾ ਬਲਦਾ ਸੀ ਲੰਬਾ ਸਮਾਂ, ਉਹ ਪਾਥੀਆਂ 'ਤੇ ਹੁੰਦਾ ਸੀ, ਪਾਥੀਆਂ ਹੁੰਦੀਆਂ ਸੀਗੀਆਂ। ਤਾਂ ਸੋ ਇਹ ਵਰਤਾਰਾ ਜਿਹੜਾ ਸਾਰਾ ਕੈਮੀਕਲ ਦਾ ਵਰਤਾਰਾ ਆਇਆ, ਚਾਹੇ ਉਹ ਆਇਲ ਇੰਡਸਟਰੀ ਆਈ, ਚਾਹੇ ਉਹ ਕੈਮੀਕਲਸ ਐਗਰੋ ਕੈਮੀਕਲਸ ਆਏ, ਜਾਂ ਇੰਡਸਟਰੀਅਲ ਕੈਮੀਕਲਸ ਆਏ, ਜਾਂ ਫਿਰ ਜਿਹੜੀਆਂ ਗੁੱਡਸ ਇਹੋ ਜਿਹੀਆਂ ਆਈਆਂ ਜਿਹਨਾਂ ਦੇ ਵਿੱਚ ਥੋਕ 'ਚ ਕੈਮੀਕਲ ਯੂਜ਼ ਹੁੰਦਾ ਸੀਗਾ, ਉਹ ਸਾਰੇ ਆਏ। ਅਤੇ ਇਸ ਸਾਰਾ ਹੀ 70-80 ਸਾਲ ਦਾ 100 ਸਾਲ ਦਾ ਫਿਨੋਮੀਨਾ ਮਸਾਂ ਹੈਗਾ ਕਿ 100 ਸਾਲ ਦੇ ਵਿੱਚ ਅਸੀਂ ਕੁਛ ਦਾ ਕੁਛ ਕਰਤਾ। ਉਹਦੇ 'ਚ ਅਸੀਂ ਮਤਲਬ ਜਿਹੜਾ ਕੈਮੀਕਲ ਨਾਲ ਭਰਤੀ ਧਰਤੀ, ਪੂਰੀ ਧਰਤੀ ਕੀ ਪਾਣੀ ਕੀ ਹਵਾ ਕੀ, ਜੋ ਮਤਲਬ ਸਾਰਾ ਭਰ ਦਿੱਤੇ ਹਵਾ ਪਾਣੀ ਧਰਤੀ। ਉਹ ਹਵਾ ਪਾਣੀ ਧਰਤੀ ਜਦੋਂ ਭਰ ਦਿੱਤੇ ਤਾਂ ਹੁਣ ਇਹ ਸਮਝ ਆ ਰਹੀ ਹੈ ਵੀ ਜਿਹੜੇ ਹਵਾ ਪਾਣੀ ਧਰਤੀ ਦੇ ਅੰਦਰ ਜ਼ਹਿਰ ਆ ਜਾਂਦੇ ਆ ਜਦੋਂ, ਤਾਂ ਉਹ ਜਦੋਂ ਜ਼ਹਿਰ ਸਾਡੇ ਅੰਦਰ ਜਾਂਦੇ ਆ ਤਾਂ ਸਾਡੇ ਇਮਿਊਨਿਟੀ ਸਿਸਟਮ ਨੂੰ ਕਨਫਿਊਜ਼ ਕਰਦੇ ਆ। ਉਹ ਸਾਡੇ ਪ੍ਰੋਟੀਨਸ ਨਾਲ ਮਿਲ ਜਾਂਦੇ ਆ, ਜਾ ਕੇ ਪ੍ਰੋਟੀਨਸ ਦੀ ਨੇਚਰ ਚੇਂਜ ਹੋ ਜਾਂਦੀ ਹੈ। ਉਹਨੂੰ ਸਰੀਰ ਨੂੰ ਸਮਝ ਨਹੀਂ ਆਉਂਦੀ ਵੀ ਇਹ ਮੈਂ ਕਿਸੇ ਦੁਸ਼ਮਣ ਨਾਲ ਡੀਲ ਕਰ ਰਿਹਾ ਕਿ ਦੋਸਤ ਨਾਲ। ਸਾਡੇ ਜਿਹੜੇ ਜਸੂਸ ਹੁੰਦੇ ਆ
ਉਹ ਆਪ ਹੀ ਕਨਫਿਊਜ਼ ਹੋ ਜਾਂਦੇ ਆ ਵੀ ਕੌਣ ਹੈ ਇਹ, ਵੀ ਦੋਸਤ ਹੈ ਕਿ ਦੁਸ਼ਮਣ ਹੈ। ਕਿਉਂਕਿ ਉਹ ਜਿਹੜਾ ਕੈਮੀਕਲ ਦਾ ਵਰਤਾਰਾ ਤਾਂ ਪਹਿਲਾਂ ਹੈ ਨਹੀਂ ਸੀਗਾ, ਉਹ ਪੀੜ੍ਹੀ ਦਰ ਉਹੀ ਫੂਡ ਸਾਡੇ ਅੰਦਰ ਜਾਂਦਾ ਸੀਗਾ, ਉਹੀ ਹਵਾ ਦੇ ਕੈਮੀਕਲ ਸੀ, ਉਹੀ ਪਾਣੀ ਦੇ ਸੀਗੇ। ਤੋ ਇੱਕ ਸਰੀਰ ਸਾਡੇ ਟ੍ਰੇਨਡ ਹੁੰਦਾ ਸੀਗਾ ਅਤੇ ਉਹਨੂੰ ਸਭ ਪਤਾ ਹੁੰਦਾ ਸੀ ਵੀ ਆਹ ਕੌਣ ਆਇਆ। ਲੇਕਿਨ ਜਦੋਂ ਇਹ ਬਹੁਤ ਤੇਜ਼ੀ ਨਾਲ ਵਰਤਾਰਾ ਬਦਲਿਆ ਔਰ ਬਦਲਿਆ ਹੀ ਨਹੀਂ, ਨਵੇਂ ਤੋਂ ਨਵੇਂ ਹਜ਼ਾਰਾਂ ਲੱਖਾਂ ਕੈਮੀਕਲ ਆ ਗਏ। ਮਤਲਬ ਉਹ ਵੀ ਨਹੀਂ ਵੀ ਤੂੰ ਇੱਕ ਬਦਲ ਗਿਆ, ਚੱਲ ਸਰੀਰ ਨੂੰ ਮੌਕਾ ਤਾਂ ਦਿਓ ਸੰਭਲਣ ਦਾ, ਵੀ ਉਹਨੂੰ ਸਮਝ ਆਵੇ ਵੀ ਕੀ ਹੈ ਇਹ। ਤਾਂ ਉਹ ਵੀ ਨਹੀਂ ਹੋਇਆ। ਉਹ ਹਰ ਰੋਜ਼ ਇੱਕ ਕੈਮੀਕਲ, ਫਿਰ ਦੂਜਾ, ਫਿਰ ਤੀਜਾ, ਫਿਰ ਚੌਥਾ, ਫਿਰ ਪੰਜਵਾਂ, ਮਤਲਬ ਬਦਲੀ ਜਾਂਦੇ ਆ। ਉਹ ਸਰੀਰ ਨੂੰ ਸਮਝ ਨਹੀਂ ਆਉਂਦੀ। ਤਾਂ ਉਹਦੇ ਨਾਲ ਕੀ ਹੋਇਆ ਕਿ ਸਰੀਰ ਦਾ ਇਮਿਊਨਿਟੀ ਸਿਸਟਮ ਜਿਹੜਾ ਡਿਸਓਰੀਐਂਟ ਹੋ ਗਿਆ। ਅਤੇ ਜਦੋਂ ਉਹਦੇ 'ਤੇ ਜਿਹੜੀ ਚੀਜ਼ ਬਾਹਰੋਂ ਆਈ ਹੈ ਉਹਦੇ ਉੱਪਰ ਜਦੋਂ ਕੋਈ ਉਹ ਅਟੈਕ ਕਰਦਾ ਤਾਂ ਉਹ ਕਨਫਿਊਜ਼ ਹੋ ਜਾਂਦਾ ਵੀ ਇਹ ਕੀ ਹੈ। ਤਾਂ ਫਿਰ ਉਹ ਆਪਣੇ ਨੂੰ ਵਿੱਚੇ ਕਰੀ ਜਾਂਦਾ, ਕਿਉਂਕਿ ਉਹ ਕੈਮੀਕਲ ਜਿਹੜੇ ਨੇ ਉਹ ਆ ਕੇ ਜਾਂ ਤਾਂ ਸਾਡੇ ਪ੍ਰੋਟੀਨ ਦੇ ਨਾਲ ਮਿਲ ਕੇ ਸਾਡੇ ਪ੍ਰੋਟੀਨ ਨੂੰ ਖਰਾਬ ਕਰ ਰਹੇ ਆ, ਅਤੇ ਸਾਡੇ ਬਾਡੀ ਦੇ ਇਮਿਊਨਿਟੀ ਸਿਸਟਮ ਨੂੰ ਇਹ ਨਹੀਂ ਸਮਝ ਆ ਰਹੀ ਵੀ ਇਹ ਪ੍ਰੋਟੀਨ ਮੇਰਾ ਕਿ ਨਹੀਂ ਮੇਰਾ। ਤਾਂ ਉਹਦੇ ਨਾਲ ਮਿਲਦਾ, ਉਹਨੂੰ ਉਹ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ, ਤਾਂ ਫਿਰ ਡੈਮੇਜ ਕਰ ਦਿੰਦਾ ਸਾਡੇ ਆਪਣੇ ਸੈਲਸ ਨੂੰ। ਤਾਂ ਇਹ ਆਟੋਮਿਊਨਿਟੀ ਦਾ ਫਿਨੋਮੀਨਾ ਉਹਦੇ ਅੰਦਰ ਦੇਖੋ, ਡਿਜ਼ੀਜ਼ ਦੀ ਕਿੱਡੀ 80 ਬਿਮਾਰੀਆਂ ਨੇ ਜਿਹੜੀਆਂ ਵੈਲ ਨੋਨ ਡਿਜ਼ੀਜ਼ ਨੇ। ਆਹ 21-22 ਦੀ ਲਿਸਟ ਤਾਂ ਮੈਂ ਬੈਠੇ ਬਣਾ ਲਈ। ਉਹ ਕਈ ਬਿਮਾਰੀਆਂ ਲੋਕਾਂ ਨੇ ਸੁਣੀਆਂ ਹੋਣਗੀਆਂ। ਸੀਲੀਅਕ ਡਿਜ਼ੀਜ਼ ਹੈ, ਐਡੀਸਨਸ ਡਿਜ਼ੀਜ਼ ਹੈ, ਮੈਟੋਮਾਇਓਸਾਈਟਸ ਹੈ, ਗ੍ਰੇਵਜ਼ ਡਿਜ਼ੀਜ਼ ਹੈ, ਹੈਸ਼ੀਮੋਟੋਸ ਥਾਇਰਾਇਡਾਈਟਿਸ ਹੈ, ਮਲਟੀਪਲ ਸਕਲੋਸਿਸ ਹੈ, ਮਾਇਸਥੀਨੀਆ ਗ੍ਰੇਵਿਸ ਹੈ, ਪਰਨੀਸ਼ੀਅਸ ਅਨੀਮੀਆ ਹੈ, ਤੁਹਾਡਾ ਰਿਐਕਟਿਵ ਆਰਥਰਾਈਟਿਸ ਹੈ, ਰੂਮੇਟਾਇਡ ਆਰਥਰਾਈਟਿਸ ਹੈ, ਜਿਹੜੀ ਸਪੌਂਡਲੋਸਿਸ ਹੈ, ਜੋਗਨ ਸਿੰਡਰੋਮ ਹੈ, SLE ਹੈ, ਟਾਈਪ 1 ਡਾਇਬਟੀਜ਼, ਬੱਚਿਆਂ ਵਾਲੀ ਡਾਇਬਟੀਜ਼ ਹੈ, ਐਂਕਾਲੋਜਿੰਗ ਸਪੌਂਡਲਾਈਟਿਸ ਹੈ, ਐਲੋਪੇਸ਼ੀਆ ਰੈਟਾ, ਸਿਰ 'ਚ ਉਹ ਪੈਚਿਸ ਜਿਹੀਆਂ ਹੋਣ ਲੱਗ ਜਾਂਦੀਆਂ ਨੇ, ਗੰਜੇਪਣ ਦੀਆਂ ਪੈਚਿਸ ਜਿਹੀਆਂ ਹੋਣ ਲੱਗ ਜਾਂਦੀਆਂ। ਥ੍ਰੋਮਬੋਐਂਬੋਲਿਕ ਫਿਨੋਮੀਨਾ ਜਿਹੜਾ ਹੁਣ ਕਹਿੰਦੇ ਆ ਵੱਧ ਗਿਆ ਬਹੁਤ ਜ਼ਿਆਦਾ ਵੈਕਸੀਨੇਸ਼ਨ ਤੋਂ ਬਾਅਦ। ਥ੍ਰੋਮਬੋਐਂਬੋਲ ਇਹ ਵੀ ਹੁਣ ਇਹ ਅੱਜ ਕੱਲ੍ਹ ਹੁਣ ਨਵਾਂ ਸ਼ੁਰੂ ਹੋ ਗਿਆ ਕਿ ਜਿਹੜਾ ਟੀਕਾਕਰਨ ਦੇ ਵਿੱਚ ਸਪਾਈਕ ਪ੍ਰੋਟੀਨ ਪਾਇਆ ਗਿਆ, mRNA ਪਾਇਆ ਗਿਆ। mRNA ਨੇ ਉਹ ਜਿਹੜਾ ਪ੍ਰੋਟੀਨ ਬਣਾਇਆ ਸਪਾਈਕ ਪ੍ਰੋਟੀਨ ਜਾ ਕੇ ਆਟੋਮਿਊਨਿਟੀ ਦਾ ਰੂਟ ਕਾਜ਼ ਬਣ ਰਿਹਾ। ਇਹ ਵੀ ਗੱਲ ਆ ਰਹੀ ਹੈ ਹੁਣ। ਅਤੇ ਉਸ ਤੋਂ ਬਾਅਦ ਆ ਗਿਆ ਤੁਹਾਡਾ ਆਰਥਰਾਈਟਿਸ ਹੈ, ਸੋਰੀਆਸਿਸ, ਕਿੰਨੀਆਂ ਬਿਮਾਰੀਆਂ ਨੇ, ਐਗਜ਼ੀਮਾ ਹੈ, ਉਹ ਤੁਹਾਡੀ ਫਲਵੈਰੀ ਹੈ, ਫਾਈਬਰੋਮਾਈਲਜੀਆ ਹੈ। ਸੋ ਸਾਰੇ ਕਿਤੇ ਨਾ ਕਿਤੇ ਅੱਛਾ ਹੁਣ ਉਹ ਗੱਠਾਂ ਬਣ ਜਾਂਦੀਆਂ ਸਰੀਰ 'ਚ, ਗੱਠਾਂ ਬਣ ਜਾਂਦੀਆਂ, ਉਹ ਵੀ ਕਿਤੇ ਨਾ ਕਿਤੇ ਆਟੋਮਿਊਨਿਟੀ ਨਾਲ ਜੁੜ ਰਹੀਆਂ ਨੇ। ਹਾਂ, ਅਤੇ ਸੋ ਇਹ ਸਾਰੇ ਦਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਆਟੋਮਿਊਨ ਬਿਮਾਰੀਆਂ ਦਾ ਜਿਹੜਾ ਕਿ ਬਹੁਤ ਲਗਾਤਾਰ ਵਧੀ ਜਾ ਰਿਹਾ। ਔਰ ਇੰਨੀਆਂ ਖਤਰਨਾਕ ਬਿਮਾਰੀਆਂ ਨੇ ਇਹ ਕਿ ਇਹ ਇੱਕ ਵਾਰੀ ਚਿੰਬੜਦੀਆਂ ਤਾਂ ਫਿਰ ਇਹ ਲਗਾਤਾਰ ਵਧੀ ਜਾਂਦੀਆਂ ਨੇ। ਔਰ ਆਟੋਮਿਊਨਿਟੀ ਦੇ ਅੰਦਰ ਜਿਹੜਾ ਬਹੁਤ ਹੀ ਖਤਰਨਾਕ ਗੱਲ ਹੈ ਕਿ ਆਟੋਮਿਊਨ ਬਿਮਾਰੀ ਇੱਕ ਅੰਗ 'ਚ ਦਿਖ ਰਹੀ ਹੁੰਦੀ ਹੈ। ਸਪੋਜ਼ ਆਪਣੀ ਜਿਹੜੀ ਫਲਵੈਰੀ ਹੈ ਉਹ ਦਿਖ ਤਾਂ ਰਹੀ ਹੈ ਚਮੜੀ 'ਤੇ, ਲੇਕਿਨ ਇਕੱਲਾ ਚਮੜੀ ਨੂੰ ਨਹੀਂ ਅਸਰ ਪਾ ਰਹੀ, ਉਹ ਸਾਰੇ ਇਕੱਲੇ ਅੰਗ ਨੂੰ ਉਹ ਡੈਮੇਜ ਕਰ ਰਹੀ ਹੈ। ਉਹ ਹਾਰਟ ਨੂੰ ਵੀ ਕਰ ਰਹੀ ਹੈ, ਕਿਡਨੀ ਨੂੰ ਵੀ ਕਰ ਰਹੀ, ਲੇਕਿਨ ਉਹ ਥੋੜ੍ਹੇ ਪਿੱਛੇ ਨੇ, ਚਮੜੀ ਪਹਿਲਾਂ ਦਿਖ ਗਈ। ਇਸ ਤਰ੍ਹਾਂ ਸੋਰੀਆਸਿਸ ਹੈ। ਹੁਣ ਸੋਰੀਆਸਿਸ 'ਚ ਵੈਲ ਨੋਨ ਹੈ ਕਿ ਸੋਰੀਆਸਿਸ ਪਹਿਲਾਂ ਸਕਿਨ 'ਤੇ ਆਉਂਦੀ ਹੈ, ਫਿਰ ਜੋੜਾਂ ਨੂੰ ਮਾਰ ਕਰਦੀ ਹੈ, ਫਿਰ ਹਾਰਟ ਤੱਕ ਪਹੁੰਚਦੀ ਹੈ। ਤਾਂ ਇਸੇ ਤਰ੍ਹਾਂ ਜਿਹੜੀ ਜਿੰਨੀਆਂ ਵੀ ਇਹ ਆਟੋਮਿਊਨ ਡਿਸਆਰਡਰ ਨੇ, ਇਹ ਕਿਸੇ ਇੱਕ ਥਾਂ 'ਤੇ ਲੋਕਲਾਈਜ਼ ਨਾ ਹੋ ਕੇ ਸਾਰੀ ਦੀ ਸਾਰੀ ਬਾਡੀ ਦੇ ਸਾਰੇ ਅੰਗਾਂ ਨੂੰ, ਸਾਡੇ ਨਰਵਸ ਸਿਸਟਮ, ਬ੍ਰੇਨ ਤੱਕ ਪੂਰਾ ਸਰਵਨਾਸ਼ ਕਰ ਰਹੇ ਹੁੰਦੇ ਆ, ਜਿਹਨੂੰ ਕਹਿੰਦੇ ਇਹਨਾਂ ਦਾ ਅੱਤਵਾਦੀਆਂ ਵਾਲਾ ਕੰਮ ਹੈ ਪੂਰਾ। ਜਿੱਥੇ ਵੀ ਉਹ ਜਾਏਗਾ ਪ੍ਰੋਟੀਨ, ਮੋਡੀਫਾਈਡ ਪ੍ਰੋਟੀਨ ਜਾਂ ਕੈਮੀਕਲ, ਉੱਥੇ ਹੀ ਉਹ ਸਾਰੇ ਜਿਹੜੇ ਸੈੱਲ ਨੇ ਡੈਮੇਜ ਹੋ ਜਾਂਦੇ ਆ। ਤਾਂ ਅਲਟੀਮੇਟਲੀ ਬੰਦਾ ਜਿਹੜਾ ਉਹ ਵਿਚਾਰਾ ਅੱਧੀ ਅਧੂਰੀ ਜ਼ਿੰਦਗੀ ਜਿਉ ਰਿਹਾ ਹੁੰਦਾ, ਬਿਮਾਰ ਦਾ ਬਿਮਾਰ, ਪੈਸੇ ਖਰਚ ਹੋਈ ਜਾ ਰਹੇ ਆ, ਪਰਿਵਾਰ ਤਾਂ ਡਿਸਟਰਬਡ ਹੈ, ਅਤੇ ਅਲਟੀਮੇਟਲੀ ਉਹਦੀ 10, 20, 30 ਸਾਲ 40 ਸਾਲ ਉਮਰ ਘੱਟ ਜਾਂਦੀ ਹੈ। ਤਾਂ ਇਹ ਸਾਰਾ ਵਰਤਾਰਾ ਜਿਹੜਾ ਕਿਤੇ ਨਾ ਕਿਤੇ ਅੱਜ ਕੱਲ੍ਹ ਲਿਵਰ ਖਰਾਬ ਹੋ ਰਿਹਾ ਬਹੁਤ ਜ਼ਿਆਦਾ ਮੈਸਿਵਲੀ, ਇਹ ਵੀ ਕਿਤੇ ਨਾ ਕਿਤੇ ਆਟੋਮਿਊਨਿਟੀ ਨਾਲ ਜੁੜ ਰਿਹਾ। ਕਿਡਨੀ ਖਰਾਬ ਹੋ ਰਹੀਆਂ ਨੇ, ਇਹ ਵੀ ਆਟੋਮਿਊਨਿਟੀ ਨਾਲ ਜੁੜ ਰਹੀਆਂ ਨੇ। ਕਾਫੀ ਸਾਰੀ ਜਿਹੜੇ ਕਿਡਨੀ ਦੇ ਡਿਸਆਰਡਰ ਨੇ ਉਹ ਆਟੋਮਿਊਨ ਨੇ। ਤਾਂ ਇਹ ਸਾਰਾ ਦਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਆਟੋਮਿਊਨਿਟੀ ਦਾ ਵਰਤਾਰਾ ਹੈ। ਆਟੋਮਿਊਨਿਟੀ 'ਚ ਇੱਕ ਗੱਲ ਜਿਹੜੀ ਆਪਾਂ ਨੂੰ ਯਾਦ ਰੱਖਣੀ ਜਿਹੜੀ ਬਹੁਤ ਜ਼ਰੂਰੀ ਹੈ, ਜਿਹੜੀ ਵੈਸੇ ਤਾਂ ਆਪਾਂ ਪਹਿਲਾਂ ਵੀ ਕਈ ਵਾਰੀ ਕਰ ਚੁੱਕੇ ਹਾਂ, ਕਿ ਪ੍ਰੋਟੀਨਸ ਜਿਹੜੇ ਨੇ, ਜੋ ਤੁਸੀਂ ਕੋਈ ਵੀ ਪ੍ਰੋਟੀਨ ਜਿਹੜਾ ਤੁਸੀਂ ਖਾਣਾ ਹੈ, ਉਹ ਪ੍ਰੋਟੀਨ ਜਲਦੀ ਬਦਲਣਾ ਨਹੀਂ ਚਾਹੀਦਾ। ਕਿਉਂ ਤੁਹਾਡੇ ਕੁਦਰਤ ਤੁਸੀਂ ਉਹ ਖਾਣਾ ਹੈ, ਉਸ ਪ੍ਰੋਟੀਨ ਨੇ ਅੰਦਰ ਜਾ ਕੇ ਟੁੱਟਣਾ
ਤੇ ਸਰੀਰ ਕੋਲ ਅਗਰ ਉਹਨੂੰ ਤੋੜਨ ਦਾ ਮੈਕੈਨਿਜ਼ਮ ਨਾ ਹੋਇਆ ਤਾਂ ਉਹ ਧੱਕੇ ਨਾਲ ਸਰੀਰ ਬਿਨਾਂ ਟੁੱਟੇ ਜਾਂ ਅੱਧ ਟੁੱਟੇ ਅੰਦਰ ਲੰਘਣ ਦੀ ਕੋਸ਼ਿਸ਼ ਕਰੇਗਾ, ਖੂਨ 'ਚ ਜਾਣ ਦੀ ਕੋਸ਼ਿਸ਼ ਕਰੇਗਾ, ਜਿਹੜੀ ਕਿ ਅਲਟੀਮੇਟਲੀ ਨੁਕਸਾਨ ਕਰੇਗੀ। ਕਿਉਂਕਿ ਸਪੋਜ਼ ਅਸੀਂ ਕਿਸੇ ਪਰਟੀਕੂਲਰ ਫਸਲ ਦਾ ਕਣਕ ਦੀ ਉਦਾਹਰਨ ਆਪਾਂ ਲੈ ਲਈਏ। ਕਣਕ ਦੀ ਉਦਾਹਰਨ ਇਸ ਵੇਲੇ ਸਭ ਤੋਂ ਜਿਹੜੀ ਉਹ ਦਿਖ ਰਹੀ ਹੈ ਕਿ ਜਿਹੜੀ ਪੁਰਾਣੀ ਕਣਕ ਸੀਗੀ ਉਹ ਇੱਕ ਖਾਸ ਕਿਸਮ ਦਾ ਪ੍ਰੋਟੀਨ ਸੀ ਉਹਦਾ। ਜਦੋਂ ਆਪਾਂ ਕਣਕ ਖਾਂਦੇ ਸੀਗੇ ਤਾਂ ਸਾਡੇ ਅੰਤੜੀਆਂ ਜਾਂਦੀ ਸੀ, ਅੰਤੜੀਆਂ 'ਚ ਕਣਕ ਦਾ ਪ੍ਰੋਟੀਨ ਟੁੱਟ ਜਾਂਦਾ ਸੀਗਾ। ਪ੍ਰੋਟੀਨ ਉੱਦਾਂ ਹੀ ਹੁੰਦਾ ਜਿੱਦਾਂ ਮਾਲਾ ਹੁੰਦੀ ਹੈ, ਮਾਲਾ ਦੇ ਮਣਕੇ ਅਲੱਗ-ਅਲੱਗ ਰੰਗ ਦੇ ਮਲਕੇ ਨੇ, ਕੋਈ ਨੀਲਾ, ਕੋਈ ਪੀਲਾ, ਕੋਈ ਲਾਲ ਹੈ, ਕੋਈ ਕਿਤੇ, ਅਤੇ ਅਲੱਗ-ਅਲੱਗ ਰੰਗ ਦੇ ਮਲਕਿਆਂ ਦੀ ਲੰਬੀ ਸਾਰੀ ਮਾਲਾ ਬਣੀ ਹੋਈ ਹੈ, ਉਹ ਪ੍ਰੋਟੀਨ ਹੈ। ਹੁਣ ਹਰ ਪ੍ਰਜਾਤੀ ਦਾ, ਹਰ ਫਸਲ ਦਾ, ਹਰ ਫੂਡ ਦਾ ਆਪਣਾ ਪ੍ਰੋਟੀਨ ਹੈ। ਕਣਕ ਦਾ ਆਪਣਾ ਪ੍ਰੋਟੀਨ ਹੈ, ਛੋਲਿਆਂ ਦਾ ਆਪਣਾ ਪ੍ਰੋਟੀਨ ਹੈ, ਜੌਂ ਦਾ ਆਪਣਾ ਪ੍ਰੋਟੀਨ ਹੈ, ਮੱਕੀ ਦਾ ਆਪਣਾ ਪ੍ਰੋਟੀਨ ਹੈ। ਹਰ ਪ੍ਰੋਟੀਨ ਅਲੱਗ-ਅਲੱਗ ਹੈ, ਯਾਨੀ ਕਿ ਉਹਦੀ ਮਾਲਾ ਅਲੱਗ-ਅਲੱਗ ਹੈ। ਲੇਕਿਨ ਉਹਦੇ ਜਿਹੜੇ ਮਣਕੇ ਵਿੱਚ ਲੱਗੇ ਹੋਏ ਹੈ, ਮਣਕੇ ਸਭ ਦੇ ਇੱਕੋ ਜਿਹੇ ਹੈ, ਬਸ ਮਣਕਿਆਂ ਦਾ ਅਰੇਂਜਮੈਂਟ ਦਾ ਫਰਕ ਹੈ ਵੀ ਜਿਹਦੇ 4 ਨੰਬਰ 'ਤੇ ਜਾਮਣੀ ਹੈ, ਦੂਜੀ ਫਸਲ ਦੇ ਉਹ ਹੋ ਸਕਦਾ 8 ਨੰਬਰ 'ਤੇ ਹੋਵੇ, ਤੀਜੀ ਦੇ ਹੋ ਸਕਦਾ 10 ਨੰਬਰ 'ਤੇ ਹੋਵੇ। ਇੰਨੇ ਫਰਕ ਨਾਲ ਹੀ ਉਹ ਪ੍ਰਜਾਤੀ ਬਦਲ ਜਾਂਦੀ ਹੈ। ਅਮਾਈਨੋ ਐਸਿਡ ਮੋਨੋ ਐਸਿਡ ਕਹਿੰਦੇ ਆ। ਮਣਕੇ ਅਮਾਈਨੋ ਐਸਿਡ ਨੇ, ਮਾਲਾ ਪ੍ਰੋਟੀਨ ਹੈ, ਅਤੇ ਜੋ ਗੁੱਛੇ ਟੁੱਟ ਕੇ ਗੁੱਛੇ ਬਣਦੇ ਉਹਨੂੰ ਕਹਿੰਦੇ ਪੈਪਟਾਈਡਸ। ਤਾਂ ਜਦੋਂ ਜਦੋਂ ਉਹ ਮਾਲਾ ਗਈ ਅੰਦਰ, ਮੰਨ ਲਓ ਕਣਕ ਦੀ ਮਾਲਾ ਗਈ ਅੰਦਰ, ਕਣਕ ਦੇ ਪ੍ਰੋਟੀਨ ਦੀ ਮਾਲਾ ਗਈ, ਤਾਂ ਕਣਕ ਦੇ ਪ੍ਰੋਟੀਨ ਦੇ ਉੱਪਰ ਸਾਡੇ ਰਸਾਂ ਨੇ ਕੰਮ ਕੀਤਾ। ਮੂੰਹ ਤੋਂ ਲੈ ਕੇ ਸ਼ੁਰੂ ਹੋ ਜਾਂਦਾ ਕੰਮ ਉਹ, ਅਤੇ ਅੰਦਰ ਛੋਟੀ ਆਂਤ ਤੱਕ ਜਾ ਕੇ ਉਹ ਪੂਰੇ ਦਾ ਪੂਰਾ ਉਹਦੇ ਰਸ ਆਉਂਦੇ ਆ, ਅਤੇ ਉਹ ਰਸ ਜਿਹੜੇ ਉਹਨਾਂ ਨੂੰ ਤੋੜ ਕੇ ਇਕੱਲਾ ਮਣਕਾ ਅਲੱਗ ਕਰ ਦਿੰਦੇ ਆ। ਪਹਿਲਾਂ ਗੁੱਛਿਆਂ 'ਚ ਟੁੱਟਦੇ ਆ, ਪੈਪਟਾਈਡ ਟੁੱਟਦੇ ਆ, ਫਿਰ ਗੁੱਛਿਆਂ ਤੱਕ ਤੋੜਨ ਵਾਲਾ ਰਸ ਹੋਰ ਹੈ, ਅਤੇ ਇਕੱਲੇ ਨੂੰ ਤੋੜਨ ਵਾਲਾ ਰਸ ਹੋਰ ਹੈ। ਸੋ ਜਦੋਂ ਪੂਰੇ ਰਸ ਕੰਮ ਕਰ ਲੈਂਦੇ ਉਹਦੇ ਉੱਪਰ, ਤਾਂ ਅਲਟੀਮੇਟਲੀ ਉਹ ਇਕੱਲਾ ਮਣਕਾ ਹੋ ਜਾਂਦੀ ਹੈ। ਹੁਣ ਸਪੋਜ਼ ਤੁਸੀਂ ਵੀਟ ਦੇ ਪ੍ਰੋਟੀਨ ਨੂੰ ਬਦਲਤਾ, ਤੁਸੀਂ ਉਹਨੂੰ ਹਾਈਬ੍ਰਿਡ ਕਰਤਾ, ਜਿਹੜੀ ਅੱਜ ਦੀ ਕਣਕ ਹੈ, ਤੁਸੀਂ ਉਹਨੂੰ ਠਿਗਣੀ ਜੀ ਕਰਤੀ ਵੀ ਫਸਲ ਜ਼ਿਆਦਾ, ਝਾੜ ਜ਼ਿਆਦਾ ਜੀ ਉਹਦਾ। ਜਿਹੜੀ ਪੁਰਾਣੀ ਕਣਕ ਸੀਗੀ ਉਹ ਸੀਗੀ ਕੋਈ ਲਗਭਗ ਬੰਦੇ ਜਿੱਡੀ, 5 ਫੁੱਟ 5.5 ਫੁੱਟ, ਮਤਲਬ ਜਿਹੜਾ ਠਿਗਣਾ ਜਿਹਾ ਬੰਦਾ ਸੀ ਲੁਕ ਜਾਂਦਾ ਸੀ ਕਣਕ 'ਚੋਂ, ਇੰਨੀ ਵੱਡੀ ਹੁੰਦੀ ਸੀ ਉਹ। ਅਤੇ ਅੱਜ ਦੀ ਕਣਕ ਕਿੱਡੀ ਕਿ ਗੋਡੇ ਤੋਂ ਵੀ ਤਾਂ ਨਹੀਂ ਜਾਂਦੀ ਉਹਦਾ ਝਾੜ ਗਿਆ ਵੱਧ ਬਹੁਤ ਜ਼ਿਆਦਾ। ਝਾੜ ਦੇ ਚੱਕਰ 'ਚ ਅਸੀਂ ਉਹਨੂੰ ਹਾਈਬ੍ਰਿਡ ਬਣਾ ਕੇ ਝਾੜ ਤਾਂ ਵਧਾ ਲਿਆ, ਲੇਕਿਨ ਬਾਅਦ 'ਚ ਸਾਨੂੰ ਹੁਣ ਸਮਝ ਆ ਰਹੀ ਹੈ ਕਿ ਉਹਦਾ ਤਾਂ ਪ੍ਰੋਟੀਨ ਹੀ ਬਦਲ ਗਿਆ। ਹੁਣ ਤਾਂ ਜਣੇ ਖਣੇ ਉਹਦਾ ਐਲਰਜੀ ਹੋ ਰਹੀ ਹੈ ਕਣਕ ਤੋਂ, ਸਾਨੂੰ ਰੋਕਣਾ ਪੈ ਰਿਹਾ ਵੀ ਕਣਕ ਨਾ ਖਾਓ। ਤਾਂ ਇਹ ਜਿਹੜਾ ਵਰਤਾਰਾ ਹੈ ਇਹ ਸਾਰੇ ਫੂਡਸ ਨਾਲ ਹੁੰਦਾ। ਕੋਈ ਵੀ ਖਾਣੇ ਦਾ ਫੂਡ ਤੁਸੀਂ ਬਦਲ ਦੋਗੇ, ਖਾਣੇ ਦਾ ਪ੍ਰੋਟੀਨ ਬਦਲ ਦੋਗੇ, ਤਾਂ ਉਹ ਅਲਟੀਮੇਟਲੀ ਜਾ ਕੇ ਇਹ ਕਰੇਗਾ, ਕਿਉਂਕਿ ਸਰੀਰ ਕੋਲ ਉਹ ਮੈਕੈਨਿਜ਼ਮ ਨਹੀਂ ਹੈ ਕਿ ਉਹਨੂੰ ਉਹ ਤੋੜ ਦੇਵੇ ਜਾਣ ਸਾਰ। ਜੇ ਕੋਈ ਨਵਾਂ ਪ੍ਰੋਟੀਨ ਜਾਏਗਾ ਤਾਂ ਉਹਦੇ ਵਾਸਤੇ ਕੁਛ ਮੈਕੈਨਿਜ਼ਮ ਸਰੀਰ ਨੂੰ ਪਹਿਲਾਂ ਕੁਛ ਟ੍ਰੇਨਿੰਗ ਹੋਏਗੀ ਨਾ, ਉਹ ਇਮਿਊਨ ਸਿਸਟਮ ਨੂੰ ਮੈਸੇਜ ਜਾਏਗਾ ਵੀ ਇੱਦਾਂ ਦਾ ਰਸ ਚਾਹੀਦਾ, ਇੱਦਾਂ ਦਾ ਰਸ ਚਾਹੀਦਾ, ਫਿਰ ਉਹ ਸਮਾਂ ਹੀ ਨਹੀਂ ਮਿਲਦਾ ਜਾਂ ਉਹ ਮੈਕੈਨਿਜ਼ਮ ਬਣਦਾ ਨਹੀਂ ਹੈ। ਤਾਂ ਉਹਦੇ ਨਾਲ ਕੀ ਹੁੰਦਾ ਕਿ ਉਹ ਜਿਹੜਾ ਪ੍ਰੋਟੀਨ ਹੈ ਪੂਰੀ ਤਰ੍ਹਾਂ ਟੁੱਟਿਆ ਨਹੀਂ ਹੈ। ਪੂਰੀ ਤਰ੍ਹਾਂ ਨਹੀਂ ਟੁੱਟਿਆ ਤਾਂ ਤੁਹਾਡੀਆਂ ਅੰਤੜੀਆਂ, ਅੱਜ ਕੱਲ੍ਹ ਜਿਹੋ ਜਿਹਾ ਖਾਣ ਪੀਣ ਸਾਡੀਆਂ ਅੰਤੜੀਆਂ ਜ਼ਖਮ ਨੇ, ਸਾਡੀਆਂ ਅੰਤੜੀਆਂ ਦਾ ਜਿਹੜਾ ਫਿਲਟਰ ਹੈ ਉਹ ਬਹੁਤ ਖਰਾਬ ਹੈ। ਜਿੱਦਾਂ ਨਲਕੇ ਦੇ ਫਿਲਟਰ 'ਚੋਂ ਅਗਰ ਖਰਾਬ ਹੋਵੇ ਤਾਂ ਰੇਤਾ ਆਉਣ ਲੱਗ ਜਾਂਦਾ ਹੈ, ਉੱਦਾਂ ਅਗਰ ਸਾਡੀਆਂ ਅੰਤੜੀਆਂ ਦਾ ਫਿਲਟਰ ਖਰਾਬ ਹੋ ਜੇ ਤਾਂ ਜਿਹੜੇ ਖਾਣਾ ਹੈ ਉਹ ਅੱਧ ਪਚਿਆ ਖੂਨ 'ਚ ਜਾਣ ਲੱਗ ਜਾਂਦਾ। ਅਤੇ ਇੱਦਾਂ ਹੀ ਪ੍ਰੋਟੀਨ ਦਾ ਹੋਣ ਲੱਗ ਜਾਂਦਾ। ਜੇ ਮੰਨ ਲਓ ਤੁਹਾਡੇ ਪ੍ਰੋਟੀਨ ਤੋਂ ਅਜੇ ਪੈਪਟਾਈਡ ਤੱਕ ਟੁੱਟਿਆ, ਗੁੱਛੇ ਬਣੇ ਆ, ਅਤੇ ਉਹ ਖੂਨ 'ਚ ਲੰਘ ਗਿਆ ਧੱਕੇ ਨਾਲ, ਤਾਂ ਅੰਦਰ ਜਾ ਕੇ ਕੀ ਕਰੂਗਾ? ਅੰਦਰ ਜਾ ਕੇ ਤਾਂ ਪੂਰੀ ਐਮਰਜੈਂਸੀ ਡਿਕਲੇਅਰ ਹੋ ਜਾਏਗੀ ਵੀ ਇਹ ਕੀ ਆ ਗਿਆ, ਇਹ ਤਾਂ ਨਹੀਂ ਹੋਣਾ ਚਾਹੀਦਾ ਸੀਗਾ। ਕਿਉਂ ਨਹੀਂ ਹੋਣਾ ਚਾਹੀਦਾ? ਇਹ ਵੀ ਆਪਾਂ ਗੱਲ ਪਹਿਲਾਂ ਕਰ ਚੁੱਕੇ, ਆਪਾਂ ਥੋੜ੍ਹੀ ਬਰੀਫਲੀ ਰਿਪੀਟ ਕਰ ਦਿੰਦੇ ਹਾਂ ਤਾਂ ਕਿ ਸਾਡੇ ਦੋਸਤਾਂ ਨੂੰ ਸਮਝ ਆ ਜਾਏ ਕਿ ਪ੍ਰੋਟੀਨ ਨੂੰ ਦੀ ਸ਼ੁੱਧਤਾ ਕੁਦਰਤ ਕਿਉਂ ਰੱਖਦੀ ਹੈ। ਜੇ ਉਹ ਪ੍ਰੋਟੀਨ, ਕੋਈ ਪ੍ਰੋਟੀਨ, ਕਿਸੇ ਹੋਰ ਪ੍ਰਜਾਤੀ ਦਾ ਪ੍ਰੋਟੀਨ ਸਾਡੇ ਸਰੀਰ ਜਾ ਕੇ ਲੱਗ ਜਾਵੇ ਤਾਂ ਉਸੇ ਪ੍ਰੋਟੀਨ ਤੋਂ ਉਹਦਾ ਸਪਰਮ ਵੀ ਬਣਨਾ, ਉਹਦਾ ਅੰਡਾ ਵੀ ਬਣਨਾ। ਅਤੇ ਜੇ ਉਹਦੇ ਜਾ ਕੇ ਗਲਤ ਪ੍ਰੋਟੀਨ ਲੱਗ ਗਿਆ ਕਿਸੇ ਹੋਰ ਪ੍ਰਜਾਤੀ ਦਾ, ਅਤੇ ਉਹਦੇ ਤੋਂ ਅੱਗੇ ਬੱਚਾ ਬਣਨਾ। ਤੁਸੀਂ ਹਿਸਾਬ ਲਾ ਲਓ ਬੱਚੇ 'ਚ ਕੀ ਬਣੇਗਾ। ਤਾਂ ਇਸ ਕਰਕੇ ਕੁਦਰਤ ਨੇ ਸ਼ੁੱਧਤਾ ਰੱਖੀ ਹੋਈ ਹੈ ਕਿ ਕੁਦਰਤ ਸਾਡੇ ਸਰੀਰ 'ਚ ਕੋਈ ਬਾਹਰਲਾ ਪ੍ਰੋਟੀਨ ਨਹੀਂ ਲੱਗਣ ਦਿੰਦੀ। ਕੁਦਰਤ ਦਾ ਇੱਕ ਲਾਈਨ ਖਿੱਚ ਰੱਖੀ ਹੈ ਕਿ ਮੇਰੇ ਪ੍ਰੋਟੀਨ ਜਿਹੜੇ ਮੇਰੇ ਸਰੀਰ ਦੇ ਵਿੱਚ ਲੱਗਣਗੇ ਆ ਕੇ ਉਹ ਮੇਰੇ ਹੀ ਪ੍ਰੋਟੀਨ ਹੋਣਗੇ ਬਣਾਏ ਹੋਏ, ਕੋਈ ਹੋਰ ਪ੍ਰੋਟੀਨ ਨਹੀਂ ਲੱਗ ਸਕਦਾ। ਕਿਉਂਕਿ ਹੋਰ ਪ੍ਰੋਟੀਨ ਲੱਗੇਗਾ ਤਾਂ ਕੁਦਰਤ ਦੀ ਜਿਹੜੀ ਉਹ ਪ੍ਰਜਾਤੀਆਂ ਦੀ ਸ਼ੁੱਧਤਾ ਹੈ ਉਹ ਡਿਸਟਰਬ ਹੁੰਦੀ ਹੈ, ਅਤੇ ਉਹਦੇ 'ਚ ਬਹੁਤ ਭਿਅੰਕਰ ਸਿੱਟੇ ਨਿਕਲ ਸਕਦੇ ਆ। ਉਹ ਕੁਦਰਤ ਕਦੀ ਵੀ ਅਲਾਓ ਨਹੀਂ ਕਰਦੀ। ਕੁਦਰਤ ਬਹੁਤ ਚੇਤਨ ਹੈ, ਅਤੇ ਕੁਦਰਤ ਜਿਹੜੀ ਹੈ ਉਹ ਪ੍ਰੋ ਸਰਵਾਈਵਲ ਹੁੰਦੀ ਹੈ।
ਕੁਦਰਤ ਪ੍ਰਜਾਤੀਆਂ ਨੂੰ ਹਰ ਉਸ ਪ੍ਰਜਾਤੀ ਨੂੰ ਅੱਗੇ ਦੇ ਅੱਗੇ ਉਹਦੇ ਬੱਚਿਆਂ ਨੂੰ ਉਹਦੇ ਉਹਨਾਂ ਨੂੰ ਬਚਾਉਂਦੀ ਹੈ। ਤਾਂ ਉਹ ਬਚਾਉਣ ਦੇ ਚੱਕਰ 'ਚ ਉਹ ਕੁਦਰਤ ਬਾਹਰਲਾ ਪ੍ਰੋਟੀਨ ਨਹੀਂ ਲੱਗਣ ਦਿੰਦੀ। ਤਾਂ ਜਦੋਂ ਬਾਹਰਲਾ ਪ੍ਰੋਟੀਨ ਧੱਕੇ ਨਾਲ ਵੜੇਗਾ ਤਾਂ ਤੁਹਾਡੇ ਅੰਦਰ ਅਲਰਟ ਜਾਰੀ ਹੋ ਜਾਏਗਾ ਕਿ ਇਹਨੂੰ ਬਾਹਰ ਕੱਢੋ, ਇੱਥੇ ਲੱਗਣਾ ਨਹੀਂ ਚਾਹੀਦਾ। ਤਾਂ ਜਦੋਂ ਬਾਹਰ ਕੱਢੇਗਾ ਤਾਂ ਉਹ ਫਿਰ ਸਾਰਾ ਜਿਹੜਾ ਅਲਰਟ ਸਿਸਟਮ ਹੈ ਉਹਦੇ ਵਿੱਚ ਜਦੋਂ ਉੱਤੇ ਅਟੈਕ ਹੋਏਗਾ ਉਸ ਪ੍ਰੋਟੀਨ ਨੂੰ ਖਤਮ ਕਰਨ ਲਈ, ਤਾਂ ਜੇ ਉਹ ਪ੍ਰੋਟੀਨ ਕਨਫਿਊਜ਼ਿੰਗ ਹੋਇਆ ਇਮਿਊਨ ਸਿਸਟਮ ਲਈ ਤਾਂ ਵਿੱਚ ਸਾਡੇ ਸੈੱਲ ਵੀ ਇਨਵੋਲਵ ਹੋ ਜਾਣਗੇ। ਉਹ ਸਾਡੇ ਸੈੱਲ ਵੀ ਪ੍ਰੋਟੀਨ ਦੇ ਬਣੇ ਹੋਏ ਆ, ਉਹੋ ਜਿਹੇ ਪ੍ਰੋਟੀਨ ਨੇ। ਖਾਸ ਕਰਕੇ ਐਨੀਮਲ ਪ੍ਰੋਟੀਨ ਜਿਹੜੇ ਨੇ ਉਹ ਤਾਂ ਬਹੁਤ ਮਿਲਦੇ ਜੁਲਦੇ ਆ। ਮੰਨ ਲਓ ਮੱਝ ਦੇ ਦੁੱਧ ਦੇ ਪ੍ਰੋਟੀਨ ਨੇ, ਤਾਂ ਮੱਝ ਵੀ ਮੈਮਲ ਹੈ, ਦੁਧਾਰੂ ਜਾਨਵਰ ਹੈ, ਤਾਂ ਅਸੀਂ ਵੀ ਦੁਧਾਰੂ ਜਾਨਵਰ ਹਾਂ। ਸਾਡੇ ਪ੍ਰੋਟੀਨ ਅਤੇ ਮੱਝ ਦੇ ਪ੍ਰੋਟੀਨ ਬਹੁਤ ਸਿਮਿਲਰ ਹੋਣਗੇ। ਸਿਮਿਲਰਲੀ ਅਸੀਂ ਕੋਈ ਚਿਕ ਮੁਰਗਾ ਖਾ ਰਹੇ ਹਾਂ ਜਾਂ ਕੋਈ ਹੋਰ ਖਾ ਰਹੇ ਹਾਂ, ਜਿਹਨੇ ਐਨੀਮਲ ਪ੍ਰੋਟੀਨ ਨੇ ਉਹਨਾਂ ਦਾ ਜਿਹੜਾ ਅਤੇ ਸਾਡੇ ਪ੍ਰੋਟੀਨ ਦਾ ਤਾਂ ਬਹੁਤ ਹੀ ਸਿਮਿਲਰਿਟੀ ਹੈ। ਸੋ ਉਹਨਾਂ 'ਤੇ ਅਟੈਕ ਕਰਦੀ ਜਿਹੜੀ ਬਾਡੀ ਹੈ ਉਹ ਸਾਡੇ ਸੈੱਲਾਂ 'ਤੇ ਵੀ ਅਟੈਕ ਹੋ ਜਾਏਗਾ। ਤਾਂ ਇਹ ਹੁੰਦੀ ਹੈ ਆਟੋ ਇਮਿਊਨਿਟੀ, ਜਿਹੜੀ ਕਿ ਕੁਦਰਤ ਨੇ ਇੱਕ ਸਿਸਟਮ ਬਣਾਇਆ ਹੋਇਆ ਆਪਣੇ ਆਪ ਨੂੰ ਡਿਫੈਂਡ ਕਰਨ ਲਈ। ਕੋਈ ਤੁਹਾਨੂੰ ਬਿਮਾਰ ਕਰਨ ਦਾ ਕੁਦਰਤ ਦਾ ਕੋਈ ਇਰਾਦਾ ਨਹੀਂ ਹੈ। ਕੁਦਰਤ ਨੇ ਤਾਂ ਆਪਣਾ ਸਿਸਟਮ ਨੂੰ ਡਿਫੈਂਡ ਕਰਨ ਲਈ ਬਣਾਇਆ। ਭਾਈ ਸਾਹਿਬ, ਜੇ ਤੁਸੀਂ ਗਲਤ ਪ੍ਰੋਟੀਨ ਖਾਓਗੇ, ਆਟੋ ਇਮਿਊਨ ਡਿਸਆਰਡਰ ਤੁਹਾਨੂੰ ਹੋ ਰਿਹਾ, ਅੱਗੇ ਤੁਹਾਡੇ ਬੱਚੇ ਨਹੀਂ ਪੈਦਾ ਹੋਣੇ ਚਾਹੀਦੇ, ਇਸ ਕਰਕੇ ਤੁਸੀਂ ਬਿਮਾਰ ਰਹੋ, ਮਰ ਜਾਓ ਜਲਦੀ। ਕੁਦਰਤ ਕੀ ਕਰਦੀ ਹੈ ਕਿ ਜੇ ਬੰਦਾ, ਕੁਦਰਤ ਬਹੁਤ ਹੀ ਸੈਲਫਿਸ਼ ਹੈ ਇਸ ਮਾਮਲੇ 'ਚ, ਕਰੂਅਲ ਹੈ। ਜੇ ਉਹ ਬੰਦਾ ਬੱਚਾ ਪੈਦਾ ਕਰਨ ਦੇ ਅਨਫਿਟ ਹੋ ਗਿਆ ਕਿਸੇ ਬਿਮਾਰੀ ਕਰਕੇ, ਤਾਂ ਕੁਦਰਤ ਨਹੀਂ ਉਹਨੂੰ ਨਹੀਂ ਚਾਹੁੰਦੀ ਵੀ ਇਹ ਸਰਵਾਈਵ ਕਰੇਗਾ। ਕਿਉਂਕਿ ਸਰਵਾਈਵ ਕਰੇਗਾ ਤਾਂ ਬੱਚਾ ਪੈਦਾ ਕਰੇਗਾ ਤਾਂ ਗਲਤ ਬੱਚਾ ਪੈਦਾ ਕਰੇਗਾ ਜਾਂ ਅਪੰਗ ਬੱਚਾ ਪੈਦਾ ਕਰੇਗਾ। ਉਹਨੂੰ ਵੀ ਕੁਦਰਤ ਕਹਿੰਦੀ ਤੂੰ ਦਫਾ ਹੋ, ਪਾਸੇ ਹੋ, ਕਿ ਮੇਰਾ ਕਾਨੂੰਨ ਵਾਇਲੇਟ ਹੋ ਰਿਹਾ, ਕੁਦਰਤ ਦਾ ਨਿਯਮ ਵਾਇਲੇਟ ਹੋ ਰਿਹਾ, ਕਿ ਕੁਦਰਤ ਨੇ ਤੁਹਾਨੂੰ ਹਰ ਪੀੜ੍ਹੀ ਤੋਂ ਅਗਲੀ ਪੀੜ੍ਹੀ ਪੈਦਾ ਕਰਨੀ ਹੈ ਅਤੇ ਤੁਸੀਂ ਉਸ ਪੀੜ੍ਹੀ ਪੈਦਾ ਕਰਨ ਦੇ ਫਿੱਟ ਹੀ ਨਹੀਂ ਹੋ। ਤੁਸੀਂ ਤਾਂ ਆਟੋ ਇਮਿਊਨਿਟੀ ਲੈ ਕੇ ਫਿਰਦੇ ਹੋ। ਤਾਂ ਆਟੋ ਇਮਿਊਨਿਟੀ ਜਿਹੜੀ ਕੁਦਰਤ ਕਦੀ ਟੋਲਰੇਟ ਨਹੀਂ ਕਰਦੀ, ਤਾਂ ਕੁਦਰਤ ਫਿਰ ਤੁਹਾਨੂੰ ਬਿਮਾਰ ਕਰਕੇ ਜਾਂ ਤਾਂ ਸੈਕਸ ਕਰਨ ਦੇ ਅਨਫਿਟ ਕਰ ਦਿੰਦੀ ਹੈ, ਜਾਂ ਤੁਹਾਡੇ ਪ੍ਰਜਨਨ ਅੰਗ ਅਨਫਿਟ ਕਰ ਦਿੰਦੀ ਹੈ, ਜਾਂ ਤੁਹਾਨੂੰ ਮਾਰ ਹੀ ਦਿੰਦੀ ਹੈ, ਤੁਸੀਂ ਮਰਨ ਦੇ ਰਾਹ ਪਾ ਦਿੰਦੀ ਹੈ। ਤਾਂ ਇਸ ਕਰਕੇ ਸਾਨੂੰ ਬਚਣ ਦੀ ਲੋੜ ਕੀ ਹੈ ਕਿ ਅਸੀਂ ਕੁਦਰਤੀ ਚੀਜ਼ਾਂ ਦਾ ਵਰਤਾਰਾ ਕਰੀਏ, ਆਸੇ ਪਾਸੇ ਗੈਰ ਕੁਦਰਤੀ ਚੀਜ਼ਾਂ ਨਾ ਲੈ ਕੇ ਆਈਏ। ਹੁਣ ਗੈਰ ਕੁਦਰਤੀ ਚੀਜ਼ਾਂ ਕਿਹੜੀਆਂ ਨੇ? ਉਹਦੇ ਅੰਦਰ ਗੈਰ ਕੁਦਰਤੀ ਡਾਈਟ ਹੈ ਨੰਬਰ 1, ਕਿ ਭੋਜਨ ਸਾਡਾ ਉਹੀ ਹੋਣਾ ਚਾਹੀਦਾ ਜੋ ਕੁਦਰਤ ਨੇ ਅਸੀਂ ਪੀੜ੍ਹੀ ਦਰ ਪੀੜ੍ਹੀ ਖਾਧਾ। ਉਹ ਭੋਜਨ ਆਸੇ ਪਾਸੇ ਨਹੀਂ ਬਹੁਤਾ ਹੋਣਾ ਚਾਹੀਦਾ। ਤਾਂ ਅਸੀਂ ਕਹਿੰਦੇ ਲੋਕਲੀ ਪ੍ਰੋਡਿਊਸਡ, ਲੋਕਲ ਜਿਹੜਾ ਉਸ ਥਾਂ ਦੇ ਉੱਪਰ ਪੈਦਾ ਹੋ ਰਹੀ ਚੀਜ਼ ਹੈ, ਕਿਉਂਕਿ ਅਸੀਂ ਪੀੜ੍ਹੀ ਦਰ ਪੀੜ੍ਹੀ ਉਹੀ ਖਾ ਰਹੇ ਸੀਗੇ, ਉਹੀ ਸਾਡੇ ਅੰਦਰ ਜਾਣੀ ਚਾਹੀਦੀ ਹੈ। ਈਵਨ ਇਹ ਵੀ ਹੁਣ ਤਾਂ ਸਾਇੰਸ ਕਹਿੰਦੀ ਹੈ ਕਿ ਬਹੁਤ ਦੂਰੋਂ ਲਿਆਂਦਾ ਹੋਇਆ ਖਾਣਾ ਵੀ ਤੁਸੀਂ ਨਾ ਖਾਓ, ਹੋ ਸਕਦਾ ਉਹਦੇ 'ਚ ਵੀ ਤੁਹਾਡੇ ਜੀਨਸ ਦਾ ਜਿਹੜਾ ਕੋਈ ਡਿਸਟਰਬੈਂਸ ਹੋਵੇ। ਤਾਂ ਇਸ ਕਰਕੇ ਜਿਹੜਾ ਡਾਈਟ ਸਭ ਤੋਂ ਜ਼ਰੂਰੀ ਹੈ। ਕੁਛ ਕੈਮੀਕਲਸ, ਜਿਹੜੇ ਕੈਮੀਕਲਸ ਨੇ, ਜਦੋਂ ਕੈਮੀਕਲਸ ਅੰਦਰ ਜਾਂਦੇ ਆ ਤਾਂ ਕੈਮੀਕਲ ਜਿੱਥੇ ਵੀ ਜਾਣਗੇ ਉੱਥੋਂ ਦੇ ਪ੍ਰੋਟੀਨਸ ਨੂੰ ਅਤੇ ਉੱਥੋਂ ਦੇ ਸਾਰੇ ਨੂੰ ਡਿਸਟਰਬ ਕਰਨਗੇ। ਉਹ ਹਵਾ 'ਚ ਹੋਏ, ਪਾਣੀ 'ਚ ਹੋਏ ਜਾਂ ਮਿੱਟੀ 'ਚ ਹੋਏ, ਅਲਟੀਮੇਟਲੀ ਭੋਜਨ ਲੜੀ 'ਚ ਆਉਣਗੇ। ਭੋਜਨ ਲੜੀ 'ਚ ਆ ਕੇ ਉਹਨਾਂ ਪ੍ਰੋਟੀਨ ਨੂੰ ਡਿਸਟਰਬ ਕਰਨਗੇ। ਉਹ ਪ੍ਰੋਟੀਨ ਨੂੰ ਡਿਸਟਰਬ ਕਰਨਗੇ ਤਾਂ ਡਿਸਟਰਬਡ ਪ੍ਰੋਟੀਨ ਸਾਡੇ ਅੰਦਰ ਜਾਣਗੇ ਭੋਜਨ ਦੀ ਸ਼ਕਲ 'ਚ, ਫਿਰ ਉਹ। ਤਾਂ ਇਹ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਸਾਨੂੰ ਖਿਆਲ ਰੱਖਣਾ ਪਏਗਾ ਕਿ ਅਸੀਂ ਸ਼ੁੱਧਤਾ, ਹਵਾ ਵੀ ਸਾਫ਼ ਸੁਥਰੀ ਹੋਵੇ, ਪਾਣੀ ਵੀ ਸਾਫ਼ ਸੁਥਰਾ ਹੋਵੇ, ਹਵਾ ਪਾਣੀ ਮਿੱਟੀ ਤੋਂ ਜਿਹੜਾ ਮਿੱਟੀ ਵੀ ਸਾਫ਼ ਸੁਥਰੀ ਹੋਵੇ, ਉਹਦੇ ਅੰਦਰ ਵੀ ਕੈਮੀਕਲ ਨਾ ਹੋਣ ਜਾਂ ਹੋਰ ਨਾ ਜੈਨੇਟਿਕਲੀ ਮੋਡੀਫਾਈਡ ਫਸਲਾਂ ਲੈ ਕੇ ਆ ਰਹੇ ਆ, ਉਸ ਤੋਂ ਵੀ ਸਿਰੇ ਦੀਆਂ ਜੈਨੇਟਿਕਲੀ ਮੋਡੀਫਾਈਡ ਵੈਕਸੀਨ ਬਣਾਤੇ ਚੱਕੇ ਇਹਨਾਂ ਨੇ, ਉਹ ਵੀ ਤਾਂ ਪ੍ਰੋਟੀਨ ਨੇ। ਅੱਛਾ ਡਾਕਟਰ ਸਾਹਿਬ, ਇੱਕ ਚੀਜ਼ ਦੱਸੋ, ਮੰਨ ਲਓ ਕਿ ਆਪਾਂ ਗਲਤ ਕੋਈ ਪ੍ਰੋਟੀਨ ਖਾ ਗਏ, ਬੋਡੀ ਦੇ ਅੰਦਰ ਚਲਾ ਗਿਆ, ਬੋਡੀ ਦੇ ਅੰਦਰ ਗਿਆ ਤਾਂ ਬੋਡੀ ਨੇ ਉਹਦੇ 'ਤੇ ਅਟੈਕ ਕਰਤਾ, ਫਿਰ ਉਹ ਬਿਮਾਰੀਆਂ ਜਿਹੜੀਆਂ ਨੇ ਉਹ ਅਲੱਗ-ਅਲੱਗ ਅੰਗਾਂ ਦੀਆਂ ਕਿਵੇਂ ਹੋ ਜਾਂਦੀਆਂ? ਉਹ ਡਿਪੈਂਡ ਕਰਦਾ ਵੀ ਉਹਦਾ ਨੇਚਰ ਕੀ ਹੈ ਪ੍ਰੋਟੀਨ ਦਾ। ਜੇ ਉਹ ਪ੍ਰੋਟੀਨ ਸਕਿਨ ਦੇ ਜ਼ਿਆਦਾ ਨੇੜੇ ਤੇੜੇ ਹੋਇਆ ਤਾਂ ਸਕਿਨ 'ਚ ਪਹਿਲਾਂ ਹੋਏਗੀ, ਜੇ ਹਾਰਟ ਦਾ ਹਾਰਟ 'ਚ ਹੋਏਗੀ, ਕਿਡਨੀ ਦਾ ਕਿਡਨੀ, ਉਹ ਡਿਪੈਂਡ ਕਰਦਾ ਹੈ ਕਿ ਜਿਹੜੇ ਪ੍ਰੋਟੀਨ ਤੋਂ ਆਪਾਂ ਨੂੰ ਜਿਹੜੀਆਂ ਚੀਜ਼ਾਂ ਮਿਲਣੀਆਂ ਸੀਗੀਆਂ ਜ਼ਿਆਦਾ, ਉਹ ਉਸ ਦੀ ਮਿਲਣ ਦੀ ਬਜਾਏ ਉਹਦੀ ਬਿਮਾਰੀ ਪੈਦਾ ਹੋ ਜਾਏ। ਨਹੀਂ, ਉਹ ਡਿਪੈਂਡ ਕਰੇਗਾ ਨਾ ਕਿ ਜਿਹੜੇ ਚੀਜ਼ ਨੂੰ ਬੋਡੀ ਅਟੈਕ ਕਰ ਰਹੀ ਹੈ ਉਹਦੇ ਨਾਲ ਮਿਲਦਾ ਜੁਲਦਾ ਪ੍ਰੋਟੀਨ ਕਿਹੜਾ। ਓਕੇ ਜੀ, ਕਨਫਿਊਜ਼ਨ ਕਿਹਦੇ ਨਾਲ? ਮਤਲਬ ਦੋ ਬੰਦੇ ਆ ਗਏ ਤੁਹਾਡੇ ਕੋਲ, ਦੋਨਾਂ ਦੀ ਸ਼ਕਲ ਇੱਕੋ ਜਿਹੀ ਹੈ, ਇੱਕ ਦੁਸ਼ਮਣ ਹੈ, ਉਹਨੂੰ ਬਾਹਰ ਕੱਢਣਾ, ਚੋਰ ਹੈ, ਠੱਗ ਹੈ ਸਾਲਾ, ਇੱਕ ਤੁਹਾਡਾ ਦੋਸਤ ਹੈ। ਹੁਣ ਤੁਸੀਂ ਦੋ ਆ ਗਏ, ਤੁਹਾਨੂੰ ਪਛਾਣ ਹੀ ਨਹੀਂ ਆ ਰਹੀ, ਉਹ ਵੀ ਕਹਿੰਦਾ ਮੈਂ ਤੇਰਾ ਦੋਸਤ ਹਾਂ, ਉਹ ਵੀ ਕਹਿੰਦਾ ਮੈਂ ਤੇਰਾ ਦੋਸਤ ਹਾਂ, ਤੁਸੀਂ ਕਿਵੇਂ ਪਛਾਣੋਗੇ? ਤਾਂ ਉਹ ਕਨਫਿਊਜ਼ਨ ਇਮਿਊਨਿਟੀ ਹੁੰਦਾ ਹੈ ਕਿ ਇੱਕੋ ਜਿਹੇ ਨੇ ਉਹ। ਬਿਮਾਰੀ ਮੈਂ ਪੁੱਛਣਾ, ਬਿਮਾਰੀ ਉਹ ਅਲੱਗ-ਅਲੱਗ ਕਿਵੇਂ ਹੋ ਜਾਂਦੀਆਂ ਨੇ? ਉਹ ਡਿਪੈਂਡ, ਹਰ ਰੰਗ ਦਾ ਪ੍ਰੋਟੀਨ ਵੀ ਤਾਂ ਅਲੱਗ-ਅਲੱਗ ਹੈ ਨਾ। ਕਿਡਨੀ ਦਾ ਪ੍ਰੋਟੀਨ ਹੋਰ ਤਰ੍ਹਾਂ ਦਾ, ਲਿਵਰ ਦਾ ਸਾਰਾ ਦੇ ਅਲੱਗ-ਅਲੱਗ ਥੋੜ੍ਹਾ ਫਰਕ ਹੁੰਦਾ ਨਾ। ਅੱਛਾ,
ਇਹਨਾਂ ਦੇ ਪ੍ਰੋਟੀਨ ਥੋੜ੍ਹਾ ਫਰਕ ਹੁੰਦਾ। ਸੋ ਜਿਸ ਪ੍ਰੋਟੀਨ ਨਾਲ ਜ਼ਿਆਦਾ ਉਹਦੀ ਸ਼ਕਲ ਮਿਲਦੀ ਹੋਈ, ਜਿਹੜਾ ਪ੍ਰੋਟੀਨ ਗਲਤ ਆਇਆ ਉਹ ਅੰਗ ਜ਼ਿਆਦਾ ਡੈਮੇਜ ਹੋਏਗਾ, ਉਹ ਪਹਿਲਾਂ ਹੋਏਗਾ। ਬਾਅਦ 'ਚ ਹੌਲੀ ਹੌਲੀ ਦੂਜੇ ਵੀ ਹੋਣ ਲੱਗ ਜਾਂਦੇ ਆ, ਕਿਉਂਕਿ ਸਿਮਿਲੈਰਿਟੀ ਦੂਜਿਆਂ ਦੀ ਵੀ ਹੈਗੀ ਹੈ, ਲੇਕਿਨ ਸਭ ਤੋਂ ਪਹਿਲਾਂ ਜਿਹੜਾ ਉਹ ਪ੍ਰੋਟੀਨ ਡੈਮੇਜ ਹੋਏਗਾ ਜਿਹੜਾ ਬਿਲਕੁਲ ਇਹਦੇ ਨਾਲ ਸ਼ਕਲ ਮਿਲਦੀ ਹੈ। ਤੁਸੀਂ ਉਹ ਇਮਿਊਨ ਸਿਸਟਮ ਬਿਲਕੁਲ ਇੱਕ ਰਿਵਿਊਜ਼ ਹੋ ਰਿਹਾ ਕਿ ਵੀ ਮੈਂ ਇਹਨੂੰ ਮਾਰਾਂ ਕਿ ਇਹਨੂੰ ਮਾਰਾਂ, ਉਹ ਦੋਨੋਂ ਨੂੰ ਮਾਰਦਾ, ਦੋਨੋਂ ਵਿੱਚ ਮਾਰਚ ਆ ਜਾਂਦੇ ਆ। ਉਹ ਇਮਿਊਨ ਸਿਸਟਮ ਸਮਝ ਨਹੀਂ ਆਉਂਦਾ ਦੁਸ਼ਮਣ ਕਿਹੜਾ ਦੋਸਤ ਕਿਹੜਾ। ਤੇ ਇਸ ਕਰਕੇ ਪ੍ਰੋਟੀਨ ਦੇ ਮਾਮਲੇ 'ਚ ਔਰ ਪ੍ਰੋਟੀਨ ਨੂੰ ਡਿਸਟਰਬ ਕੌਣ ਕਰਦਾ? ਕੈਮੀਕਲਸ ਕਰਦੇ ਆ ਡਾਈਟ ਦੇ ਅੰਦਰ, ਜਿਹੜੇ ਡਾਈਟ ਦੇ ਅੰਦਰ ਗਲਤ ਕਿਸਮ ਦੀ ਡਾਈਟ ਹੈ ਉਹ ਕਰਦੀ ਹੈ। ਉਹ ਚਾਹੇ ਜੈਨੇਟਿਕਲੀ ਮੋਡੀਫਾਈਡ ਹੈ, ਚਾਹੇ ਉਹ ਕੈਮੀਕਲੀ ਮੋਡੀਫਾਈਡ ਹੈ, ਚਾਹੇ ਉਹ ਜਿਹੜੀ ਹੈ ਉਹਦਾ ਹਰਬੀਸਾਈਡ ਬਣਾਤੀ ਹੋਈ ਹੈ, ਕੀ ਉਹਨੂੰ ਕਹਿੰਦੇ ਆ, ਹਾਈਬ੍ਰਿਡ ਹੈ ਜਾਂ GMO ਹੈ, ਜੈਨੇਟਿਕਲੀ ਮੋਡੀਫਾਈਡ ਹੈ। ਤਾਂ ਜੈਨੇਟਿਕਲੀ ਮੋਡੀਫਾਈਡ ਤਾਂ ਹੈ ਹੀ, ਜੈਨੇਟਿਕਲੀ ਮੋਡੀਫਾਈਡ ਹੈ ਤਾਂ ਪ੍ਰੋਟੀਨ ਬਦਲ ਹੀ ਗਿਆ, ਪੱਕਾ ਹੀ ਹੋ ਗਿਆ। ਅਤੇ ਜਿਹੜੇ ਹਾਈਬ੍ਰਿਡ ਵੀ ਨੇ ਉਹ ਵੀ ਕਿਉਂਕਿ ਦੋ ਨੂੰ ਮਿਲਾ ਕੇ ਬਣਿਆ ਇੱਕ ਪ੍ਰੋਟੀਨ, ਤਾਂ ਉਹ ਵੀ ਨਵਾਂ ਜਿਹਾ ਹੀ ਬਣ ਗਿਆ। ਤਾਂ ਉਹ ਵੀ ਹੁਣ ਤਾਂ ਸਾਇੰਟਿਸਟ ਕਹਿਣ ਲੱਗੇ ਵੀ ਜਿਹੜੀ ਕਣਕ ਹੈ ਇਹਦੀ ਸ਼ਕਲ ਕਣਕ ਦੀ ਹੈ, ਅੰਦਰੋਂ ਤੁਸੀਂ ਜਦੋਂ ਫੋਲ ਕੇ ਦੇਖਦੇ ਹੋ ਜੀਨ ਹੀ ਲੱਗਣੇ ਇਹਦੇ, ਉਹ ਜੀਨ ਹੀ ਨਹੀਂ ਹੈ। ਜੈਨੇਟਿਕ ਸਟਰਕਚਰ ਹੋਰ ਹੈ, ਸ਼ਕਲ ਉਹਦੀ ਕਣਕ ਉਹੋ ਜਿਹੀ ਹੋਈ ਹੈ। ਸੋ ਇਸ ਕਰਕੇ ਉਹ ਜਿਹੜਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਆਟੋਇਮਿਊਨ ਡਿਸਆਰਡਰ ਦਾ ਵਰਤਾ ਰਿਹਾ। ਦੁੱਧ ਅਤੇ ਨੌਨ ਵੈਜ, ਹਾਂ ਉਹ ਜੀ ਐਨੀਮਲ ਪ੍ਰੋਟੀਨ ਜ਼ਿਆਦਾ ਕਰਨਗੇ ਨਾ, ਮਾਰੂ ਹੋਣਗੇ, ਕਿਉਂਕਿ ਐਨੀਮਲ ਪ੍ਰੋਟੀਨਸ ਦੀ ਸਿਮਿਲੈਰਿਟੀ ਸਾਡੇ ਪ੍ਰੋਟੀਨ ਨਾਲ ਬਹੁਤ ਜ਼ਿਆਦਾ ਹੈ ਪਲਾਂਟ ਪ੍ਰੋਟੀਨ ਦੇ ਮੁਕਾਬਲੇ 'ਚ। ਕਿਉਂਕਿ ਉਹ ਜਦੋਂ ਉਹ ਐਵੋਲਿਊਸ਼ਨ ਹੋ ਰਹੀ ਸੀ, ਵਿਕਾਸ ਹੋ ਰਿਹਾ ਸੀਗਾ, ਤਾਂ ਸਭ ਤੋਂ ਨੇੜੇ ਸਾਡੇ ਕੌਣ ਹੈ? ਸਭ ਤੋਂ ਨੇੜੇ ਬਾਂਦਰ ਹੈ, ਠੀਕ ਹੈ ਨਾ। ਬਾਂਦਰ ਤੋਂ ਬਾਅਦ ਦੁਧਾਰੂ ਜਾਨਵਰ ਨੇ, ਦੁਧਾਰੂ ਜਾਨਵਰ ਤੋਂ ਬਾਅਦ ਫਿਰ ਜਿਹੜੇ ਨੇ ਇਹ ਮੁਰਗੇ ਮੱਛੀਆਂ ਨੇ। ਤਾਂ ਇਹ ਸਾਰੇ ਸਾਡੇ ਬਹੁਤ ਨੇੜੇ ਨੇ, ਇਹਨਾਂ ਦੇ ਪ੍ਰੋਟੀਨ ਅਤੇ ਸਾਡੇ ਪ੍ਰੋਟੀਨ ਬਹੁਤ ਸਿਮਿਲੈਰਿਟੀ ਹੈ। ਬਜਾਏ ਇਸ ਗੱਲ ਦੇ ਕਿਸੇ ਪੌਦੇ ਦਾ ਪ੍ਰੋਟੀਨ ਅਤੇ ਸਾਡਾ ਪ੍ਰੋਟੀਨ ਤਾਂ ਬਹੁਤ ਕਾਫੀ ਫਰਕ ਹੈ ਉਹਦਾ। ਲੇਕਿਨ ਜਦੋਂ ਕੈਮੀਕਲਸ ਨਾਲ ਮਿਲ ਜਾਂਦੇ ਆ ਤਾਂ ਫਿਰ ਕੁਛ ਹੋਰ ਦਾ ਹੋਰ ਬਣ ਜਾਂਦਾ, ਕਿਉਂਕਿ ਕੈਮੀਕਲਸ ਉਹਦੇ ਨਾਲ ਉਹਦੇ ਜੀਨ 'ਚ ਵੜ ਜਾਂਦੇ ਆ। ਕੈਮੀਕਲ ਨੇ ਇੱਕ ਤਾਂ ਉਹਦਾ ਪ੍ਰੋਟੀਨ ਬਦਲਤਾ ਸਿੱਧਾ ਪ੍ਰੋਟੀਨ ਨਾਲ ਰਲ ਕੇ ਵੀ, ਦੂਜਾ ਉਹਦਾ ਜੀਨ ਬਦਲਤਾ। ਮੰਨ ਲਓ ਕਣਕ ਦੀ ਇੱਕ ਵੈਰਾਇਟੀ ਹੈ, ਤੁਸੀਂ ਲਗਾਤਾਰ ਕੈਮੀਕਲ ਪਾਈ ਜਾ ਰਹੇ ਹੋ, ਉਹਦੇ ਦੋ ਤਰ੍ਹਾਂ ਨਾਲ ਤੁਸੀਂ ਨੁਕਸਾਨ ਕਰ ਰਹੇ ਹੋ। ਇੱਕ ਤਾਂ ਫੌਰੀ ਨੁਕਸਾਨ ਕਰ ਰਹੇ ਹੋ ਉਹਦੇ ਪ੍ਰੋਟੀਨ ਦਾ, ਕਿ ਪ੍ਰੋਟੀਨ ਨੂੰ ਤੁਸੀਂ ਬਦਲ ਰਹੇ ਹੋ ਉਹਦੇ ਕੈਮੀਕਲ ਜੁੜ ਕੇ ਨਾਲ। ਇੱਕ ਉਹਦਾ ਜੀਨਸ ਬਦਲਤਾ ਕਿ ਅਗਲੀ ਪੀੜ੍ਹੀ 'ਚ ਉਹ ਜੀਨ ਤੱਕ ਵੀ ਉਹਦਾ ਜੀਨ ਵੀ ਬਦਲ ਗਏ ਉਹਦੇ। ਕਿਉਂਕਿ ਜਿਹੜਾ ਫਸਲ ਬੀਜੀ ਜਾ ਰਹੀ ਹੈ ਉਹੀ ਨਿਕਲੀ ਹੋਈ ਫਸਲ ਦਾ ਜਿਹੜਾ ਉਹ ਦਾਣੇ ਰੱਖ ਕੇ ਉਹੀ ਬੀਜ ਦਿੱਤੇ ਜਾਂਦੇ ਨੇ, ਅਤੇ ਉਹੀ ਫਿਰ ਅੱਗੇ ਗਲਤ ਹੋ ਜਾਂਦਾ। ਉਹ ਫਿਰ ਫਸਲਦਾਰ ਫਸਲ ਉਹ ਜੀਨਸ ਖਰਾਬ ਹੋ ਜਾਣਗੇ, ਅਲਟੀਮੇਟਲੀ ਜੀਨ ਗ੍ਰੋਸਲੀ ਖਰਾਬ ਹੋ ਜਾਣਗੇ। ਤੁਹਾਨੂੰ ਸ਼ਕਲ ਦੇਖਣ ਨੂੰ ਭਾਵੇਂ ਉਹੀ ਲੱਗੇ, ਲੇਕਿਨ ਉਹਦਾ ਅੰਦਰਲਾ ਤਾਂ ਸਾਰਾ ਕੁਝ ਬਦਲ ਗਿਆ, ਜੀਨ ਵੀ ਬਦਲ ਗਿਆ। ਜਿਵੇਂ ਕਣਕ 'ਚ ਕਿਹਾ ਜਾ ਰਿਹਾ ਹੁਣ, ਜਿਹੜੀ ਇਹ ਕਣਕ ਹੈ, ਜਿਹੜੀ ਠਿਗਣੀ ਕਣਕ ਹੈ, ਜਿਹੜੀ ਪੁਰਾਣੀ ਕਣਕ ਹੈ, ਉਹਦਾ ਤਾਂ ਜੀਨ ਨਹੀਂ ਅਲੱਗ ਨੇ। ਸੋ ਇੱਕ ਐਗਜ਼ਾਮਪਲ ਲੈ ਰਹੇ ਹਾਂ ਆਪਾਂ, ਉਹ ਐਗਜ਼ਾਮਪਲ ਕੱਲੀ ਕਣਕ 'ਤੇ ਨਹੀਂ ਹੈ। ਕਣਕ ਦੀ ਕਿਉਂਕਿ ਸਟੱਡੀ ਹੋ ਗਈ ਹੈ ਕਣਕ ਨੂੰ, ਕਿਉਂਕਿ ਸਾਡਾ ਸਟੈਪਲ ਫੂਡ ਸੀਗਾ, ਉਹਨੂੰ ਲੋਕਾਂ ਨੇ ਚੰਗੀ ਤਰ੍ਹਾਂ ਖੋਜਬੀਨ ਕਰ ਲਈ ਹੈ। ਚੌਲਾਂ ਬਾਰੇ ਕੋਈ ਇੱਦਾਂ ਦੀ ਖੋਜਬੀਨ ਨਹੀਂ ਹੋਈ ਹੈ ਜੇ ਇੱਦਾਂ ਦੀ ਆਪਾਂ ਕਹੀਏ ਵੀ ਉਹਦਾ ਕੋਈ ਜੀਨ ਬਦਲ ਗਿਆ। ਦੂਜੀ ਗੱਲ, ਚੌਲਾਂ ਦੀ ਵੈਸੇ ਵੈਰਾਇਟੀ ਵੀ ਬਹੁਤ ਜ਼ਿਆਦਾ, ਹਜ਼ਾਰਾਂ ਵੈਰਾਇਟੀ ਦੇ ਚੌਲ ਨੇ, ਕੁਛ ਬਦਲ ਜਾਂਦੇ, ਕੁਛ ਨਹੀਂ ਬਦਲਦੇ। ਸੋ ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਜੈਨੇਟਿਕਲੀ ਮੋਡੀਫਾਈਡ। ਅੱਛਾ, ਹੋਰ ਕੀ ਖਰਾਬ ਕਰਦਾ ਉਹਨੂੰ? ਹਿਊਮਨ ਬੀਇੰਗ 'ਚ ਆ ਕੇ ਤੁਹਾਡੇ ਅੰਦਰ ਵੀ ਕੈਮੀਕਲ ਪ੍ਰੋਡਿਊਸ ਹੁੰਦੇ ਆ। ਅੰਦਰ ਕੈਮੀਕਲ ਕਿੱਦਾਂ ਪ੍ਰੋਡਿਊਸ ਹੁੰਦੇ ਆ ਕਿ ਤੁਸੀਂ ਜੇ ਕੰਮ ਕਰ ਰਹੇ ਹੋ, ਹਾਰਡ ਵਰਕਰ ਹੋ, ਤੁਹਾਡੇ ਕੈਮੀਕਲ ਡਿਫਰੈਂਟ ਨੇ। ਜੇ ਤੁਸੀਂ ਵਿਹਲੜ ਹੋ ਤਾਂ ਤੁਹਾਡੇ ਕੈਮੀਕਲ ਡਿਫਰੈਂਟ ਨੇ। ਬਿਲਕੁਲ ਕੰਮ ਕਰਨ ਵਾਲੇ ਬੰਦੇ ਦੇ ਅੰਦਰ ਦਾ ਜਿਹੜੀ ਫੰਕਸ਼ਨਿੰਗ ਹੁੰਦੀ ਬਾਡੀ ਦੀ ਬਹੁਤ ਐਫੀਸ਼ੀਐਂਟ ਹੁੰਦੀ ਆ, ਉਹਦੇ ਅੰਦਰ ਟੌਕਸਿਨ ਨਹੀਂ ਇਕੱਠੇ ਹੁੰਦੇ। ਉਹਨੇ ਪਸੀਨਾ ਵੀ ਵਹਾਉਣਾ ਹੈ, ਉਹਦੇ ਕੰਮ ਦੀ ਜਿਹੜੀ ਮਸ਼ੀਨਰੀ ਹੈ ਉਹ ਇੰਨੀ ਐਫੀਸ਼ੀਐਂਟ ਹੈ ਕਿ ਉਹਦੇ ਅੰਦਰ ਜ਼ਹਿਰ ਇਕੱਠੇ ਹੀ ਨਹੀਂ ਹੁੰਦੇ, ਜ਼ਹਿਰ ਬਾਹਰ ਨਿਕਲ ਜਾਂਦੇ ਆ। ਜਿਹੜਾ ਬੰਦਾ ਵਿਹਲੜ ਹੈ ਉਹਦੀ ਮਸ਼ੀਨਰੀ ਬਹੁਤ ਹੀ ਸਲੋ ਹੋ ਜਾਂਦੀ ਹੈ, ਸਲੱਗਿਸ਼ ਹੋ ਜਾਂਦੀ ਹੈ, ਮੈਟਾਬੋਲਿਜ਼ਮ ਬਹੁਤ ਸਲੋ ਹੋ ਜਾਂਦਾ, ਤਾਂ ਉਹ ਜ਼ਹਿਰ ਇਕੱਠੇ ਕਰਨ ਲੱਗ ਜਾਂਦਾ। ਉਹ ਜਿਹੜੇ ਅੰਦਰਲੇ ਜ਼ਹਿਰ ਨੇ ਉਹ ਵੀ ਫਿਰ ਉਹਨਾਂ ਪ੍ਰੋਟੀਨ ਨੂੰ ਖਰਾਬ ਕਰਨ ਲੱਗ ਜਾਂਦੇ, ਉਹਨਾਂ ਨੂੰ ਮੋਡੀਫਾਈ ਕਰਨ ਲੱਗ ਜਾਂਦੇ ਆ। ਸੇਮ ਮੈਂਟਲ ਸਟ੍ਰੈਸ ਦਾ, ਜੇ ਤੁਸੀਂ ਦਿਮਾਗੀ ਤੌਰ 'ਤੇ ਬਹੁਤ ਜ਼ਿਆਦਾ ਸਟ੍ਰੈਸ 'ਚੋਂ, ਤਾਂ ਜਿਹੜੇ ਸਟ੍ਰੈਸ ਹਾਰਮੋਨਸ ਨੇ ਉਹ ਵੀ ਤੁਹਾਡੇ ਪ੍ਰੋਟੀਨ ਨੂੰ ਬਦਲ ਦਿੰਦੇ ਆ। ਅਤੇ ਇਸ ਕਰਕੇ ਬਹੁਤ ਸੈਂਸੀਟਿਵ ਕੰਮ ਹੈ, ਅਤੇ ਇਹਨੂੰ ਜਿਹੜਾ ਹੈ ਉਹਦਾ ਉਸ ਢੰਗ ਨਾਲ ਸਮਝਿਆ ਨਹੀਂ ਗਿਆ। ਅਤੇ ਬਹੁਤ ਹੀ ਕਰੂਡ ਢੰਗ ਦੇ ਨਾਲ ਜਿਹੜਾ ਉਹਨੂੰ ਕਮਰਸ਼ੀਅਲ ਇੱਕ ਧੰਦੇਬਾਜ਼ੀ ਦੇ ਚੱਕਰ 'ਚ ਪੈ ਕੇ ਉਹਦੇ 'ਚ ਕੈਮੀਕਲ ਦੇ ਵਰਤਾਰਾ, ਜੈਨੇਟਿਕਲੀ ਮੋਡੀਫਾਈਡ ਦਾ ਵਰਤਾਰਾ, ਫਿਰ ਤੁਹਾਡੇ ਅੰਦਰ ਇੰਡਸਟਰੀਅਲ ਫੂਡਸ ਦਾ ਵਰਤਾਰਾ। ਇੰਡਸਟਰੀਅਲ ਫੂਡਸ ਨੇ ਹੁਣ
ਇੰਡਸਟਰੀਅਲ ਫੂਡ ਤੁਸੀਂ ਖਾਓਗੇ ਤਾਂ ਕੋਈ ਟੌਕਸਿਨ ਨੇ, ਉਹ ਟੌਕਸਿਨ ਨੇ ਤਾਂ ਤੁਹਾਡੀ ਬਾਡੀ ਇਕੱਠੇ ਹੋਣਗੇ ਤਾਂ ਥੋੜੇ ਉਹਨੂੰ ਬਦਲਣਗੇ, ਉਹ ਤੁਹਾਡੇ ਪ੍ਰੋਟੀਨ ਨੂੰ ਬਦਲਣਗੇ। ਤਾਂ ਇਹ ਕਿਤੇ ਨਾ ਕਿਤੇ ਵਰਤਾਰਾ ਜਿਹੜਾ ਹੈਗਾ ਇੱਦਾਂ ਹੀ ਇਨਫੈਕਸ਼ਨਾਂ ਦਾ ਵਰਤਾਰਾ ਅਗਰ ਵੱਧ ਜਾਵੇ ਬਹੁਤ, ਹੁਣ ਜਿਵੇਂ ਜਿਵੇਂ ਇਮਿਊਨਿਟੀ ਵੀਕ ਹੁੰਦੀ ਹੈ ਤੁਸੀਂ ਇੱਕ ਕੁਚੱਕਰ 'ਚ ਫਸ ਜਾਂਦੇ ਹੋ। ਤੁਹਾਡੀ ਮੰਨ ਲਓ ਇਮਿਊਨਿਟੀ ਵੀਕ ਹੋ ਗਈ, ਹੁਣ ਤੁਹਾਨੂੰ ਜਿਹੜੀਆਂ ਇਨਫੈਕਸ਼ਨਾਂ ਪਹਿਲਾਂ ਨਹੀਂ ਸੀ ਹੁੰਦੀਆਂ ਬਿਮਾਰੀਆਂ, ਹੁਣ ਉਹ ਬਿਮਾਰੀਆਂ ਹੋਣ ਲੱਗੀਆਂ। ਮੰਨ ਲਓ ਹੈਪੇਟਾਈਟਸ ਬੀ ਸੀਗਾ, ਸੀ ਸੀਗਾ, ਬਹੁਤ ਪੁਰਾਣੀਆਂ ਇਨਫੈਕਸ਼ਨਾਂ ਨੇ, ਕਿਹੜੀ ਕੋ ਅੱਜ ਦੀ HIV, ਇਹ ਸਾਰੀਆਂ ਵਾਇਰਸਾਂ ਵੁਰਸਾਂ ਫਿਰਦੀਆਂ ਰਹਿੰਦੀਆਂ ਹੁੰਦੀਆਂ ਸੀ, ਬਿਮਾਰ ਨਹੀਂ ਸੀ ਕਰਦੀਆਂ। ਅੱਜ ਕਿਉਂਕਿ ਇਮਿਊਨਿਟੀ ਸਾਰੀ ਲੋ ਹੋ ਰਹੀ ਹੈ ਅਲੱਗ-ਅਲੱਗ ਕਾਰਨਾਂ ਕਰਕੇ, ਤੇ ਉਹ ਬਿਮਾਰੀਆਂ ਬਣ ਗਈਆਂ। ਜਦੋਂ ਬਿਮਾਰੀਆਂ ਬਣ ਗਈਆਂ ਤੁਹਾਡੇ ਅੰਗ ਡਿਸਟਰਬ ਹੋ ਗਏ, ਤਾਂ ਜ਼ਹਿਰ ਇਕੱਠੇ ਹੋਣੇ ਸ਼ੁਰੂ ਹੋ ਗਏ। ਉਹ ਅੱਗੇ ਦੇ ਅੱਗੇ ਜਿਹਨੂੰ ਕਹਿੰਦੇ ਅੰਗਰੇਜ਼ੀ ਕਹਿੰਦੇ ਡੋਮੀਨੋ ਇਫੈਕਟ। ਉਹ ਕਹਿੰਦੇ ਹੁੰਦਾ ਨਾ ਵੀ ਉਹ ਸਾਈਕਲ ਸਟੈਂਡ 'ਚ ਖੜਾ ਸ਼ਰਾਰਤੀ ਬੱਚੇ ਹੁੰਦੇ ਸੀਗੇ, ਇੱਕ ਸਾਈਕਲ ਨੂੰ ਧੱਕਾ ਮਾਰਿਆ, ਉਹ 100 ਸਾਈਕਲ ਗਿਰ ਗਿਆ, ਅੱਗੇ ਦੇ ਅੱਗੇ ਲਾਈਨ 'ਚ ਖੜੇ ਸੀ ਉਹ। ਇਹਨੂੰ ਕਹਿੰਦੇ ਅੰਗਰੇਜ਼ੀ ਕਹਿੰਦੇ ਡੋਮੀਨੋ ਇਫੈਕਟ, ਵੀ ਇੱਕ ਚੀਜ਼ ਦੂਜੇ 'ਚ ਵੱਜੀ, ਦੂਜੀ ਤੀਜੇ 'ਚ ਵੱਜੀ, ਤੀਜੀ ਚੌਥੇ, ਇੱਦਾਂ ਹੀ ਬਾਡੀ 'ਚ ਹੁੰਦਾ। ਇੱਕ ਚੀਜ਼ ਖਰਾਬ ਹੋਈ, ਉਹਨੇ ਦੂਜੀ ਨੂੰ ਖਰਾਬ ਕੀਤਾ, ਉਹਨੇ ਤੀਜੀ ਨੂੰ ਖਰਾਬ ਕੀਤਾ, ਚੌਥੀ, ਸਾਰੀ ਬਾਡੀ ਤੋਂ ਅਸਰ ਹੋ ਜਾਂਦਾ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਵਰਤਾਰਾ ਹੈ, ਚਾਹੇ ਉਹ ਮੈਂਟਲ ਸਟ੍ਰੈਸ ਹੈ, ਚਾਹੇ ਉਹ ਫਿਜ਼ੀਕਲ ਵਿਹਲੜਪੁਣਾ ਹੈ, ਉਹ ਹੈ ਤੁਸੀਂ ਫਿਜ਼ੀਕਲ ਕੰਮ ਹੀ ਨਹੀਂ ਕਰ ਰਹੇ, ਤੁਹਾਡਾ ਸਿਸਟਮ ਐਫੀਸ਼ੀਐਂਟ ਹੀ ਨਹੀਂ ਹੈ। ਕਿਉਂਕਿ ਸਰੀਰ ਨੇ ਤਾਂ ਜਿਹੜਾ ਉਹਦੀ ਸਾਡੇ ਸਰੀਰ ਦੀ ਮਸ਼ੀਨਰੀ ਦੇ ਕੰਮ ਕਰਨ ਦੀ ਐਫੀਸ਼ੀਐਂਸੀ ਸਾਡੇ ਵਰਤਣ ਦੇ ਹਿਸਾਬ ਨਾਲ ਹੈ ਕਿ ਜੇ ਤੁਸੀਂ ਢੰਗ ਸਿਰ ਉਹਨੂੰ ਵਰਤ ਰਹੇ ਹੋ ਤਾਂ ਕੰਮ ਕਰ ਰਹੀ ਹੈ, ਨਹੀਂ ਵਰਤ ਰਹੇ ਤਾਂ ਉਹ ਜੰਗਾੜ ਲੱਗ, ਜਿਵੇਂ ਮਸ਼ੀਨ ਨੂੰ ਜੰਗਾੜ ਲੱਗ ਜਾਂਦਾ, ਸਾਡੇ ਵੀ ਮੈਟਾਬੋਲਿਜ਼ਮ ਨੂੰ ਜੰਗਾੜ ਲੱਗ ਜਾਂਦਾ, ਤਾਂ ਉਹ ਕੰਮ ਹੀ ਨਹੀਂ ਕਰਦਾ। ਤੁਹਾਡੇ ਗੁਰਦੇ ਵੀ ਸਲੋ ਹੋ ਜਾਣਗੇ, ਲੀਵਰ ਵੀ ਸਲੋ ਹੋ ਜਾਏਗਾ, ਪੇਟ ਵੀ ਸਲੋ ਹੋ ਜਾਏਗਾ, ਹਰ ਚੀਜ਼ ਸਲੋ ਹੋ ਜਾਏਗੀ, ਲੋੜ ਹੀ ਨਹੀਂ। ਉਸ ਅੰਗ ਸਾਰੇ ਕਹਿੰਦੇ ਵੀ ਵਾਲੀ ਲੋੜ ਹੀ ਨਹੀਂ ਹੈ, ਠੀਕ ਠਾਕ ਹੈ ਕੰਮ। ਜਿਵੇਂ ਮੰਨ ਲਓ ਹੀਮੋਗਲੋਬਿਨ ਹੈ, ਹੀਮੋਗਲੋਬਿਨ 14+ ਹੋਣਾ ਚਾਹੀਦਾ, ਤੁਸੀਂ ਜੇ ਕੰਮ ਹੀ ਨਹੀਂ ਕਰੋਗੇ ਤਾਂ ਤੁਹਾਡਾ 12 ਨਾਲ ਸਰ ਰਿਹਾ ਬੜੇ ਆਰਾਮ ਨਾਲ। ਤਾਂ ਕੁਦਰਤ ਕਹਿੰਦੀ 12 ਤੋਂ ਬਾਅਦ ਦੇਣ ਦੀ ਲੋੜ ਹੀ ਨਹੀਂ, ਕਿਉਂ ਦਿੰਦੇ ਹੋ? ਜੇ 10 ਤੱਕ ਕੰਮ ਕਰੇ ਤਾਂ 10 ਦੇਊਗੀ, 12 ਦਾ ਕੰਮ ਕਰੋਗੇ 12 ਦੇਊਗੀ, 14 ਦਾ ਕੰਮ ਕਰੋਗੇ 14 ਦੇਊਗੀ। ਕੋਈ ਕੰਮ ਹੀ ਨਹੀਂ, ਡਿਮਾਂਡ ਹੀ ਜਨਰੇਟ ਨਹੀਂ ਕਰ ਰਹੇ। ਕੁਦਰਤ ਦਾ ਇੱਕ ਬੜਾ ਕਮਾਲ ਦਾ ਸਿਸਟਮ ਹੈ। ਕੁਦਰਤ ਕੋਲੇ ਤੁਸੀਂ ਡਿਮਾਂਡ ਜਨਰੇਟ ਕਰਨੀ ਪੈਂਦੀ ਹੈ। ਜੇ ਤੁਸੀਂ ਦੌੜਦੇ ਹੋ ਤਾਂ ਤੁਹਾਡਾ ਸਾਰਾ ਕੁਝ ਜਿਹੜਾ ਉਹ ਵੱਧ ਜਾਏਗਾ, ਖੂਨ ਵੀ ਵੱਧ ਜਾਏਗਾ, ਤੁਹਾਡਾ ਉਹ ਜਿਹੜੇ ਮਸਲ ਵੀ ਸਟਰੋਂਗ ਹੋ ਜਾਣਗੇ, ਤੁਹਾਡੀਆਂ ਹੱਡੀਆਂ ਵੀ ਸਟਰੋਂਗ ਹੋ ਜਾਣ, ਸਾਰੀ ਉਹਦੇ ਹਿਸਾਬ ਨਾਲ ਕੁਦਰਤ ਤੁਹਾਨੂੰ ਹਰ ਚੀਜ਼ ਦੇ ਦੇਗੀ। ਜੇ ਤੁਸੀਂ ਸਾਰਾ ਦਿਨ ਬੈਠੇ ਰਹਿਣ ਨੂੰ ਲੱਤ ਧਰ ਕੇ, ਤਾਂ ਕੁਦਰਤ ਕਹਿੰਦੀ ਠੀਕ ਹੈ ਖਸਮਾਂ ਨੂੰ ਖਾ, ਤੁਹਾਡਾ ਕੈਲਸ਼ੀਅਮ ਵੀ ਅਬਜ਼ੌਰਬ ਨਹੀਂ ਹੋਏਗਾ, ਤੁਹਾਡੇ ਮਸਲ ਵੀ ਵੀਕ ਹੋ ਜਾਣਗੇ, ਤੁਹਾਡੇ ਜੁਆਇੰਟ ਵੀ ਸਟਿਫ ਹੋ ਜਾਣਗੇ, ਤੁਹਾਡੀ ਹੀਮੋਗਲੋਬਿਨ ਵੀ ਨਹੀਂ ਬਣੇਗਾ। ਤਾਂ ਇਹ ਇੱਕ ਸਿਸਟਮ ਹੈ। ਤਾਂ ਉਹ ਹੈ ਉਹ ਆਪਾਂ ਜਿਹੜੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋਸਤਾਂ ਨੂੰ ਕਿ ਫਿਜ਼ੀਕਲੀ ਐਕਟਿਵ ਰਹਿਣਾ, ਫਿਜ਼ੀਕਲੀ ਕੰਮ ਕਰਨਾ, ਫਿਜ਼ੀਕਲੀ ਐਕਸਰਸਾਈਜ਼ ਕਰਨੀ ਬਹੁਤ ਹੀ ਜ਼ਰੂਰੀ ਹੈ, ਤਾਂ ਕਿ ਸਾਡੇ ਬਾਡੀ ਦੇ ਅੰਦਰੋਂ ਜਿੰਨੇ ਜ਼ਹਿਰ ਬਣ ਰਹੇ ਆ ਉਹ ਨਾਲ ਦੀ ਨਾਲ ਬਾਹਰ ਨਿਕਲਦੇ ਰਹਿਣ। ਕਿਉਂਕਿ ਜੇ ਉਹ ਜ਼ਹਿਰ ਇਕੱਠੇ ਹੋਣਗੇ ਤਾਂ ਉਹ ਇਮਿਊਨ ਸਿਸਟਮ ਲਈ ਇੱਕ ਖਤਰਾ ਖੜਾ ਹੋ ਜਾਂਦੇ ਆ। ਕਿਉਂਕਿ ਇਮਿਊਨ ਸਿਸਟਮ ਫਿਰ ਉਹ ਜਦੋਂ ਉਹ ਜ਼ਹਿਰ ਨੇ ਜਾ ਕੇ ਤੁਹਾਡੀ ਬਾਡੀ ਥਾਂ ਦੇ ਪਏ ਹੁੰਦੇ ਆ, ਤਾਂ ਬਾਡੀ ਨੂੰ ਕਨਫਿਊਜ਼ ਹੋ ਜਾਂਦੀ ਵੀ ਕੀ ਚੀਜ਼ ਹੈ। ਇਸ ਤਰ੍ਹਾਂ ਮੈਂਟਲ ਸਟ੍ਰੈਸ ਹੈ। ਜੇ ਤੁਸੀਂ ਮੈਂਟਲੀ ਸਟ੍ਰੈਸਡ ਹੋ, ਅੱਜ ਦਾ ਮਨੁੱਖ ਜਿਹੜਾ ਹੈ ਉਹਦੇ ਵਾਸਤੇ ਮੈਨੂੰ ਤਾਂ ਹੁਣ ਲੱਗਣ ਲੱਗ ਗਿਆ ਕਿ ਡਾਈਟ ਨਾਲੋਂ ਵੀ ਇੰਪੋਰਟੈਂਟ ਹੈ ਕਿ ਉਹਦਾ ਮੈਂਟਲ ਸਟ੍ਰੈਸ ਨਹੀਂ ਰਹਿਣਾ ਚਾਹੀਦਾ। ਜੇ ਉਹ ਮੈਂਟਲ ਸਟ੍ਰੈਸ 'ਚ ਹੈ ਤਾਂ ਡਾਈਟ ਵੀ ਨਹੀਂ ਅਸਰ ਕਰਦੀ, ਅਤੇ ਜੇ ਉਹ ਮੈਂਟਲ ਸਟ੍ਰੈਸ 'ਚ ਨਹੀਂ ਹੈਗਾ, ਜੇ ਖੁਸ਼ ਹੈ ਤਾਂ ਕੁਛ ਵੀ ਖਾ ਲਵੇ ਉਹਨੂੰ ਹਜਮ ਹੋ ਜਾਏਗਾ। ਅਤੇ ਇਸ ਕਰਕੇ ਜਿਹੜਾ ਮੈਂਟਲ ਸਟ੍ਰੈਸ ਹੈ ਅੱਜ ਮਾਡਰਨ ਮੈਨ ਦਾ ਜਿਹੜਾ ਮੈਂਟਲ ਸਟ੍ਰੈਸ ਹੈ ਉਹ ਮੈਨੂੰ ਲੱਗਦਾ ਐਨਮੀ ਨੰਬਰ 1 ਬਣ ਗਿਆ ਹੋਇਆ। ਅੱਜ ਦਾ ਬੰਦੇ ਨੇ ਪਤਾ ਨਹੀਂ ਕੀ ਸਟ੍ਰੈਸ ਪਾਲ ਰੱਖੇ। ਮੇਰੇ ਕੋਲ ਹੁਣ ਇੱਕ ਪੇਸ਼ੈਂਟ ਆ ਕੇ ਗਿਆ, ਮੈਂ ਕਿਹਾ ਜੀ ਉਹ ਪੇਸ਼ੈਂਟ ਦੇ ਚਿਹਰੇ ਤੋਂ ਲੱਗ ਰਿਹਾ ਸੀ ਵੀ ਤਣਾਅ 'ਚ ਹੈ। ਪਰ ਜਦੋਂ ਮੈਂ ਪੇਸ਼ੈਂਟ ਨੂੰ ਪੁੱਛਿਆ, ਮੈਂ ਜੀ ਕੋਈ ਤਣਾਅ, ਕੋਈ ਟੈਨਸ਼ਨ? ਨਾ ਜੀ, ਰੱਬ ਨੇ ਉਹਦਾ ਹਸਬੈਂਡ ਬੈਕ ਕੋਲੇ ਬੈਠਾ ਸੀ। ਨਾ ਜੀ, ਰੱਬ ਨੇ ਕਰੋੜਾਂ ਕੀ ਅਰਬਾਂ 'ਚ ਖੇਡਦੇ ਆ ਜੀ, ਸਾਰਾ ਪਰਿਵਾਰ ਠੀਕ ਠਾਕ ਹੈ, ਕੋਈ ਦਿੱਕਤ ਨਹੀਂ, ਮੁੰਡੇ ਨੇ, ਪੋਤੇ ਪੋਤੀਆਂ ਨੇ, ਸਭ ਕੁਛ ਹੈ। ਲੇਕਿਨ ਅਗਲੇ ਹੀ ਪਲ ਜਿਹੜੀ ਹੈ ਉਹ ਵਿੱਚੋਂ ਗੱਲਾਂ ਨਿਕਲੀਆਂ ਅਤੇ ਔਰਤ ਬੈਠੀ ਰੋ ਰਹੀ ਹੈ। ਉਹ ਕਿਉਂ? ਕਿਉਂਕਿ ਅੰਦਰ ਕੁਛ ਪੁਰਾਣੇ ਪਾਲ ਰੱਖੇ ਆ। ਕੀ ਪਾਲ ਰੱਖਿਆ ਜੀ? ਮੈਂ ਬੜੇ ਚੰਗੇ ਘਰ 'ਚੋਂ ਸੀ, ਇਹ ਥੋੜ੍ਹੇ ਜਿਹੇ ਲੋਅਰ ਸੀ, ਮੈਨੂੰ ਇਸ ਗੱਲ ਦਾ ਬਹੁਤ ਪਛਤਾਵਾ ਹੈ। ਹੱਦ ਹੋ ਗਈ। ਮਤਲਬ ਤੁਸੀਂ ਉਹਨੂੰ ਵਿਆਹ ਹੋਏ ਨੂੰ 30 ਸਾਲ ਹੋ ਗਏ ਹੋਣਗੇ ਕਿ 35 ਸਾਲ ਹੋ ਗਏ ਹੋਣਗੇ, ਬੱਚੇ ਨੇ, ਪੋਤੇ ਪੋਤੀਆਂ ਨੇ, ਲੇਕਿਨ ਅੱਜ ਵੀ ਉੱਥੇ ਖੜੀ ਗੱਲ ਕਿ ਜੇ ਮੈਂ ਜਿੱਥੇ ਵਿਆਹੀ ਗਈ ਸੀ ਉਹ ਮੇਰੇ ਪਰਿਵਾਰ ਦੇ ਬਰਾਬਰ ਦਾ ਪਰਿਵਾਰ ਨਹੀਂ ਸੀਗਾ, ਅਤੇ ਮੇਰੇ ਨਾਲ ਧੋਖਾ ਹੋ ਗਿਆ। ਅਲਟੀਮੇਟਲੀ ਇਹੀ ਮਤਲਬ ਹੈ ਨਾ ਕਿ ਮੇਰੇ ਨਾਲ ਘਰਦਿਆਂ ਨੇ ਧੱਕਾ ਕੀਤਾ।
ਹੁਣ ਦੇਖੋ 35 ਸਾਲ ਪੁਰਾਣੀ ਇੰਜਰੀ, 35 ਸਾਲ ਇਮੋਸ਼ਨਲ ਟਰਾਮਾ ਉਸ ਵੇਲੇ ਹੋਇਆ ਜਿਹੜਾ, ਉਸ ਇਮੋਸ਼ਨਲ ਟਰਾਮਾ ਨੇ ਪੂਰੀ ਦੀ ਪੂਰੀ ਅੱਜ ਵੀ ਉਹ ਉੱਦਾਂ ਹੀ ਲਿਵਿੰਗ ਹੈ। ਅਸੀਂ ਇਹ ਸਿਖਾਈ ਨਹੀਂ ਪਾਏ, ਸਾਡੀ ਦੇਖੋ ਕਿੱਡੀ ਵੱਡੀ ਨਲਾਇਕੀ ਹੈ ਕਿ ਅਸੀਂ ਸਿਖਾਈ ਨਹੀਂ ਪਾਏ ਕਿ ਤੁਸੀਂ ਮੈਂਟਲ ਸਟ੍ਰੈਸ ਇੰਨਾ ਜਿਹੜਾ ਆਲੇ ਦੁਆਲੇ ਕ੍ਰੀਏਟ ਹੋ ਰਿਹਾ, ਚਾਹੇ ਉਹ ਚੀਜ਼ਾਂ ਨੂੰ ਹਾਸਲ ਕਰਨ ਵਾਸਤੇ ਹੋ ਰਿਹਾ, ਕੁਰਸੀ ਹਾਸਲ ਕਰਨ ਵਾਸਤੇ ਹੋ ਰਿਹਾ, ਕੋਈ ਕਿਸੇ ਦੌੜ 'ਚ ਦੌੜਿਆ ਜਾ ਰਿਹਾ, ਕੋਈ ਕਿਸੇ ਦੌੜ 'ਚ ਦੌੜਿਆ ਜਾ ਰਿਹਾ। ਬੱਚੇ ਨੂੰ, ਜੰਮਦੇ ਬੱਚੇ ਨੂੰ ਅਸੀਂ ਕਹਿਣਾ ਕਰਦੇ ਹਾਂ ਪੁੱਤ ਫਸਟ ਆਉਣਾ, ਹੱਦ ਹੋ ਗਈ, ਫਸਟ ਆਉਣਾ ਹੈ। 50 ਬੱਚਿਆਂ ਦੀ ਕਲਾਸ ਹੈ, ਤੁਹਾਡਾ ਹੀ ਬੱਚਾ ਕਿਉਂ ਫਸਟ ਆਏ? ਤੁਸੀਂ ਕਹੋ ਵੀ ਸਾਰੇ ਬੱਚੇ ਵਧੀਆ ਪੜ੍ਹਨ ਜੀ, ਟੀਚਰ ਨੂੰ ਕਹੋ ਵੀ ਸਾਰੇ ਬੱਚਿਆਂ ਦਾ ਖਿਆਲ ਰੱਖਿਆ ਕਰੋ, ਸਾਰੇ ਬੱਚੇ ਜਿਹੜੇ ਨੇ ਪੜ੍ਹਾਈ 'ਚ ਆਪਣਾ ਜਿੰਨਾ ਉਹਨਾਂ 'ਚ ਦਮ ਹੈਗਾ ਉਹਨਾਂ ਨੂੰ ਸਿਖਾ ਕੀ ਰਹੇ ਸੀ ਵੀ ਪੁੱਤ ਫਸਟ ਆਉਣਾ। ਉਹ ਫਸਟ ਆਉਣ ਦੇ ਚੱਕਰ ਕੀ ਕਰੇਗਾ? ਉਹ ਇੱਕ ਤਾਂ ਦੋਸਤੀਆਂ ਨਹੀਂ ਹੋਣਗੀਆਂ ਉਹਦੀਆਂ, ਨਾਲ ਦੇ ਬੰਦੇ ਨਾਲ ਕੰਪੀਟ ਕਰੇਗਾ, ਨਾਲ ਦੇ ਬੰਦੇ ਨੂੰ ਜੈਲਸੀ ਕਰੇਗਾ, ਉਹਨੂੰ ਆਪਣੀ ਕਾਪੀ ਦਿਖਾਏਗਾ ਨਹੀਂ, ਉਹਦੇ ਨਾਲ 50 ਕਿਸਮ ਦੀ ਨੈਗੇਟਿਵਿਟੀ ਖੜੀ ਕਰਤੀ ਨਾ ਸੀ ਜੰਮਦੇ ਬੱਚੇ ਨੂੰ, ਅਤੇ ਉਹ ਮਰਦੇ ਤੱਕ ਰਹਿੰਦੀ ਹੈ। ਸੋ ਜੰਮਦੇ ਤੋਂ ਲੈ ਕੇ ਮਰਦੇ ਤੱਕ ਅਸੀਂ ਇਹੋ ਜਿਹੇ ਕਲਚਰ 'ਚ ਪਾ ਦਿੱਤਾ ਉਹਨੂੰ ਜਿਹਦੇ 'ਚ ਉਹ ਹਮੇਸ਼ਾ ਹੀ ਨੈਗੇਟਿਵਿਟੀ ਪਾਲ ਕੇ ਰੱਖੇਗਾ। ਜੈਲਸੀ, ਈਰਖਾ, ਬਦਲੇ ਦੀ ਭਾਵਨਾ, ਦੂਜੇ ਬੰਦੇ ਨੂੰ ਠਿੱਬੀ ਮਾਰ ਕੇ ਅੱਗੇ ਲੰਘਣਾ, ਦੂਜੇ ਤੋਂ ਵੱਡਾ ਹੋਣਾ। ਜੇ ਦੂਜੇ ਨੇ ਕੋਈ ਚੀਜ਼ ਖਰੀਦ ਲਈ ਤੁਸੀਂ ਉਹਦੇ ਨਾਲ ਜੈਲਸੀ ਕਰੀ ਜਾਣੇ ਜੋ ਤੋਂ। ਤਾਂ ਇਹ ਕੀ ਹੈ ਸਾਰਾ ਕੁਛ? ਮਤਲਬ ਇੱਕ ਐਸੀ ਯੂਜ਼ਲੈਸ ਔਰ ਐਸੀ ਹਾਰਮਫੁਲ ਪ੍ਰਕਿਰਿਆ 'ਚ ਅਸੀਂ ਪਏ ਹੋਏ ਹਾਂ ਜਿਹਦਾ ਕੋਈ ਮਤਲਬ ਨਹੀਂ ਹੈ। ਤੁਹਾਨੂੰ ਜ਼ਿੰਦਗੀ ਦੀਆਂ ਲੋੜਾਂ ਲਈ ਜੋ ਕੁਛ ਚਾਹੀਦਾ ਤੁਹਾਡੇ ਕੋਲ ਹੈਗਾ, ਫਿਰ ਵੀ ਤੁਸੀਂ ਔਖੇ ਹੋ ਕਿਉਂਕਿ ਤੁਸੀਂ ਪੜੋਸੀ ਨਾਲ ਕੰਪੇਅਰ ਕਰਦੇ ਹੋ, ਹਸਬੈਂਡ ਵਾਈਫ ਨਾਲ ਕੰਪੇਅਰ ਕਰਦਾ, ਭੈਣ ਭਰਾ ਆਪਸ 'ਚ ਕੰਪੇਅਰ ਕਰੀ ਜਾ ਰਹੇ। ਤਾਂ ਇਹ ਕਿਸੇ ਅਜੀਬ ਕਿਸਮ ਦਾ ਵਰਤਾਰਾ ਜਿਹੜਾ ਇਹਦੇ ਨਾਲ ਕੀ ਹੁੰਦਾ, ਸਟ੍ਰੈਸ ਜਨਰੇਟ ਹੁੰਦਾ। ਔਰ ਸਟ੍ਰੈਸ ਦਾ ਮਤਲਬ ਸਟ੍ਰੈਸ ਹਾਰਮੋਨ ਦਾ ਮਤਲਬ ਜ਼ਹਿਰ। ਕਿਉਂਕਿ ਸਟ੍ਰੈਸ ਹਾਰਮੋਨ ਸਭ ਤੋਂ ਵੱਡੀ ਜ਼ਹਿਰ ਹੁੰਦੇ ਆ, ਸਭ ਤੋਂ ਵੱਡੀ ਜ਼ਹਿਰ ਹੈ। ਕਿਉਂਕਿ ਸਟ੍ਰੈਸ ਹਾਰਮੋਨ ਜਦੋਂ ਕ੍ਰੀਏਟ ਹੁੰਦੇ, ਸਟ੍ਰੈਸ ਹਾਰਮੋਨ ਕਾਹਦੇ ਵਾਸਤੇ ਬਣੇ ਸੀਗੇ? ਫਾਈਟ ਐਂਡ ਫਲਾਈਟ ਵਾਸਤੇ ਬਣੇ ਸੀ। ਉਹ ਉਦੋਂ ਬਣੇ ਸੀ ਜਦੋਂ ਜੰਗਲੀ ਜੀਵਨ ਨਾਲ ਛੜਾਵਾ ਪੈਂਦਾ ਸੀ, ਸਾਡੇ ਸਾਹਮਣੇ ਸੱਪ ਆ ਗਿਆ ਤਾਂ ਭੱਜਣਾ। ਉਸ ਕੰਮ ਵਾਸਤੇ ਤੁਹਾਨੂੰ ਕੁਦਰਤ ਨੇ ਤਿਆਰ ਕੀਤਾ ਸੀ ਵੀ ਜੇ ਤੇਰੇ ਅੱਗੇ ਕੋਈ ਇਹੋ ਜਿਹੀ ਐਮਰਜੈਂਸੀ ਆ ਗਈ ਕਿ ਤੇਰੀ ਜ਼ਿੰਦਗੀ ਖਤਰੇ 'ਚ ਹੈ ਤਾਂ ਤੈਨੂੰ ਇੰਨਾ ਰਿਜ਼ਰਵ ਦਿੱਤਾ ਕਿ ਤੂੰ ਭੱਜ ਕੇ ਜਾਂ ਲੜ ਕੇ ਆਪਣੇ ਆਪ ਨੂੰ ਸੇਵ ਕਰ ਸਕੇ। ਉਹ ਸੀਗਾ ਸਟ੍ਰੈਸ। ਅੱਜ ਹੁਣ ਸਟ੍ਰੈਸ ਕਾਹਦਾ? ਅੱਜ ਉਦੋਂ ਦਾ ਸਟ੍ਰੈਸ ਤਾਂ ਹੈ ਨਹੀਂ, ਅੱਜ ਇੱਦਾਂ ਦਾ ਸਟ੍ਰੈਸ ਤਾਂ ਹੈ ਨਹੀਂ ਤੁਹਾਡੀ ਐਗਜ਼ਿਸਟੈਂਸ ਨੂੰ ਖਤਰਾ ਬਣ ਜੇ। ਅੱਜ ਸਟ੍ਰੈਸ ਕੌਣ ਹੈ? ਤੁਹਾਡਾ ਬੌਸ ਹੈ ਜਿਹੜਾ ਬਦਤਮੀਜ਼ੀ ਨਾਲ ਬੋਲਦਾ, ਤੁਹਾਡੀ ਵਾਈਫ ਜਾਂ ਹਸਬੈਂਡ ਹੋ ਸਕਦਾ, ਤੁਹਾਡਾ ਕੋਈ ਜੋ ਆਲੇ ਦੁਆਲੇ ਕੋਈ ਇੱਦਾਂ ਦਾ ਕੁਛ ਨਾ ਕੁਛ ਇੱਦਾਂ ਦਾ ਅਸੀਂ ਖੜਾ ਕਰ ਰੱਖਿਆ ਆਪਣੇ ਆਲੇ ਦੁਆਲੇ। ਹੁਣ ਤਾਂ ਕੀ ਕਰੋਗੇ ਤੁਸੀਂ? ਉਹ ਤਾਂ ਸਟ੍ਰੈਸ ਸੀਗਾ ਕਿ ਉਹ ਆਇਆ, ਤੁਸੀਂ ਦੌੜ ਗਏ, ਤੁਹਾਡੇ ਸਾਹਮਣੇ ਸੱਪ ਆਇਆ, ਤੁਸੀਂ ਦੌੜ ਗਏ, ਆਪਣੀ ਜਾਨ ਬਚਾ ਲਈ, ਉਸ ਤੋਂ ਬਾਅਦ ਖਤਮ, ਕਹਾਣੀ ਖਤਮ। ਉਸ ਤੋਂ ਬਾਅਦ ਉਹ ਤੁਸੀਂ ਰੈਸਟ ਕੀਤੀ, ਉਸ ਤੋਂ ਬਾਅਦ ਅਗਲੇ ਦਿਨ ਉੱਥੇ ਨਵੇਂ ਦੇ ਨਵੇਂ ਇੱਥੇ ਰੋਜ਼ ਹੋਣਾ, ਹਰ ਪਲ ਹੋਣਾ। ਮਤਲਬ ਹਸਬੈਂਡ ਵਾਈਫ ਇੱਕ ਦੂਜੇ ਲਈ ਟੈਨਸ਼ਨ ਕ੍ਰੀਏਟ ਕਰ ਰਹੇ ਆ, ਤਾਂ 24 ਘੰਟੇ ਦਾ ਹੋ ਗਿਆ। ਤਾਂ ਕੀ ਹੋਊਗਾ? ਉਹ ਸਟ੍ਰੈਸ ਹਾਰਮੋਨ ਜਿਹੜੇ ਨੇ ਉਹ ਹਰ ਵੇਲੇ ਤੁਹਾਨੂੰ ਉਹਦੇ ਲਈ ਤਿਆਰ ਕਰੀ ਜਾਣਗੇ। ਸਟ੍ਰੈਸ ਹਾਰਮੋਨ ਦਾ ਮਤਲਬ ਫਾਈਟ ਐਂਡ ਫਲਾਈਟ। ਤੁਸੀਂ ਇਮੈਜਿਨ ਕਰੋ ਵੀ 24 ਘੰਟੇ ਤੁਸੀਂ ਫਾਈਟ ਐਂਡ ਫਲਾਈਟ ਮੋਡ 'ਚ ਰਹੋਗੇ ਤਾਂ ਤੁਹਾਡਾ ਬਣੂਗਾ ਕੀ? ਐਗਜ਼ੈਕਟਲੀ। ਤਾਂ ਉਹ ਕੀ ਹੋ ਰਿਹਾ ਕਿ ਅਸੀਂ ਹਮੇਸ਼ਾ ਫਾਈਟ ਐਂਡ ਫਲਾਈਟ 'ਚ ਐਡਾ ਗੰਦਾ ਮੈਕੈਨਿਜ਼ਮ ਹੈ। ਉਹ ਤੁਹਾਨੂੰ ਸੇਵ ਕਰਨ ਲਈ ਤਾਂ ਬਹੁਤ ਬਿਊਟੀਫੁਲ ਆ ਉਹ, ਲੇਕਿਨ ਜੋ ਕਰੋਨਿਕ ਹੋ ਗਿਆ ਤਾਂ ਬਹੁਤ ਹੀ ਡੈਮੇਜਿੰਗ ਆ। ਮਤਲਬ 70 ਗ੍ਰਾਮ ਸ਼ੂਗਰ ਦਾ ਬੈਲੈਂਸ ਹੈ ਲਿਵਰ ਕੋਲੇ ਕਿ ਤੁਹਾਨੂੰ ਉਹ ਫਾਈਟ ਐਂਡ ਫਲਾਈਟ ਲਈ ਇੱਕ ਦਮ ਦੇ ਸਕਦੀ ਹੈ। ਬਾਹਰ ਫੜ 70 ਗ੍ਰਾਮ ਅਤੇ ਤੂੰ ਆਪਣੀ ਜਾਨ ਬਚਾ। ਬਾਕੀ ਹੋਰ ਕਿੰਨੇ ਨੇ? ਮੈਂ ਜਸਟ ਇੱਕ ਐਗਜ਼ਾਮਪਲ ਹੈ। ਹੁਣ 70 ਗ੍ਰਾਮ ਗਲੂਕੋਜ਼ ਸਿੱਟਤੀ ਬਲੱਡ 'ਚ, ਉਹ ਤੁਹਾਡੀ ਐਮਰਜੈਂਸੀ ਤੇ ਟੱਪ ਗਈ। ਹੁਣ ਜਦੋਂ ਹਰ ਵੇਲੇ ਤੋਂ ਕਰੀ ਜਾਊਗਾ, ਹਰ ਵੇਲੇ ਲਿਵਰ ਉਹ ਸਿੱਟੀ ਜਾਏਗਾ, ਹੋਰ ਬਣਾਈ ਜਾਏਗਾ, ਹੋਰ ਸਿੱਟੀ ਜਾਏਗਾ, ਉਹ ਬਣਾਈ। ਕੀ ਹੋਊਗਾ? ਤੁਸੀਂ ਮੋਟੇ ਹੋ ਜਾਓਗੇ। ਮੇਰੇ ਕੋਲ ਕਹਿੰਦੇ ਅੱਜ ਹੀ ਪੇਸ਼ੈਂਟ ਆ, ਮੈਂ ਤਾਂ ਐਕਸਟਰਾ ਕੁਝ ਖਾ ਨਹੀਂ ਰਹੀ, ਮੇਰਾ ਭਾਰ ਕਿ 30 ਕਿਲੋ ਵੱਧਦਾ। ਯਾਨੀ ਸਟ੍ਰੈਸ ਵੀ ਮੋਟਾਪਾ ਕਰਦਾ ਬਹੁਤ ਜ਼ਿਆਦਾ। ਸਟ੍ਰੈਸ ਵੀ ਸ਼ੂਗਰ ਦਾ ਕਾਰਨ ਇਸੇ ਕਰਕੇ ਬਣਦਾ। 30 ਕਿਲੋ ਭਾਰ ਜ਼ਿਆਦਾ। ਕਹਿੰਦੀ ਮੈਂ ਮਤਲਬ ਖਾਂਦੀ ਬਹੁਤ ਥੋੜ੍ਹਾ। ਮੈਂ ਜ਼ਰੂਰੀ ਨਹੀਂ ਖਾਣ ਨਾਲ ਮੋਟਾਪਾ ਹੋਊਗਾ, ਸਟ੍ਰੈਸ ਨਾਲ ਮੋਟਾਪਾ ਹੋਊਗਾ। ਸਟ੍ਰੈਸ ਵੀ ਮੋਟਾਪੇ ਦਾ ਕਾਰਨ। ਤਾਂ ਉਹ ਆਪਣਾ ਮਤਲਬ ਕੀ ਆਪਾਂ ਭਟਕ ਯਾਨੀ ਕਿ ਜਿਹੜਾ ਬੰਦਾ ਕਿਸੇ ਸਟ੍ਰੈਸ 'ਚ ਹੈ ਉਸ ਟਾਈਮ ਕਿਸੇ ਕਾਫੀ ਜ਼ਿਆਦਾ ਸਟ੍ਰੈਸ 'ਚ ਜੇ ਉਹਦੇ ਸ਼ੂਗਰ ਟੈਸਟ ਕਰਾਈ ਜਾਵੇ ਤਾਂ ਹਾਈ ਆਏਗੀ। ਬਿਲਕੁਲ ਆਏਗੀ, ਹਾਈ ਬਿਲਕੁਲ ਹਾਈ ਆਏਗੀ। ਸੋ ਸ਼ੂਗਰ ਹਾਈ ਆਏਗੀ। ਹੋਰ ਇੱਕ ਨਹੀਂ, ਉਹਦਾ ਹਾਰਟ ਰੇਟ ਫਾਸਟ ਹੋਊਗਾ, BP ਜ਼ਿਆਦਾ ਹੋਊਗਾ। ਉਹਦੇ ਬਾਡੀ ਸਾਰੀ ਬਾਡੀ ਕਰਦੀ ਹੈ ਨਾ ਫਾਈਟ ਐਂਡ ਫਲਾਈਟ ਦਾ ਪਾਰਟੀਸਪੇਟ। ਇਕੱਲਾ ਲਿਵਰ ਨਹੀਂ ਨਾ ਕਰ ਰਿਹਾ ਫਾਈਟ ਐਂਡ ਫਲਾਈਟ ਦੇ ਵਿੱਚ, ਤਾਂ ਇਕੱਲਾ ਸੈੱਲ ਤੁਹਾਡਾ ਫਾਈਟ ਕਰ ਰਿਹਾ।
ਤੇ ਤੁਹਾਡੇ ਸਟੀਰੋਇਡ ਤੇ ਐਡਰੇਨਲਿਨ ਤੇ ਉਹ ਸਾਰੇ ਕਿੰਨੇ ਹਾਰਮੋਨ ਸਿਕ੍ਰੀਟ ਹੋਏ ਜਿਨ੍ਹਾਂ ਦਾ ਵੇਸਟ ਪ੍ਰੋਡਕਟ ਜਿਹੜੇ ਨੇ ਬਹੁਤ ਔਖੇ ਕੱਢਣੇ। ਉਹਦੇ ਲਈ ਫੁੱਲ ਨਾਈਟ ਤੁਹਾਨੂੰ ਸੌਣਾ, ਇੱਕ ਨਾਈਟ 'ਚ ਵੀ ਨਹੀਂ ਜਾਂਦੇ। ਤੁਸੀਂ ਸੋਚ ਕੇ ਦੇਖੋ ਜਿੱਦਾਂ ਤੁਹਾਡਾ ਕਿਤੇ ਐਕਸੀਡੈਂਟ ਹੋਇਆ ਹੋਵੇ, ਤੁਸੀਂ ਬਚ ਗਏ, ਐਕਸੀਡੈਂਟ ਹੋ ਗਿਆ, 3-4 ਦਿਨ ਲੱਗਦੇ ਘੱਟੋ ਘੱਟ ਤੁਹਾਡੀ ਬਾਡੀ ਸੈੱਟ ਹੁੰਦਿਆਂ। ਕਿਉਂ? ਕਿਉਂਕਿ ਉਹ ਜਿਹੜੇ ਹਾਰਮੋਨਸ ਜਨਰੇਟ ਹੋਏ, ਉਹਦਾ ਟੌਕਸਿਨ ਸੀਗੇ, ਉਹ ਤੁਹਾਡੀ ਬਾਡੀ ਨੂੰ 3-4 ਦਿਨ ਲੱਗਣਗੇ ਉਹਨੂੰ ਬਾਹਰ ਕੱਢਦਿਆਂ। ਕਿਉਂਕਿ ਉਸ ਵੇਲੇ ਇੰਨੇ ਜ਼ਿਆਦਾ ਹਾਰਮੋਨ ਇੱਕਦਮ ਗਸ਼ ਕੀਤੇ ਤੁਹਾਡੇ ਖੂਨ ਦੇ ਵਿੱਚ ਕਿ ਤੁਸੀਂ ਉਹਨੂੰ ਜਦੋਂ ਉਹਦਾ ਬ੍ਰੇਕਡਾਊਨ ਹੈ। ਤਾਂ ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਸਟ੍ਰੈਸ 'ਚ ਹੁੰਦਾ। ਤਾਂ ਸਟ੍ਰੈਸ ਤੋਂ ਬਚਣਾ ਵੀ ਜ਼ਰੂਰੀ ਹੈ। ਅਤੇ ਸਟ੍ਰੈਸ ਵਾਸਤੇ ਆਪਾਂ ਪਿੱਛੇ ਵੀਡੀਓ ਬਣਾ ਚੁੱਕੇ ਹਾਂ ਕਿ ਸਟ੍ਰੈਸ ਤੋਂ ਕਿਵੇਂ ਬਚਣਾ। ਤਾਂ ਜਿੱਦਾਂ ਫਿਜ਼ੀਕਲੀ ਸਟਰੋਂਗ ਲੈਣ ਲਈ ਕੰਮ ਕਰਨਾ ਜਾਂ ਵਰਜਿਸ਼ ਕਰਨੀ ਜ਼ਰੂਰੀ ਹੈ, ਇੱਦਾਂ ਹੀ ਮੈਂਟਲ ਸਟ੍ਰੈਸ ਤੋਂ ਬਚਣ ਲਈ ਮਨ ਨੂੰ ਇੱਦਾਂ ਦਾ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਸਟ੍ਰੈਸ ਤੋਂ ਤੁਸੀਂ ਨਹੀਂ ਬਚ ਸਕਦੇ। ਅੱਜ ਦੀ ਲਾਈਫ ਇੱਦਾਂ ਦੀ ਹੋ ਗਈ ਹੈ, ਕੋਈ ਬੰਦਾ ਕਹੇ ਜਾਂ ਮੇਰੇ ਵਰਗਾ ਕਹੇ ਬੜਾ ਪਾਟੇ ਖਾਂ ਬਣ ਕੇ ਵੀ ਸਟ੍ਰੈਸ ਨਾ ਰੱਖਿਆ ਕਰੋ ਜੀ, ਸਟ੍ਰੈਸ ਤੋਂ ਬਚਿਆ ਕਰੋ। ਹੈ ਕੋਈ ਤੋਕਦੀ? ਕੋਈ ਸਟ੍ਰੈਸ ਤੋਂ ਨਹੀਂ ਬਚ ਸਕਦੇ ਤੁਸੀਂ। ਸਟ੍ਰੈਸ ਤੁਹਾਡੇ ਹੱਥ ਛੋੜੋ ਹੈ। ਮਤਲਬ ਤੁਹਾਡਾ ਬੌਸ ਬੇਵਕੂਫ ਹੈ, ਤੁਹਾਡੀ ਪਤਨੀ ਇੱਕ ਉਹੋ ਜਿਹੀ ਹੈ, ਜਾਂ ਤੁਹਾਡਾ ਪਤੀ ਉਹੋ ਜਿਹਾ ਜਿਹੜਾ ਤੁਹਾਨੂੰ ਲਗਾਤਾਰ ਸਟ੍ਰੈਸ ਦਿੰਦਾ ਹੈ, ਤਾਂ ਉਹ ਤੋਂ ਬਚ ਨਹੀਂ ਸਕਦੇ। ਸੋ ਇਸ ਕਰਕੇ ਕੀ ਕਰਨਾ ਪਏਗਾ? ਜਿੱਦਾਂ ਫਿਜ਼ੀਕਲ ਐਕਸਰਸਾਈਜ਼ ਬਾਡੀ ਨੂੰ ਤਕੜਾ ਕਰ ਦਿੰਦੀ ਹੈ, ਅਤੇ ਤੁਸੀਂ ਵੀ ਤੁਹਾਨੂੰ ਜੇ ਕਿਤੇ ਭੱਜਣਾ ਪੈ ਗਿਆ, ਕਿਤੇ ਜ਼ਿਆਦਾ ਕੰਮ ਕਰਨਾ ਪੈ ਗਿਆ, ਭਾਰ ਚੱਕਣਾ ਪੈ ਗਿਆ, ਤਾਂ ਤੁਹਾਨੂੰ ਉਹ ਟਿੱਚ ਨਹੀਂ ਸਮਝਦੀ ਫਿਰ, ਕਿਉਂਕਿ ਬਾਡੀ ਤੁਹਾਡੀ ਤਕੜੀ ਹੈ। ਇੱਦਾਂ ਹੀ ਤੁਸੀਂ ਮਨ ਨੂੰ ਵੀ ਕਰ ਸਕਦੇ ਹੋ ਕਿ ਮਨ ਨੂੰ ਤੁਸੀਂ ਸਟ੍ਰੈਸ ਜਿਹਨੂੰ ਕਹਿੰਦੇ ਆ ਇੱਦਾਂ ਦਾ ਬਣਾ ਸਕਦੇ ਹਾਂ ਕਿ ਉਹ ਤੁਹਾਡੇ ਸਟ੍ਰੈਸ ਪ੍ਰੂਫ ਬਣਾ ਸਕਦੇ ਹੋ ਕਿ ਤੁਹਾਡੇ ਸਟ੍ਰੈਸ ਬਾਹਰ ਤਾਂ ਰਹੇਗਾ, ਤੁਸੀਂ ਉਹਨੂੰ ਡੀਲ ਵੀ ਕਰੋਗੇ, ਲੇਕਿਨ ਤੁਹਾਡੇ ਅੰਦਰ ਨਹੀਂ ਜਾਏਗਾ। ਤਾਂ ਬੜਾ ਹੀ ਸੌਖਾ ਮੈਕੈਨਿਜ਼ਮ ਜਿਹੜਾ ਆਪਾਂ ਪਿਛਲੀ ਵੀਡੀਓ 'ਚ ਗੱਲ ਕੀਤੀ ਹੈ, ਜਿਹੜੀ ਬ੍ਰੈਥ ਵਿਟਨੈਸਿੰਗ ਦੀ। ਹਾਂ, ਬ੍ਰੈਥ ਵਿਟਨੈਸਿੰਗ ਜਿਹੜੀ ਹੈ ਉਹ ਤੁਹਾਨੂੰ ਇਹੀ ਕਰਦੀ ਹੈ। ਬ੍ਰੈਥ ਵਿਟਨੈਸਿੰਗ 'ਚ ਕੀ ਹੁੰਦੀ ਕਿ ਤੁਹਾਡੀ ਬਾਡੀ ਸਟ੍ਰੈਸ ਪ੍ਰੂਫ ਹੋ ਜਾਂਦੀ ਹੈ। ਸਟ੍ਰੈਸ ਰਹੇਗਾ, ਸਟ੍ਰੈਸ ਆਉਂਦਾ ਰਹਿਣਾ, ਪਰ ਤੁਸੀਂ ਹੱਸ ਕੇ ਟਾਲ ਦਿਓਗੇ, ਹੱਸ ਕੇ ਟਾਲ ਦਿਓਗੇ। ਅੱਜ ਹੀ ਮੈਨੂੰ ਬੰਦਾ ਮਿਲਿਆ, ਉਹਦੇ ਦੋ ਬੱਚੇ ਉਹਦੇ ਮੰਦ ਬੁੱਧੀ, ਅਤੇ ਉਹਦੇ ਬੱਚੇ ਦੇ ਬੰਦੇ ਦੇ ਮੂੰਹ 'ਤੇ ਗਲੋ ਪੂਰਾ। ਵਾਈਫ ਉਹਦੀ ਕੈਂਸਰ ਦੀ ਮਰੀਜ਼, ਤੈਨੂੰ ਕੈਂਸਰ ਦੀ ਕੀਮੋਥੈਰੇਪੀ ਲੱਗ ਰਹੀ ਹੈ, ਲੇਕਿਨ ਉਹ ਬੰਦੇ 'ਤੇ ਗਲੋ। ਮੈਂ ਬੜਾ ਕਮਾਲ ਦੀ ਗੱਲ ਹੈ ਵੀ ਇੱਦਾਂ ਕਿਵੇਂ ਹੋ ਗਿਆ। ਫਿਰ ਮੈਂ ਪੁੱਛਿਆ ਉਹਨੂੰ ਵੀ ਕੀ ਰਾਜ਼ ਹੈ। ਉਸ ਬੰਦੇ ਨੇ ਕਮਾਲ ਦੀ ਗੱਲ ਦੱਸੀ। ਉਹ ਕਹਿੰਦਾ ਜੀ ਮੈਂ ਟ੍ਰੇਨਡ ਹੋ ਗਿਆ ਹੁਣ, ਅਤੇ ਮੈਂ ਸਟ੍ਰੈਸ ਨਹੀਂ ਲੈਂਦਾ। ਮੇਰੀ ਜਿਹੜਾ ਮਾਈਂਡ ਹੈ ਉਹ ਸਟ੍ਰੈਸ ਪ੍ਰੂਫ ਹੈ। ਮੈਂ ਕਰਦਾ ਸਭ ਕੁਛ ਹਾਂ, ਆਪਣੇ ਬੱਚਿਆਂ ਦੀ ਫੁੱਲ ਕੇਅਰ ਕਰਦਾ, ਆਪਣੀ ਵਾਈਫ ਨੂੰ ਵੀ ਜਾ ਕੇ ਕੀਮੋਥੈਰੇਪੀ ਅੱਜ ਮੈਂ ਕੀਮੋ ਲਵਾ ਕੇ ਲਿਆ, ਫਿਰ ਬੱਚਿਆਂ ਦੀ ਕੇਅਰ ਕਰਕੇ ਆਇਆ, ਲੇਕਿਨ ਮੈਂ ਅੰਦਰੋਂ ਡਿਸਟਰਬ ਨਹੀਂ ਹੋਇਆ। ਇਹ ਕਰਦਾ ਜਿਹਨੂੰ ਅਸੀਂ ਕਹਿੰਦੇ ਹਾਂ ਬ੍ਰੈਥ ਵਿਟਨੈਸਿੰਗ। ਤਾਂ ਉਹ ਜਿਹੜਾ ਆਪਾਂ ਸੋ ਸਟ੍ਰੈਸ ਨੂੰ ਡੀਲ ਕਰਨਾ ਬਹੁਤ ਜ਼ਰੂਰੀ ਹੈ। ਸੋ ਆਟੋਮਿਊਨਿਟੀ ਲਈ ਜਿੰਨੀਆਂ ਆਟੋਮਿਊਨ ਬਿਮਾਰੀਆਂ ਨੇ, ਉਹਦੇ 'ਚ ਫਿਜ਼ੀਕਲੀ ਸਟਰੋਂਗ ਹੋਣਾ, ਐਕਸਰਸਾਈਜ਼ ਕਰਕੇ ਜਾਂ ਕੰਮ ਕਰਕੇ, ਅਤੇ ਮਨ ਨੂੰ ਆਪਣੇ ਨੂੰ ਸਟ੍ਰੈਸ ਪ੍ਰੂਫ ਕਰਨਾ ਬ੍ਰੈਥ ਵਿਟਨੈਸਿੰਗ ਕਰਕੇ। ਤੁਸੀਂ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਚੀਜ਼ਾਂ ਸਾਡੇ ਕੰਟਰੋਲ। ਇਹਨੂੰ ਆਪਾਂ ਜ਼ਿਆਦਾ ਮੈਂ ਇਸ ਕਰਕੇ ਟਾਈਮ ਲਾਇਆ ਕਿਉਂਕਿ ਇਹ ਸਾਡੇ ਹੱਥ 'ਚ ਹੈ। ਮੈਨੂੰ ਆਪਣਾ ਮਾਈਂਡ ਸਟ੍ਰੈਸ ਪ੍ਰੂਫ ਕਿੱਦਾਂ ਕਰਨਾ, ਮੈਂ ਕਰਨਾ। ਕਿਸੇ ਦੀ ਹੈਲਪ ਦੀ ਲੋੜ ਨਹੀਂ ਮੈਨੂੰ, ਮੈਂ ਕਰਨਾ। ਅਤੇ ਮੈਂ ਆਪਣੀ ਬਾਡੀ ਅਗਰ ਸਟਰੋਂਗ ਕਰਨੀ ਹੈ ਐਕਸਰਸਾਈਜ਼ ਕਰਕੇ, ਤਾਂ ਮੈਂ ਕਰਨੀ ਹੈ। ਉਹਦੇ 'ਚ ਕੋਈ ਮੈਨੂੰ ਰੋਕ ਨਹੀਂ ਸਕਦਾ ਕਿ ਨਾ ਕਰ ਤੂੰ। ਸੋ ਇਸ ਕਰਕੇ ਆਪਾਂ ਇੱਥੇ ਥੋੜ੍ਹਾ ਜਿਹਾ ਜ਼ਿਆਦਾ ਇੱਥੇ ਜ਼ੋਰ ਦਿੱਤਾ, ਕਿਉਂਕਿ ਕੁਛ ਗੱਲਾਂ ਨੇ ਸਾਡੇ ਵੱਸ 'ਚ ਨਹੀਂ ਹੈ। ਮੰਨ ਲਓ ਬ੍ਰੈਥ ਵਿਟਨੈਸਿੰਗ ਦੇ ਵਿੱਚ ਤੁਸੀਂ ਜਿਹੜੀ ਚੀਜ਼ ਦੱਸੀ ਸੀ, ਬੜੀ ਕਮਾਲ ਦੀ ਦੱਸੀ ਸੀ ਵੀ ਸਾਹ ਰੋਕ ਲੈਣਾ। ਜੇ ਜਿੰਨੀ ਦੇਰ ਤੱਕ ਤੁਹਾਡੇ ਤੋਂ ਰੁਕਿਆ ਜਾਂਦਾ, ਸਾਹ ਰੋਕੋ ਅਤੇ ਫਿਰ ਛੱਡੋ, ਫਿਰ ਰੋਕੋ, ਫਿਰ ਛੱਡੋ, ਤੁਹਾਡੇ ਮਨ ਦੇ ਵਿੱਚੋਂ ਵਿਚਾਰ ਇੱਕਦਮ ਉੱਡੀ ਜਾਣਗੇ। ਟ੍ਰੇਨਿੰਗ, ਹਾਂ, ਬ੍ਰੈਥ ਦੀ ਟ੍ਰੇਨਿੰਗ ਹੈ। ਉਹ ਬ੍ਰੈਥ ਦੀ ਟ੍ਰੇਨਿੰਗ, ਬਰੀਦਿੰਗ ਦੀ ਟ੍ਰੇਨਿੰਗ ਇੱਦਾਂ ਦੀ ਹੈ ਕਿ ਜਿਵੇਂ ਤੁਸੀਂ ਬ੍ਰੈਥ ਵਿਟਨੈਸਿੰਗ ਕਰੋਗੇ, ਤੁਹਾਡੀ ਬਰੀਦਿੰਗ ਸਲੋ ਹੋ ਜਾਏਗੀ, ਔਰ ਤੁਹਾਡਾ ਜਿਹੜਾ ਤੁਹਾਡਾ ਮਨ ਹੈ ਇੱਦਾਂ ਦਾ ਹੋ ਜਾਏਗਾ ਕਿ ਉਹਦੇ ਆਲੇ ਦੁਆਲੇ ਇੱਕ ਰਕਸ਼ਾ, ਜਿਹਨੂੰ ਕਹਿੰਦੇ ਸੁਰੱਖਿਆ ਕਵਚ ਖੜਾ ਹੋ ਜਾਏਗਾ ਕਿ ਸਟ੍ਰੈਸ ਆਏਗਾ, ਤੁਸੀਂ ਉਹਨੂੰ ਮੈਨੇਜ ਵੀ ਕਰੋਗੇ, ਸਭ ਕੁਝ ਕਰੋਗੇ, ਕੰਮ ਵੀ ਕਰੋਗੇ, ਜੋ ਕਰਨ ਵਾਲਾ ਕਰੋਗੇ, ਲੇਕਿਨ ਤੁਹਾਡੇ ਉਹ ਅੰਦਰ ਟੱਚ ਨਹੀਂ ਕਰੇਗਾ, ਤੁਹਾਨੂੰ ਤੁਹਾਡੇ ਧੁਰੇ 'ਚ ਨਹੀਂ ਜਾਏਗਾ, ਤੁਹਾਡੇ ਐਕਸੈਸ 'ਤੇ ਨਹੀਂ ਜਾਏਗਾ। ਤੁਹਾਡਾ ਵੀਲ ਦਾ ਜਿਹੜਾ ਕਿੱਲ ਹੁੰਦਾ ਨਾ, ਚੱਕੇ ਦਾ ਕਿੱਲ ਜਿਹੜਾ ਉਹ ਨਹੀਂ ਘੁੰਮਦਾ। ਚੱਕਾ ਜਿੱਡਾ ਮਰਜ਼ੀ ਵੱਡਾ ਹੋਵੇ, ਜਿੰਨੇ ਮਰਜ਼ੀ ਚੱਕਰ ਕੱਟੀ ਜਾਵੇ, ਕਾਰ ਕਿੰਨੀ ਤੇਜ਼ ਘੁੰਮਦੀ ਹੈ, ਲੇਕਿਨ ਉਹਦਾ ਕਿੱਲਾ ਤਾਂ ਨਹੀਂ ਘੁੰਮਦਾ। ਕਿੱਲਾ ਤਾਂ ਉੱਥੇ ਖੜਾ ਰਹਿੰਦਾ। ਜਿਹੜਾ ਤੁਹਾਡਾ ਕਿੱਲ ਹੈ ਅੰਦਰ, ਜਿਹੜੀ ਤੁਹਾਡੀ ਆਤਮਾ ਹੈ, ਜਿਹੜੀ ਤੁਹਾਡੀ ਚੇਤਨਾ ਹੈ, ਉਹ ਡੋਲ ਰਹਿਣੀ ਚਾਹੀਦੀ ਹੈ। ਦੈਟ ਇਜ਼ ਬੀਇੰਗ ਸਟ੍ਰੈਸ ਪ੍ਰੂਫ, ਕਿ ਤਣਾਅ ਪ੍ਰੂਫ ਕਰਨਾ ਆਪਣੇ ਮਨ ਨੂੰ ਕਿ ਤੁਹਾਡੀ ਜਿਹੜੀ ਅੰਦਰਲੀ ਆਤਮਾ ਹੈ ਉਹ ਨਾ ਡਿਸਟਰਬ ਹੋਵੇ। ਜਦੋਂ ਅੰਦਰਲੀ ਆਤਮਾ ਡਿਸਟਰਬ ਹੁੰਦੀ ਹੈ, ਫਿਰ ਤੁਹਾਡੇ ਅੰਦਰ ਉਹ ਜਿਹੜਾ ਸਟ੍ਰੈਸ ਹਾਰਮੋਨਸ ਸਿਕ੍ਰੀਟ ਹੁੰਦੇ ਆ। ਤਾਂ ਜੇ ਤੇ ਆਤਮਾ ਡਿਸਟਰਬ ਨਹੀਂ ਹੋਈ ਤਾਂ ਬਾਹਰੋਂ ਫਿਰ ਤੁਸੀਂ ਸੇਫ ਰਹਿ ਜਾਂਦੇ ਹੋ। ਸੋ ਇਸ ਕਰਕੇ ਆਪਾਂ ਇੱਥੇ ਥੋੜ੍ਹਾ ਜ਼ੋਰ ਜ਼ਿਆਦਾ ਲਾਇਆ।
ਤੋ ਆਪਾਂ ਜਿਹੜੀ ਆਟੋਇਮਿਊਨ ਬਿਮਾਰੀਆਂ ਦੀ ਗੱਲ ਕਰ ਰਹੇ ਸੀਗੇ ਉਹ 'ਚ ਆਪਾਂ ਮੇਰੇ ਖਿਆਲ 'ਚ ਇੱਕ ਡਾਈਟ ਵਾਲੀ ਗੱਲ ਕਰ ਲੈਂਦੇ ਹਾਂ ਕਿ ਕਿੱਦਾਂ ਅੱਛਾ ਇੱਕ ਆਪਾਂ ਇਹ ਵੀ ਗੱਲ ਕਰ ਲਈਏ ਕਿ ਮਾਡਰਨ ਮੈਡੀਕਲ ਸਿਸਟਮ ਕਿੱਦਾਂ ਡੀਲ ਕਰਦਾ ਉਹਨੂੰ। ਬੜੀ ਅਨਫੋਰਚੂਨੇਟ ਗੱਲ ਹੈ। ਪਹਿਲੀ ਗੱਲ ਤਾਂ ਖੁਸ਼ੀ ਦੀ ਗੱਲ ਇਹ ਹੈ ਕਿ ਆਟੋਇਮਿਊਨ ਬਿਮਾਰੀਆਂ ਸਾਰੀਆਂ ਦੀਆਂ ਸਾਰੀਆਂ ਰਿਵਰਸੀਬਲ ਨੇ। ਜਿਨ੍ਹਾਂ ਬਿਮਾਰੀਆਂ ਨੂੰ ਮਾਡਰਨ ਮੈਡੀਕਲ ਸਿਸਟਮ ਨੇ ਇਰਰਿਵਰਸੀਬਲ ਡਿਕਲੇਅਰ ਕਰ ਰੱਖਿਆ ਉਹ ਡਾਈਟਰੀ ਸਿਸਟਮ ਨਾਲ ਔਰ ਜੋ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ ਇਹਦੇ ਨਾਲ 100% ਰਿਵਰਸੀਬਲ ਨੇ। ਜਦੋਂ ਸਾਡੇ ਕੋਲੇ ਆਟੋਇਮਿਊਨ ਬਿਮਾਰੀ ਦਾ ਮਰੀਜ਼ ਆ ਜਾਂਦਾ ਅਸੀਂ ਬੜੇ ਖੁਸ਼ ਹੁੰਦੇ ਹਾਂ ਕਿ ਸਾਨੂੰ ਪਤਾ 100% ਰਿਜ਼ਲਟ ਆਉਣੇ ਆ ਅਤੇ ਸਾਡੀ ਵੀ ਬੱਲੇ ਬੱਲੇ ਹੋਣੀ ਅਤੇ ਮਰੀਜ਼ ਵੀ ਪਾਰ ਬੇੜਾ ਹੋ ਜਾਣਾ। ਜਦੋਂ ਸ਼ੂਗਰ ਬਾਰੇ ਅਸੀਂ ਕਰਨੇ ਆ ਜਾਂ BP ਬਾਰੇ ਕਹਿੰਦੇ ਆ ਬੜੇ ਫੁੱਲ ਕੌਨਫੀਡੈਂਸ ਨਾਲ 100% ਨਾਲ ਅਸੀਂ ਆਟੋਇਮਿਊਨ ਬਿਮਾਰੀ ਵਾਲਿਆਂ ਨੂੰ ਵੀ ਕਹਿੰਦੇ ਆ ਵੀ ਇੱਦਾਂ ਹੋਏਗਾ ਕਿ 3 ਕੁ ਮਹੀਨਿਆਂ 'ਚ ਤੇਰੇ ਲਾਮਤਾਂ ਠੀਕ ਹੋ ਜਾਣਗੀਆਂ ਅਤੇ ਸਾਲ 'ਚ ਤੇਰੀ ਆਟੋਇਮਿਊਨ ਬਿਮਾਰੀ ਜੜ੍ਹੋਂ ਠੀਕ ਹੋ ਜਾਏਗੀ। ਇਹ 100% ਰਿਜ਼ਲਟ ਆਉਣੇ ਹੀ ਆਉਣੇ ਨੇ। ਫਿਰ ਉਹਦੇ ਲਈ ਅੱਗੇ ਤੁਹਾਨੂੰ ਸਾਰਾ ਕੁਝ ਸਮਝਾਉਂਦੇ ਹਾਂ, ਜੋ ਮੈਂ ਬੋਲਿਆ ਸਾਰਾ ਕੁਝ ਸਮਝਾਉਂਦੇ ਹਾਂ ਕਿ ਕਿੱਦਾਂ ਸਟ੍ਰੈਸ ਪ੍ਰੂਫ ਕਰਨਾ ਬਾਡੀ ਨੂੰ, ਕਿੱਦਾਂ ਬਾਡੀ ਨੂੰ ਤਕੜਾ ਰੱਖਣਾ ਉਹ ਹੈ। ਅਤੇ ਜਿਹੜੇ ਮਾਡਰਨ ਮੈਡੀਕਲ ਸਿਸਟਮ ਨੂੰ ਡੀਲ ਕਰਦਾ ਉਹ ਬੜੀ ਹੀ ਜਿਹਨੂੰ ਕਹਿੰਦੇ ਆ ਅਨਫੋਰਚੂਨੇਟ ਗੱਲ ਹੈ ਕਿ ਜਦੋਂ ਦਵਾਈਆਂ ਪਾਈਆਂ ਜਾਂਦੀਆਂ ਨੇ ਉਹਦੇ ਸਟੀਰੋਇਡ ਤੋਂ ਲੈ ਕੇ ਸਟੀਰੋਇਡ ਅਤੇ ਪੇਨ ਕਿਲਰ ਜਿਹੜੇ ਐਂਟੀ ਇਨਫਲੇਮੇਟਰੀ ਡਰੱਗਸ ਨੇ, ਸਟੀਰੋਇਡ ਨੇ ਅਤੇ ਇਮਿਊਨੋ ਮੋਡੂਲੇਟਰਸ ਨੇ। ਐਡੇ ਗੰਦੇ ਨੇ ਉਹ, ਇੰਨੇ ਜ਼ਿਆਦਾ ਟੌਕਸਿਕ ਸਾਈਡ ਇਫੈਕਟਸ ਨੇ ਉਹਦੇ ਕਿ ਮਤਲਬ ਉਹ ਆਪਣੇ ਆਪ 'ਚ ਬਿਮਾਰੀ ਤੋਂ ਵੀ ਜ਼ਿਆਦਾ ਭੈੜੀ ਬਿਮਾਰੀ ਹੈ ਉਹ ਦਵਾਈਆਂ ਖਾਣਾ। ਔਰ ਬੰਦਾ ਜਿਹੜਾ ਉਹ ਅਲਾਮਤਾਂ ਤਾਂ ਠੀਕ ਹੋ ਜਾਂਦੀਆਂ ਨੇ ਪਰ 10 ਅਲਾਮਤਾਂ ਹੋਰ ਖੜੀਆਂ ਹੋ ਜਾਂਦੀਆਂ ਨੇ ਉਹਦੇ ਅੰਦਰ ਅਤੇ ਉਹ ਜਿਹੜੀ ਬਿਮਾਰੀ ਜਿਹੜੀਆਂ ਦਵਾਈਆਂ ਖਾ ਰਿਹਾ ਉਹਦੀ ਉਮਰ ਬਹੁਤ ਤੇਜ਼ੀ ਨਾਲ ਘੱਟ ਜਾਂਦੀ ਹੈ, ਲੌਂਗੇਵਿਟੀ ਆਫ ਲਾਈਫ ਘੱਟ ਜਾਂਦੀ ਹੈ। ਤਾਂ ਇਹ ਜਿਹੜਾ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨੇ ਕੋ ਆਟੋਇਮਿਊਨ ਬਿਮਾਰੀਆਂ ਦੇ ਮਰੀਜ਼ ਨੇ ਸਾਰੇ ਜਿਹੜੇ ਨੇ ਉਹ ਜਿਹੜੇ ਸਾਰੀ ਉਮਰ ਦਵਾਈਆਂ ਖਾਣ ਵਾਲਾ ਵਰਤਾਰਾ ਉਹ ਤੋਂ ਬਚਣ, ਕਿਉਂਕਿ ਸਾਰੀ ਉਮਰ ਦਵਾਈਆਂ ਖਾਣ ਵਾਲਾ ਵਰਤਾਰਾ ਜਿਹੜਾ ਇਹ ਬਹੁਤ ਹੀ ਨਿਖਿੱਧ ਕਿਸਮ ਦਾ ਵਰਤਾਰਾ ਔਰ ਉਹਦੇ 'ਚ ਕੁਛ ਨਹੀਂ ਨਿਕਲਦਾ। ਉਹ 'ਚ ਸਿਵਾਏ ਹੱਦ ਦਰਜੇ ਦੀ ਟੌਕਸਿਟੀ ਔਰ ਬਿਮਾਰੀ ਉਹ ਅਲਾਮਤਾਂ ਹੋ ਸਕਦਾ ਥੋੜ੍ਹੀ ਬਹੁਤੀ ਉਹਨੂੰ ਰਿਲੀਫ ਮਿਲ ਜਾਵੇ, ਲੇਕਿਨ ਉਹ ਰਿਲੀਫ ਵੀ ਟੈਂਪਰਰੀ ਹੁੰਦੀ ਹੈ ਕਿਉਂਕਿ ਹੌਲੀ ਹੌਲੀ ਉਹ ਜਿਹੜੀ ਬਾਡੀ ਹੈ ਉਹਨਾਂ ਦਵਾਈਆਂ ਨੂੰ ਜਿਹੜੀ ਆ ਉਹ ਬਾਹਰ ਕੱਢਣਾ ਸ਼ੁਰੂ ਕਰ ਦਿੰਦੀ ਹੈ ਅਤੇ ਅਸਰ ਖਤਮ ਹੋ ਜਾਂਦਾ ਉਹਦਾ। ਤਾਂ 1 ਤੋਂ 2, 2 ਤੋਂ 3, 3 ਤੋਂ 4 ਫਿਰ ਦਵਾਈਆਂ ਵਧੀ ਜਾਂਦੀਆਂ ਨੇ। ਤਾਂ ਉਹ ਬੇਨਤੀ ਸਾਰਿਆਂ ਨੂੰ ਕਿ ਜਿਹੜੇ ਤਰੀਕੇ ਨੇ ਸਟੀਰੋਇਡ ਦੇ ਅਤੇ ਮਿਥੋਟਰੈਕਸੇਟ ਅਤੇ ਲਿਫਲੂਨਾਮਾਈਡ ਦੇ ਉਹ ਸਾਰੇ ਮਤਲਬ 4-5 ਉਹ ਜਿਹੜੇ ਹਾਈਡਰੋਕਸੀਕਲੋਰੋਕਿਨ ਉਹ 4-5 ਦਵਾਈਆਂ 6 ਹੈਗੀਆਂ ਨੇ ਜਿਹੜੀਆਂ ਕਿ ਬੜੀਆਂ ਹਾਈਲੀ ਟੌਕਸਿਕ ਨੇ ਔਰ ਉਹਨਾਂ ਨੂੰ ਨਹੀਂ ਖਾਣਾ ਚਾਹੀਦਾ, ਲਾਈਫ ਲੌਂਗ ਬਿਲਕੁਲ ਨਹੀਂ ਖਾਣਾ ਚਾਹੀਦਾ। ਠੀਕ ਹੈ, ਕਦੇ ਇੱਦਾਂ ਕੀਤਾ ਜਾ ਸਕਦਾ ਥੋੜ੍ਹੀ ਬਹੁਤੀ ਜੇ ਬੰਦਾ ਬਹੁਤ ਤੰਗ ਹੈ ਤਾਂ ਆਰਜੀ 2, 4, 5, 10 ਦਿਨ 15 ਦਿਨ ਖਾ ਕੇ ਫਿਰ ਤੇਜ਼ੀ ਨਾਲ ਉਹਨੂੰ ਆਪਣੇ ਦੂਜੇ ਸਿਸਟਮ 'ਤੇ ਚਲੇ ਜਾਓ ਕਿ ਆਪਣੀ ਡਾਈਟ ਆਪਣੇ ਲਾਈਫ ਸਟਾਈਲ ਨਾਲ ਤੁਸੀਂ ਉਸ ਬਿਮਾਰੀ ਨੂੰ ਜੜ੍ਹੋਂ ਠੀਕ ਕਰੋ। ਤਾਂ ਇਹ ਜਿਹੜਾ ਵਰਤਾਰਾ ਹੈ ਉਹਦੇ 'ਚ ਪਰਟੀਕੂਲਰਲੀ ਜਿਹੜਾ ਡਾਈਟ ਹੈ, ਜਿਹੜੀ ਡਾਈਟ ਆਟੋਇਮਿਊਨ ਬਿਮਾਰੀਆਂ ਨੂੰ ਆਪਾਂ ਪਹਿਲੀ ਗੱਲ ਤਾਂ ਕਹੀ ਸਟ੍ਰੈਸ ਮੈਨੇਜਮੈਂਟ ਅਤੇ ਫਿਜ਼ੀਕਲੀ ਤਕੜੇ ਰਹਿਣਾ ਤਾਂ ਹੈ ਹੀ ਆ। ਅਤੇ ਦੂਜੀ ਗੱਲ ਹੈਗੀ ਹੈ ਕਿ ਡਾਈਟ ਦੇ ਅੰਦਰ ਜਿਹੜੇ ਰॉ ਫੂਡਸ ਨੇ ਪਰਟੀਕੂਲਰਲੀ ਜੂਸੀ ਰॉ ਫੂਡਸ ਨੇ, ਸੰਤਰਾ ਫੈਮਿਲੀ ਹੈ, ਅਨਾਰ ਹੈ, ਜਿਨ੍ਹਾਂ 'ਚ ਅਨਾਨਾਸ ਹੈ ਅਤੇ ਜਿਨ੍ਹਾਂ 'ਚ ਜੂਸ ਵਿਟਾਮਿਨ ਸੀ ਰਿਚ ਹੁੰਦੇ ਆ। ਜੂਸੀ ਫਰੂਟਸ ਜਿਹੜੇ ਨੇ ਬਹੁਤ ਤੇਜ਼ੀ ਨਾਲ ਠੀਕ ਕਰਦੇ ਨੇ। ਹਾਂ ਵਾਲਾ ਹੈ ਤਾਂ ਜੂਸੀ ਫਰੂਟਸ ਜਿਹੜੇ ਨੇ ਔਰ ਜੂਸ ਬਾਈ ਐਂਡ ਲਾਰਜ ਰॉ ਫੂਡਸ ਚਾਹੇ ਫਲਾਂ ਦੀ ਸ਼ਕਲ 'ਚ ਨੇ, ਚਾਹੇ ਸਬਜ਼ੀਆਂ ਦੀ ਸ਼ਕਲ 'ਚ ਨੇ, ਚਾਹੇ ਉਹ ਡਰਾਈ ਫਰੂਟਸ ਦੀ ਸ਼ਕਲ ਨੇ ਜਾਂ ਜਿਹੜੇ ਨੇ ਕੋਈ ਆਇਲਸ ਨੇ, ਤੇਲ। ਆਟੋਇਮਿਊਨ ਬਿਮਾਰੀਆਂ ਤੇਲ ਬਹੁਤ ਇਫੈਕਟਿਵ ਹੁੰਦੇ ਆ। ਤੇਲ ਜਿਹੜੇ ਨੇ ਰॉ ਤੇਲ ਖਾਣੇ, ਕੱਚੀ ਘਾਣੀ ਦਾ ਵਰਜਨ ਤੇਲ, ਵਰਜਨ ਵੀ ਕਹਿੰਦੇ ਨੇ, ਐਕਸਟਰਾ ਵਰਜਨ ਜਾਂ ਕੱਚੀ ਘਾਣੀ ਦਾ ਤੇਲ ਕੱਚੇ ਖਾਣੇ ਉੱਤੋਂ ਪਾ ਕੇ ਜਾਂ ਪੀ ਲੈਣੇ। ਤਾਂ ਉਹ ਬਹੁਤ ਵਧੀਆ ਰਿਸਪੌਂਸ ਆਉਂਦਾ ਜਿਹੜਾ ਹੈ ਉਹਦਾ। ਔਰ ਸਪਰਾਊਟਸ ਖਾ ਸਕਦੇ, ਚਟਨੀਆਂ ਖਾ ਸਕਦੇ। ਸੋ ਲਿਵਿੰਗ ਫੂਡਸ ਜਿਉਂਦੇ ਮੋਰਿੰਗਾ, ਸਪੈਰੋਲੀਨਾ ਅਤੇ ਵੀਟ ਗਰਾਸ ਇਹ ਵੀ ਚੱਲੋ ਬਿਲਕੁਲ ਹਰ ਅਸੀਂ ਜਿਹੜੇ ਗ੍ਰੀਨਸ ਨੇ ਜਿਹੜੇ ਗ੍ਰੀਨਸ ਬਹੁਤ ਕਮਾਲ ਦੇ ਨੇ। ਵੀਟ ਗਰਾਸ ਜੂਸ ਹੈ ਜੇ ਤਾਜ਼ਾ ਮਿਲ ਜੇ ਬਹੁਤ ਵਧੀਆ ਨੇ, ਪਾਊਡਰ ਦੀ ਸ਼ਕਲ 'ਚ ਹੈਗਾ। ਫਿਰ ਤੁਸੀਂ ਕਿਹਾ ਹੈ ਮੋਰਿੰਗਾ, ਸਪੈਰੋਲੀਨਾ, ਇਹ ਹਾਂ ਵਧੀਆ ਬਿਲਕੁਲ। ਜਿਹੜਾ ਗ੍ਰੀਨ ਹੈ ਐਨੀਥਿੰਗ ਗ੍ਰੀਨ ਜਿਹੜਾ ਉਹ ਬਹੁਤ ਵਧੀਆ ਐਂਟੀਆਕਸੀਡੈਂਟ ਹੁੰਦਾ ਕਿਉਂਕਿ ਗ੍ਰੀਨ ਰੰਗ ਅਤੇ ਜਿਹੜਾ ਬਲੱਡ ਦਾ ਲਾਲ ਰੰਗ ਹੈ ਇਹ ਬਹੁਤ ਨੇੜੇ ਨੇ ਕੈਮੀਕਲੀ। ਜੋ ਵੀ ਤੁਸੀਂ ਗ੍ਰੀਨ ਖਾ ਰਹੇ ਹੋ ਉਹ ਥੋੜ੍ਹਾ ਲਾਲ ਬਣਾਏਗਾ ਜਾ ਕੇ। ਤਾਂ ਉਹ ਕਿਤੇ ਨਾ ਕਿਤੇ ਚਟਨੀ ਦੀ ਸ਼ਕਲ 'ਚ ਆਪਾਂ ਗ੍ਰੀਨ ਬਹੁਤ ਖਾ ਸਕਦੇ ਹਾਂ, ਚਟਨੀਆਂ ਦੀ ਸ਼ਕਲ ਖਾ ਸਕਦੇ ਹਾਂ, ਜੂਸ ਦੀ ਸ਼ਕਲ 'ਚ ਲੈ ਸਕਦੇ ਹਾਂ। ਆਪਣਾ ਗ੍ਰੀਨ ਜੂਸ ਜਿਹੜਾ ਹੈ ਥੋੜ੍ਹੀ ਖੀਰੇ ਦਾ ਜੂਸ ਹੈ, ਘੀਏ ਦਾ ਜੂਸ ਹੈ, ਪਿੱਠੇ ਦਾ ਜੂਸ ਹੈ, ਇਹ ਸਾਰੇ ਬਿਲਕੁਲ ਸਲਾਦ ਦੇ ਤੌਰ 'ਤੇ। ਜੋ ਟਮਾਟਰ ਹੈ, ਟਮਾਟਰ ਵੰਡਰਫੁਲ ਡਾਈਟ ਹੈ, ਟਮਾਟਰ ਬਹੁਤ ਹੀ ਵੰਡਰਫੁਲ ਡਾਈਟ ਹੈ।
ਉਸ ਤੋਂ ਬਾਅਦ ਆ ਜਾਓ ਤੁਹਾਡੇ ਜਿਹੜੇ ਅਨਾਜ ਨੇ, ਅਨਾਜ ਉੱਦਾਂ ਦੇ ਹੋਣੇ ਚਾਹੀਦੇ ਆ ਜਿਹੜੇ ਕਿ ਤੁਹਾਨੂੰ ਗਲੂਕੋਸ ਨਾਲ ਪੀਕ ਨਾ ਮਾਰਨ, ਸਪਾਈਕ ਨਹੀਂ ਹੋਣੀ ਚਾਹੀਦੀ। ਗਲੂਕੋਸ ਸਪਾਈਕ ਜਿਹੜੀ ਆ ਬਹੁਤ ਗੰਦੀ ਹੁੰਦੀ ਹੈ। ਆਪਾਂ ਬਹੁਤ ਵਾਰੀ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਕੋਈ ਵੀ ਭੋਜਨ ਜਿਹੜਾ ਸ਼ੂਗਰ ਨੂੰ ਇੱਕਦਮ ਚੱਕਦਾ ਉਹ ਬੈਡ ਫੂਡ ਹੈ, ਚਾਹੇ ਉਹ ਚੌਲ ਨੇ, ਚਾਹੇ ਉਹ ਇਹ ਹਾਈਬ੍ਰਿਡ ਜੀ ਕਣਕ ਹੈ, ਚਾਹੇ ਉਹ ਤੁਹਾਡੀ ਮਿਠਾਈਆਂ ਨੇ, ਚਾਹੇ ਉਹ ਚੀਨੀ ਹੈ, ਚਾਹੇ ਉਹ ਬ੍ਰੈਡ ਹੈ, ਚਾਹੇ ਇੱਦਾਂ ਕੁਛ ਵੀ ਹੈ। ਡਾਕਟਰ ਸਾਹਿਬ ਇੱਕ ਗੱਲ ਦੱਸੋ ਕਿ ਕੀ ਆਪਾਂ ਕਿਸੇ ਵੀ ਅਨਾਜ ਨੂੰ ਖਾਏ ਬਿਨਾਂ ਵੀ ਜਿਹੜਾ ਉਹ ਚੱਲ ਸਕਦਾ ਕੰਮ, ਕਿ ਅਨਾਜ ਆਪਾਂ ਨੂੰ ਲੈਣੇ ਹੀ ਪੈਣਗੇ? ਮੈਂ ਪਰਸਨਲੀ ਇਸ ਹੱਕ 'ਚ ਹੈ ਨਹੀਂ। ਮਤਲਬ ਰਾ ਫੂਡ ਵਾਲੇ ਮੇਰੇ ਦੋਸਤ ਹੈਗੇ ਆ, ਥੋੜ੍ਹਾ ਜਿਹਾ ਕਈ ਵਾਰੀ ਉਹ ਕਹਿੰਦੇ ਆ, ਪਰ ਮੈਂ ਬਹੁਤ ਗੁੱਸਾ ਕਰਦਾ ਇਸ ਗੱਲ ਦਾ। ਮੈਂ ਕਈ ਵਾਰੀ ਲੜ ਵੀ ਪੈਣਾ ਉਹਨਾਂ ਨਾਲ ਕਿ ਇਹ ਜਿਹੜੀ ਵਾਇਬਲ ਨਹੀਂ ਹੈ। ਪੂਰੀ ਮਨੁੱਖਤਾ ਨੂੰ ਤੁਸੀਂ ਰਾ ਫੂਡ ਨਹੀਂ ਖਵਾ ਸਕਦੇ। ਇੱਕ ਗੱਲ, ਦੂਜੀ ਗੱਲ ਰਾ ਫੂਡ ਜਿਹੜਾ ਬਹੁਤ ਜਲਦੀ ਹਜਮ ਹੋ ਜਾਂਦਾ, ਉਹਦੀ ਸਾਰਾ ਦਿਨ ਖਾਂਦੇ ਹੀ ਰਹੋਗੇ, ਫਿਰ ਕੰਮਕਾਰ ਹੈ ਨਹੀਂ ਤੁਹਾਨੂੰ ਕੋਈ ਹੋਰ, ਤਾਂ ਉਹ ਦੂਜੀ ਪਚਾਉਣਾ ਵੀ ਉਹਨੂੰ ਇੰਨਾ ਸੌਖਾ ਨਹੀਂ ਹੈ। ਰਾ ਫੂਡ ਜਿਹੜੇ ਨੇ ਇਹ ਬਹੁਤ ਲੋਕਾਂ ਨੂੰ ਪਚਦੇ ਨਹੀਂ ਹੈ। ਸੋ ਇਹਦਾ ਇਸ ਕਰਕੇ ਇਨ ਬਿਟਵੀਨ ਕੰਪਰੋਮਾਈਜ਼ ਹੀ ਬੈਟਰ ਹੈ ਕਿ 50% ਤੁਸੀਂ ਰਾ ਖਾਓ। ਮਤਲਬ ਇੱਕ ਟਾਈਮ ਆਪਾਂ ਜਿਹੜਾ ਜਿਵੇਂ ਵੀ ਤੁਹਾਨੂੰ ਸੂਟ ਕਰਦਾ ਖਾ ਲਓ। ਜੇ ਤੁਸੀਂ ਸਟ੍ਰੈਸ ਫਰੀ ਹੋ, ਮੈਂ ਤਾਂ ਕਹਿੰਦਾ ਜੇ ਤੁਸੀਂ ਖੁਸ਼ ਹੋ, ਖੁਸ਼ੀ ਬਹੁਤ ਜ਼ਰੂਰੀ ਹੈ। ਜੇ ਤੁਹਾਡਾ ਮਨ ਖੁਸ਼ ਹੈ ਅਤੇ ਧੰਨਵਾਦ ਦੀ ਸਥਿਤੀ 'ਚ ਹੈ, ਧੰਨਵਾਦ ਦੀ ਸਥਿਤੀ 'ਚ ਰਹਿਣਾ ਬਹੁਤ ਜ਼ਰੂਰੀ ਹੈ। ਸ਼ੁਕਰ ਹੈ ਪ੍ਰਮਾਤਮਾ, ਆਪਾਂ ਕਹਿੰਦੇ ਸ਼ੁਕਰ ਹੈ, ਸੰਤੁਸ਼ਟੀ ਦੀ ਹਾਂ, ਸੰਤੁਸ਼ਟ ਸਹਿਜ ਖੁਸ਼ ਜੇ ਮਨ ਹੈ ਤੁਹਾਡਾ, ਤਾਂ ਖਾਣ ਪੀਣ ਥੋੜ੍ਹਾ ਬਹੁਤਾ ਅਗਰ ਉਹਦੇ 'ਤੇ ਕੰਪਰੋਮਾਈਜ਼ ਹੋ ਵੀ ਜਾਊਗਾ ਤਾਂ ਵੀ ਤੁਹਾਡਾ ਸਰੀਰ ਉਹਨੂੰ ਪਚਾ ਜਾਏਗਾ। ਅਤੇ ਜੇ ਤੁਹਾਡਾ ਮਨ ਸਟ੍ਰੈਸ 'ਚ ਹੈ ਤਾਂ ਫਿਰ ਥੋੜ੍ਹਾ ਔਖਾ ਹੁੰਦਾ। ਫਿਰ ਆਪਾਂ ਜਿਹੜਾ ਕੱਚਾ ਅੱਧਾ ਕੱਚਾ ਅਤੇ ਅੱਧਾ ਪੱਕਿਆ, ਅੱਧਾ ਕੱਚਾ ਖਾ ਲਓ ਜ਼ਰੂਰ, ਅੱਧਾ ਜਿਹੜਾ, ਅਤੇ ਉਹ ਕੱਚਾ ਉਹ ਜਿਹੜੀ ਆਪਾਂ ਸ਼ਕਲਾਂ ਗਿਣ ਚੁੱਕੇ ਸਾਰੀਆਂ, ਕੱਚੇ ਦੇ ਤੌਰ 'ਤੇ ਖਾ ਸਕਦੇ ਹਾਂ ਆਪਾਂ। ਅਤੇ ਪੱਕਿਆਂ 'ਚੋਂ ਪੱਕਿਆਂ 'ਚੋਂ ਸਾਡਾ ਮੇਨ ਫੂਡ ਹੁੰਦਾ ਅਨਾਜ, ਜਿਹੜਾ ਸਟੈਪਲ ਫੂਡ ਹੁੰਦਾ ਸਾਡਾ ਅਨਾਜ ਹੁੰਦਾ, ਕਿਉਂਕਿ ਸਾਨੂੰ ਊਰਜਾ ਲਈ ਚਾਹੀਦਾ, ਤਾਂ ਅਸੀਂ ਅਨਾਜ ਹੀ ਪ੍ਰੈਫਰ ਕਰਦੇ ਹਾਂ। ਬਹੁਤ ਲੋਕ ਇਹ ਸਵਾਲ ਪੁੱਛਦੇ ਛੋਲੇ ਕਿਉਂ ਨਹੀਂ ਖਾ ਸਕਦੇ? ਛੋਲੇ ਅਨਾਜ ਨਹੀਂ ਹੈ, ਦਾਲਾਂ ਨੇ, ਦਾਲ ਹੈ ਉਹ, ਅਤੇ ਦਾਲ ਦੇ ਅੰਦਰ ਪ੍ਰੋਟੀਨਸ ਬਹੁਤ ਜ਼ਿਆਦਾ ਨੇ। ਐਕਸੈਸਿਵ ਪ੍ਰੋਟੀਨਸ ਖਾਦੇ ਜਿਹੜੇ ਨੇ ਬਾਹਰ ਕੱਢਣੇ ਬਹੁਤ ਔਖੇ ਹੁੰਦੇ ਆ, ਅਤੇ ਇਸ ਕਰਕੇ ਐਕਸੈਸਿਵ ਪ੍ਰੋਟੀਨ ਨਹੀਂ ਖਾਣੇ। ਦਾਲ ਜਿਹੜੀ ਹੈ ਅਨਾਜ ਦੇ ਮੁਕਾਬਲੇ 'ਚ 5ਵਾਂ ਹਿੱਸਾ ਹੋਣੀ ਚਾਹੀਦੀ ਹੈ। ਜੇ ਮੰਨ ਲਓ 100 ਗ੍ਰਾਮ ਤੁਸੀਂ ਅਨਾਜ ਖਾ ਰਹੇ ਹੋ ਤਾਂ ਦਾਲ 20 ਗ੍ਰਾਮ ਖਾਣੀ ਹੈ, ਇਸ ਤੋਂ ਵੱਧ ਨਹੀਂ ਖਾਣੀ, ਕਿਉਂਕਿ ਐਕਸੈਸਿਵ ਦਾਲਾਂ ਖਾਵਾਂਗੇ ਤਾਂ ਕੋਈ 1-2 ਦਿਨ 'ਚ ਕੁਝ ਨਹੀਂ ਪੈਂਦਾ ਫਰਕ, ਲੇਕਿਨ ਅਗਰ ਲੰਬਾ ਸਮਾਂ ਅਸੀਂ ਖਾਵਾਂਗੇ ਤਾਂ ਉਹ ਫਿਰ ਉਹ ਬੋਡੀ ਨੂੰ ਬਾਹਰ ਕੱਢਣੀਆਂ ਬਹੁਤ ਔਖੀਆਂ ਨੇ, ਯੂਰਿਕ ਐਸਿਡ ਵੱਧ ਜਾਏਗਾ ਜਾਂ ਹੋਰ ਕੋਈ ਪ੍ਰੋਬਲਮ ਜੁੜਨਗੀਆਂ। ਤਾਂ ਕਿਤੇ ਨਾ ਕਿਤੇ ਜਿਹੜਾ ਵਰਤਾਰਾ ਹੈ, ਜਿਹੜਾ ਅਨਾਜ ਸਾਡਾ ਸਟੈਪਲ ਫੂਡ ਹੈ, ਉਹਦੇ 'ਚ ਸਹੀ ਜਿਹੜੀ ਬਹੁਤ ਦੁੱਖ ਨਾਲ ਸਾਨੂੰ ਕਰਨੀ ਪੈਂਦੀ ਹੈ, ਉਹ ਕਣਕ ਅਤੇ ਚੌਲ ਬੰਦ ਕਰਾਉਣੇ ਪੈਂਦੇ ਆ, ਕਿਉਂਕਿ ਦੋਨੋਂ ਜਿਹੜੇ ਨੇ ਪੀਕ ਮਾਰਨ ਵਾਲੇ ਫੂਡ ਨੇ। ਤਾਂ ਅਸੀਂ ਫਿਰ ਉਹਦੇ 'ਚ ਮਿਲਟਸ ਕਹਿੰਦੇ ਹਾਂ, ਉਹ 5 ਮਿਲਟਸ ਜ਼ਿਆਦਾ ਕਹਿੰਦੇ ਆ, ਜਿਹੜੇ ਕੋਦਰਾ, ਕੰਗਣੀ, ਹਰੀ ਕੰਗਣੀ, ਜਿਹੜੀ ਸੁਆਂਖ ਅਤੇ ਕੁਟਕੀ। ਇਹਦੇ ਵਿੱਚ ਵੀ ਜੇਕਰ ਆਟੋਇਮਿਊਨ ਡਿਸਆਰਡਰ ਦੀਆਂ ਕੋਈ ਬਿਮਾਰੀਆਂ ਵਾਸਤੇ ਕੁਝ ਖਾਸ ਵੀ ਹੁੰਦੇ ਨੇ ਵੀ ਇਹ 3 ਦਿਨ ਖਾਣੇ, 2 ਦਿਨ ਖਾਣੇ, 1 ਦਿਨ ਖਾਣੇ? ਨਹੀਂ, ਆਟੋਇਮਿਊਨ ਬਿਮਾਰੀ ਤਾਂ ਅਲੱਗ-ਅਲੱਗ ਨੇ ਵੈਸੇ ਤਾਂ, ਕੋਈ ਇੱਕ ਆਟੋਇਮਿਊਨ ਬਿਮਾਰੀ ਨਹੀਂ ਹੈਗੀ, ਉਹਦੇ ਅਲੱਗ-ਅਲੱਗ ਪੈਟਰਨ ਹੈ ਉਹਦਾ ਜਿਹੜਾ ਬਣਿਆ ਹੋਇਆ, ਸਾਡੇ ਕੋਲ ਚਾਰਟ ਬਣਿਆ ਹੋਇਆ, ਉਹਦੇ 'ਚ ਹਰ ਬਿਮਾਰੀ 'ਚ ਅਲੱਗ-ਅਲੱਗ ਪੈਟਰਨ ਹੈ ਜਿਹੜਾ ਮਿਲਟ ਖਾਣ ਦਾ, ਉਹ ਅਸੀਂ ਉਹਦੇ ਹਿਸਾਬ ਨਾਲ ਬਣਾਇਆ ਹੋਇਆ ਵੀ ਜੋੜਾਂ ਦੀ ਜ਼ਿਆਦਾ ਹੈ ਕਿ ਪੇਟ ਦੀ ਹੈ ਕਿ ਉਸ ਹਿਸਾਬ ਨਾਲ ਲਿਵਰ ਦੀ ਹੈ, ਕਿਉਂਕਿ ਉਹ ਜਿਹੜੇ ਅਨਾਜ ਨੇ ਇਹ ਪੰਜੇ, ਇਹ ਲਿਵਰ ਫਰੈਂਡਲੀ, ਜਿਵੇਂ ਸੁਆਂਖ ਹੈ ਲਿਵਰ ਫਰੈਂਡਲੀ ਹੈ, ਕੋਦਰਾ ਬਲੱਡ ਫਰੈਂਡਲੀ ਹੈ, ਜਿਹੜਾ ਫੌਕਸਟੇਲ ਜਿਹੜੀ ਕੰਗਣੀ ਅਤੇ ਹਰੀ ਕੰਗਣੀ ਜਿਹੜੀ ਹੈ ਇਹ ਨਰਵਸ ਸਿਸਟਮ ਫਰੈਂਡਲੀ ਹੈ। ਤਾਂ ਇੱਦਾਂ ਕੈਂਸਰ ਵਾਸਤੇ ਵੀ ਦੋਨੋਂ ਇਹ ਜਿਹੜੇ ਬਰਾਊਨ ਟਾਪ ਅਤੇ ਫੌਕਸਟੇਲ ਜ਼ਿਆਦਾ ਵਧੀਆ ਨੇ। ਬਲੱਡ ਕੈਂਸਰ ਦਾ ਤਾਂ ਉਹ ਆਰਗਨ ਵਾਈਜ਼ ਵੀ ਅਸੀਂ ਕੁਛ ਕਲਾਸੀਫਾਈ ਕਰ ਰੱਖੇ ਆ, ਸੋ ਉਹਦੀ ਡਿਟੇਲ ਆ, ਉਹਦਾ ਚਾਰਟ ਹੈਗਾ। ਤਾਂ ਉਹਦੇ 'ਚ ਜਿਹੜਾ ਫਿਰ ਇਹ ਜਿਹੜਾ ਵਰਤਾਰਾ ਕਿਤੇ ਨਾ ਕਿਤੇ ਫੂਡ ਦਾ ਉਹ ਵੀ ਬਹੁਤ ਵਧੀਆ। ਸੋ ਇਹ ਸਾਰੇ ਨੂੰ ਅਸੀਂ ਅਗਰ ਇਕੱਠਾ ਕਰਦੇ ਹਾਂ ਤਾਂ ਇਹਦੇ ਨਾਲ ਬਾਕੀ ਯੋਗਾ ਹੈ। ਯੋਗਾ ਬਹੁਤ ਕਮਾਲ ਦੀ ਜਿਹੜੀ ਤੁਹਾਡੀ ਸਟ੍ਰੈਸ ਨੂੰ ਰਿਡਿਊਸ ਕਰਨ ਲਈ ਔਰ ਤੁਹਾਨੂੰ ਡੀਟੌਕਸੀਫਾਈ ਕਰਨ ਲਈ ਯੋਗਾ ਔਰ ਦੇ ਪ੍ਰਾਣਾਯਾਮ ਖਾਸ ਕਰਕੇ ਬਹੁਤ ਕਮਾਲ ਦਾ ਰੋਲ ਪਲੇ ਕਰਦੇ ਹੋ। ਸੋ ਇਹ ਤਕਰੀਬਨ ਜਿਹੜੀਆਂ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਵਰ ਕਰ ਲਈਆਂ ਨੇ। ਅਤੇ ਮੇਰੇ ਖਿਆਲ ਜੇ ਆਪਾਂ ਜਿਹੜੀ ਦੋਸਤਾਂ ਨੂੰ ਲਾਸਟ ਅਪੀਲ ਇਹ ਕਰੀਏ ਕਿ ਕੋਈ ਵੀ ਬੰਦਾ ਤੁਹਾਨੂੰ ਟੱਕਰਦਾ ਜਿਹੜਾ ਆਟੋਇਮਿਊਨ ਬਿਮਾਰੀ ਤੋਂ ਪੀੜਤ ਹੈ, ਉਹਦੇ 'ਚ ਜਿਹੜੀਆਂ ਆਮ ਬਿਮਾਰੀਆਂ ਨੇ ਉਹ ਗਠੀਆ ਹੈ, ਸਿੰਗਰੈਣੀ ਹੈ, ਦਮਾ ਹੈ, ਬੱਚਿਆਂ ਵਾਲੀ ਸ਼ੂਗਰ ਹੈ, ਤੁਹਾਡੇ ਸਕਿਨ ਦੀ ਸੋਰੀਅਸਿਸ ਹੈ, ਐਗਜ਼ੀਮਾ ਹੈ, ਤੁਹਾਡੀਆਂ ਚਮੜੀ ਦੇ ਥੱਲੇ ਗੱਠਾਂ ਬਣ ਜਾਂਦੀਆਂ ਇਹ ਹੈ, ਜਾਂ ਕਿਸੇ ਦੀ ਗੱਠ ਹੈ ਉੱਥੇ ਵੀ ਆਟੋਮਿਊਨਿਟੀ ਹੋ ਸਕਦੀ ਹੈ, ਲਿਵਰ ਡਿਜ਼ੀਜ਼ ਹੈ ਉਹਦੇ ਅੰਦਰ ਵੀ ਆਟੋਮਿਊਨਿਟੀ ਹੋ ਸਕਦੀ ਹੈ, ਕਿਡਨੀ ਡਿਜ਼ੀਜ਼ ਹੈ ਉਹਦੇ ਅੰਦਰ ਆਟੋਮਿਊਨਿਟੀ ਹੋ ਸਕਦੀ ਹੈ, ਈਵਨ ਆ ਮੈਮਰੀ ਜਿਹੜੀ ਹੈ ਯਾਦਦਾਸ਼ਤ ਖਤਮ ਹੋ ਜਾਂਦੀ ਹੈ,
ਤੇ ਹੱਥ ਲੈਣ ਲੱਗ ਜਾਂਦੇ ਆ, ਇਹ ਵੀ ਕਿਤੇ ਨਾ ਕਿਤੇ ਆਟੋਮਿਊਨਿਟੀ ਹੈਗੀ ਹੈ। ਤਾਂ ਕੈਂਸਰ ਤਾਂ ਚਲੋ ਖੈਰ ਕੈਂਸਰ ਤਾਂ ਹੈ ਹੀ ਹੈ, ਉਹ ਆਟੋਮਿਊਨਿਟੀ ਸਿੱਧੀ ਨਹੀਂ ਹੈ, ਕੈਂਸਰ 'ਚ ਮਲਟੀਪਲ ਫੈਕਟਰਸ ਨੇ। ਤਾਂ ਜਿਹੜਾ ਇਹ ਸਾਰੀਆਂ ਬਿਮਾਰੀਆਂ ਦੇ ਵਿੱਚ ਜਿਹੜੇ ਲੋਕ ਤੁਹਾਨੂੰ ਮਿਲ ਜਾਣ ਕਿ ਵੀ ਉਹ ਸਾਰੀ ਉਮਰ ਦੀ ਦਵਾਈ ਖਾ ਰਹੇ ਆ, ਤਾਂ ਉਹਨਾਂ ਨੂੰ ਇਸ ਗੱਲ ਦੀ ਕਨਵਿੰਸ ਕਰੋ ਕਿ ਲੋੜ ਨਹੀਂ ਦਵਾਈ ਖਾਣ ਦੀ। ਬਿਮਾਰੀ ਤਾਂ ਬਿਮਾਰੀ ਹੈ ਜਿਹੜੀ, ਨਾਲ ਦਵਾਈਆਂ ਵੀ ਬਿਮਾਰੀ ਹੈ, ਜਿਹੜੀ ਤੁਸੀਂ ਖਾ ਰਹੇ ਹੋ ਉਹ ਤੋਂ ਨਿਕਲੋ ਅਤੇ ਜਿਹੜਾ ਡਾਈਟ ਪਲਾਨ ਫੋਲੋ ਕਰੋ। ਡਾਈਟ ਪਲਾਨ ਆਪਾਂ ਸਾਰੀ ਵੀਡੀਓ 'ਚ ਪਾ ਰੱਖਿਆ, ਇੱਥੋਂ ਵੀ ਫੋਲੋ ਕਰ ਸਕਦੇ ਆ ਜੇ ਸਿੱਧੇ ਸਿੱਧਾ, ਅਤੇ ਜੇ ਨਹੀਂ ਸਿੱਧੇ ਤਾਂ ਫਿਰ ਉਹ ਕਿਸੇ ਨਾ ਕਿਸੇ ਸ਼ਕਲ ਸਾਡੇ ਨਾਲ ਤਾਲਮੇਲ ਵੀ ਕਰ ਸਕਦੇ ਜੇ ਉਲਝੇ ਹੋਏ ਆ ਤਾਂ ਹੁਣ ਤਕਰੀਬਨ ਜਿਹੜੇ ਇੱਥੋਂ ਟ੍ਰੇਨਿੰਗ ਲੈ ਕੇ ਗਏ ਦੋਸਤ ਨੇ ਉਹ ਤਕਰੀਬਨ ਸਾਰੇ ਸ਼ਹਿਰਾਂ 'ਚ ਬੈਠੇ ਆ ਹੁਣ, ਅਤੇ ਉਹਨਾਂ ਨੂੰ ਸਾਰਾ ਕੁਝ ਪਤਾ ਹੈ। ਹਰ ਸ਼ਹਿਰ 'ਚ ਕੋਈ ਨਾ ਕੋਈ ਹੈਗਾ, ਮੇਰੇ ਖਿਆਲ 'ਚ ਜਿਹੜੇ ਮੇਜਰ ਸ਼ਹਿਰ ਨੇ ਤਕਰੀਬਨ ਉੱਥੇ ਕੋਈ ਨਾ ਕੋਈ ਵਿਅਕਤੀ ਇਹੋ ਜਿਹਾ ਬੈਠਾ ਹੈ ਜਿਹੜਾ ਕਿ ਗਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ ਪੇਸ਼ੈਂਟਸ ਨੂੰ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਆਟੋਮਿਊਨ ਡਿਸਆਰਡਰ ਵਾਲੇ ਨੇ ਇਹਨੂੰ ਆਪਾਂ ਹੋਲਿਸਟਿਕ ਹੈਲਥ ਕੇਅਰ ਵਾਲਾ ਜਿਹੜਾ ਸਾਡਾ ਇਹ ਮਾਡਲ ਹੈ ਇਹਦੇ 'ਚ ਪਾਓ, ਔਰ ਐਲੋਪੈਥੀ ਤੋਂ ਜਿਹੜੀ ਉਹਨੂੰ ਮਨਾ ਕਰੋ, ਕਿਉਂਕਿ ਉਹਦੇ 'ਚ ਕੁਛ ਪੱਲੇ ਨਹੀਂ ਪੈਂਦਾ, ਸਗੋਂ ਉਲਟਾ ਜਿਹੜੀਆਂ ਬਿਮਾਰੀ ਦੇ ਨਾਲ ਨਾਲ ਦਵਾਈਆਂ ਜਿਹੜੀਆਂ ਉਹ ਖੁਦ ਵੀ ਬਿਮਾਰੀ ਬਣ ਜਾਂਦੀਆਂ ਨੇ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਟੋਇਮਿਊਨ ਡਿਸਆਰਡਰਸ ਦੇ ਬਾਰੇ ਇਸ ਤੋਂ ਵਧੀਆ ਜਾਣਕਾਰੀ ਸ਼ਾਇਦ ਹੀ ਅੱਜ ਤੱਕ ਕਿਸੇ ਨੇ ਦਿੱਤੀ ਹੋਵੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਨਾਲ ਇਹ ਵੀ ਦਰਸ਼ਕਾਂ ਨੂੰ ਦੱਸ ਦਿੰਦੇ ਹਾਂ ਕਿ ਜਿਨ੍ਹਾਂ ਨੇ ਵੀ ਸਾਡੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਸੰਬੰਧੀ ਜਾਂ ਕੋਈ ਵੀ ਜਾਣਕਾਰੀ ਸਿਹਤ ਸੰਬੰਧੀ ਲੈਣੀ ਹੈ, ਤਾਂ ਉਹ ਮੇਰੇ ਡਾਕਟਰ ਅਮਰ ਸਿੰਘ ਆਜ਼ਾਦ ਦੀ ਇੱਕ ਸੀਰੀਜ਼ ਹੈਗੀ ਹੈ ਬੀ ਯੋਰ ਓਨ ਡਾਕਟਰ, ਅਤੇ ਉਹਦੀ ਪਲੇਲਿਸਟ ਬਣਾਈ ਹੋਈ ਹੈ ਅਸੀਂ ਨਿਊਜ਼ ਏਸ਼ੀਆ ਪੰਜਾਬੀ ਚੈਨਲ ਦੇ ਵਿੱਚ। ਤੁਸੀਂ ਜਾਓਗੇ ਤਾਂ ਪਲੇਲਿਸਟ ਹੈਗੀ ਆ, ਉਸ ਪਲੇਲਿਸਟ ਦੇ ਵਿੱਚ ਜਾਓਗੇ ਤਾਂ ਉਹਦੇ 'ਚ ਸਾਰੀਆਂ ਦੇ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਇੱਕੋ ਵਾਰ ਦੇ ਵਿੱਚ ਨਿਕਲ ਆਉਣਗੀਆਂ, ਅਤੇ ਉਹਦੇ ਵਿੱਚ ਤੁਸੀਂ ਆਪਣੀ ਮਨਪਸੰਦ ਜਿਹੜੀ ਵੀਡੀਓ ਉਹਦੇ 'ਚੋਂ ਕੱਢ ਕੇ ਦੇਖ ਸਕਦੇ ਹੋ। ਅਤੇ ਨਾਲ ਜਾਂਦੇ ਇੱਕ ਡਿਸਕਲੇਮਰ ਵੀ ਦੇ ਦਈਏ ਕਿ ਇਹ ਪ੍ਰੋਗਰਾਮ ਮੈਡੀਕਲ ਐਡਵਾਈਸ ਲਈ ਨਹੀਂ ਹੈ, ਇਹ ਪ੍ਰੋਗਰਾਮ ਸਿਰਫ ਅਤੇ ਸਿਰਫ ਜਾਣਕਾਰੀ ਲਈ ਹੈ। ਅਤੇ ਜੇ ਜਾਣਕਾਰੀ 'ਚ ਵਾਧਾ ਕਰਕੇ ਤੁਸੀਂ ਆਪਣਾ ਅਤੇ ਆਪਣੇ ਆਲੇ ਦੁਆਲੇ ਨੂੰ ਸਵਾਰਦੇ ਹੋ, ਅਤੇ ਅਸੀਂ ਤਾਂ ਹੀ ਸਮਝਾਂਗੇ ਕਿ ਸਾਡਾ ਬੀ ਯੋਰ ਓਨ ਡਾਕਟਰ ਪ੍ਰੋਗਰਾਮ ਕਰਨ ਦਾ ਜਿਹੜਾ ਮਕਸਦ ਉਹ ਕਾਮਯਾਬ ਰਿਹਾ। ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਧੰਨਵਾਦ ਜੀ, ਬਹੁਤ। ਸੋ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ, ਅਤੇ ਜੇ ਪਸੰਦ ਆਇਆ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਆਪਣੇ ਆਲੇ ਦੁਆਲੇ ਨੂੰ ਦੱਸੋ। ਨਿਊਜ਼ ਏਸ਼ੀਆ ਪੰਜਾਬੀ ਸਬਸਕ੍ਰਾਈਬ ਕਰੋ, ਲਾਈਕ ਕਰੋ, ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਅਤੇ ਵੱਧ ਤੋਂ ਵੱਧ ਜਿਹੜੀ ਹੈ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਵੀਡੀਓ ਨੂੰ ਖੋਲ੍ਹ ਕੇ ਵੇਖ ਕੇ ਆਪਣਾ ਹਿੱਸਾ ਪਾਓ। ਅਤੇ ਜੇ ਅਜਿਹਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਸਾਡੇ ਇਸ ਪ੍ਰੋਗਰਾਮ ਨੂੰ ਕਰਨ ਦਾ ਮਕਸਦ ਕਾਮਯਾਬ ਰਿਹਾ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।